ਨਾਜ਼ਰੀਨ ਦੋਸਤੋ 1947 ਅੱਜ ਤੋਂ 73 ਵਰੇ ਪਹਿਲਾਂ ਪੰਜਾਬ ਦੀ ਧਰਤ ਤੇ ਜੋ ਖੂਨੀ ਵੰਡ ਹੋਈ ਜਿਹਨੂੰ ਅਸੀਂ ਆਜ਼ਾਦੀ ਦਾ ਨਾਂ ਦਿੱਤਾ। ਉਸ ਖੂਨੀ ਵੰਡ ਦੇ ਕੀ ਕਾਰਨ ਰਹੇ ਹੋਣਗੇ, ਕੀ ਕਾਰਨ ਕਿ ਪੰਜਾਬ ਕਸ਼ਮੀਰ ਤੇ ਬੰਗਾਲ ਵੰਡੇ ਗਏ, ਇਹਨਾਂ ਬਾਰੇ ਚਾਨਣਾ ਪਾਉਣ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ। ਉਹ ਕੀ ਸਿਆਸੀ ਪੈਂਤੜੇ ਰਹੇ ਹੋਏ ਹੋਣਗੇ ਕਿ ਪੰਜਾਬ ਦੀ ਜ਼ਰਖੇਜ਼ ਜ਼ਮੀਨ ਤੇ 10 ਲੱਖ ਲੋਕ ਮਾਰੇ ਗਏ, 40 ਲੱਖ ਤੋਂ ਵੱਧ ਲੋਕ ਉਜਾੜੇ ਗਏ ਤੇ ਦਹਿਸ਼ਤ ਵਹਿਸ਼ਤ ਦਾ ਨੰਗਾ ਤੇ ਘਿਨਾਉਣਾ ਨਾਚ ਹੋਇਆ। ਕੀ ਕਾਰਨ ਸੀ ਕਿ ਇੱਕ ਸਾਂਝ ਤੇ ਮੁਹੱਬਤਾਂ ਵੰਡਣ ਵਾਲਾ ਖਿੱਤਾ ਦੁਨੀਆ ਦੀ ਸਭ ਤੋਂ ਪੁਰਾਣੀ ਤੇ ਵਿਕਸਿਤ ਸਭਿਅਤਾ ਦਾ ਮਾਲਕ ਇੱਕ ਸਿਆਸੀ ਵਹਿਸ਼ਤ ਦਾ ਸ਼ਿਕਾਰ ਹੋ ਗਿਆ। ਕਾਰਨ ਜਾਣਨੇ ਬਹੁਤ ਜ਼ਰੂਰੀ ਨੇ। ਪੰਜਾਬ ਦੇ ਲੋਕਾਂ ਨੇ ਤਾਂ ਵੰਡ ਮੰਗੀ ਨਹੀਂ, ਪਰ ਉਹਨਾਂ ਤੇ ਵੰਡ ਥੋਪ ਦਿੱਤੀ ਗਈ। ਇਸ ਲੂਲੀ ਲੰਗੜੀ ਆਜ਼ਾਦੀ ਦੇ ਨਾਂ ਤੇ ਵੰਡ ਦਾ ਇਹ ਨਾਸੂਰ, ਜਿਸ ਦਾ ਸੇਕ ਅਸੀਂ ਪੀੜ੍ਹੀ ਦਰ ਪੀੜ੍ਹੀ ਮਹਿਸੂਸ ਕਰ ਰਹੇ ਹਾਂ, ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਨੌਜਵਾਨ ਦੀ ਪੀੜ੍ਹੀ ਵੀ ਇਹ ਵੰਡ ਨੂੰ ਆਪਣੇ ਵੱਖ-ਵੱਖ ਰੰਗਾਂ ਔਰ ਢੰਗਾਂ ਨਾਲ ਵੇਖਦੀ ਹੈ। ਬਹੁਤ ਸਾਰੇ ਸਵਾਲ ਇਹਨਾਂ ਨੌਜਵਾਨਾਂ ਵਿੱਚ ਹੁੰਦੇ ਹਨ। ਅੱਜ ਦੀ ਇਸ ਗਲੋਬਲ ਔਰ ਸੋਸ਼ਲ ਮੀਡੀਆ ਦੀ ਦੁਨੀਆ ਦੇ ਵਿੱਚ ਅਸੀਂ ਇਹ ਸਾਰੇ ਵਿਚਾਰ ਅੱਜ ਇਕੱਠੇ ਕਰ ਰਹੇ ਹਾਂ। ਜਾਂਦਾ ਜਾਂਦਾ ਮੈਂ ਉਹਦਾ ਮਿਸਾਲ ਦੇ ਤੌਰ ਤੇ ਗੱਲ ਕਰ ਰਿਹਾ। ਬਹੁਤ ਸਾਰੇ ਸ਼ਾਇਰ ਤੇ ਨੌਜਵਾਨ ਕਵੀ ਇੱਥੋਂ ਦੇ ਵੰਡ ਨੂੰ ਆਪਣੇ ਵੱਖ-ਵੱਖ ਤਰੀਕਿਆਂ ਨਾਲ ਵਿਚਰਦੇ ਨੇ। ਮੈਲਬਰਨ ਦੀ ਸ਼ਾਇਰਾ ਕੁਲਜੀਤ ਗਜ਼ਲਿਆ ਅਕਸਰ ਕਹਿੰਦੀ ਹੈ ਕਿ ਅਸੀਂ ਸਿੱਕੇ ਦੇ ਦੋ ਪਹਿਲੂ ਹਾਂ, ਨਾ ਵਿਛੜਦੇ ਨਾ ਮਿਲਦੇ ਹਾਂ, ਬਣੇ ਹਾਂ ਝੱਲਿਆਂ ਵਾਂਗ, ਤੁਸੀਂ ਇੱਧਰ ਤੇ ਅਸੀਂ ਉੱਧਰ। ਜਦੋਂ ਇੱਥੇ ਬਾਹਰ ਆ ਕੇ ਦੋਹਾਂ ਪੰਜਾਬਾਂ ਦੇ ਲੋਕ ਮਿਲਦੇ ਨੇ ਤੇ ਆਪਣੀਆਂ ਸਾਂਝਾਂ ਸ਼ਾਇਰ ਕਰਦੇ ਨੇ। ਸ਼ਾਇਰ ਰਮਾ ਸੇਖੋਂ ਵੀ ਲਿਖਦੀ ਹੈ, ਇੱਕ ਮਿੱਟੀ ਜਾਇਆਂ ਦੀ ਜਦ ਅੰਦਰਲੀ ਮਿੱਟੀ ਮੋਈ, ਮਿੱਟੀ ਵਿਲਕ ਵਿਲਕ ਕੇ ਰੋਈ, ਇਹ ਕੈਸੀ ਵੰਡ ਹੋਈ। ਦੱਖਣੀ ਧਰੁਵ ਦੇ ਕੋਲ ਛੋਟਾ ਜਿਹਾ ਦੇਸ਼ ਨਿਊਜ਼ੀਲੈਂਡ ਦਾ ਨੌਜਵਾਨ ਸ਼ਾਇਰ ਜੱਗੀ ਜੋਹਲ, ਉਹ ਆਪਣੇ ਸਿਆਸੀ ਵਿਅੰਗ ਕਰਦਾ ਹੈ। ਦੇਸ਼ ਪੰਜਾਬ ਦੇ ਮੱਥੇ ਲਿਖ ਕੇ ਸਦਾ ਲਈ ਬਰਬਾਦੀ, ਮਾਸੂਮਾਂ ਦੀਆਂ ਲਾਸ਼ਾਂ ਉੱਤੇ ਨੱਚਦੀ ਫਿਰੇ ਆਜ਼ਾਦੀ, ਭਾਈਆਂ ਨੂੰ ਉਲਝਾ ਗਈ ਕੁਰਸੀ ਖੇਡ ਸਿਆਸਤ ਖੇਡੀ, ਆਪਸ ਦੇ ਵਿੱਚ ਲੜ ਮਰ ਗਏ ਭੋੜੇ ਲੋਕ ਪੰਜਾਬੀ। ਨਾਜ਼ਰੀਨ ਦੋਸਤੋ, ਬਹੁਤ ਜ਼ਿਆਦਾ ਦਰਦ ਸਾਡੇ ਦਿਲਾਂ ਦੇ ਅੰਦਰ ਮਹਿਸੂਸ ਹੈ, ਪਰ ਇਹਨਾਂ ਸਾਰੇ ਪੈਂਤੜਿਆਂ ਦੇ ਵਿੱਚੋਂ ਤੇ ਇਤਿਹਾਸ ਤੋਂ ਆਪਾਂ ਕੀ ਸਬਕ ਸਿੱਖਦੇ ਹਾਂ, ਇਹਦੇ ਲਈ ਹੀ ਇਹ ਗੱਲਬਾਤ ਅੱਜ ਇਕੱਠੇ ਹੋਏ ਹਾਂ। ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਵੀ ਔਰ ਲੰਬੀ ਔਰ ਖੋਜ ਦਾ ਵਿਸ਼ਾ ਨੇ। ਇੱਕ ਵੱਡੇ ਮਸਲੇ ਨੂੰ ਸੰਖੇਪ ਰੂਪ ਸਮਝਣ ਦੇ ਲਈ 4 ਕਿਸ਼ਤਾਂ ਦੇ ਵਿੱਚ ਅਸੀਂ ਗੱਲਬਾਤ ਤੁਹਾਡੇ ਰੂਬਰੂ ਕਰ ਰਹੇ ਹਾਂ, ਜਿਸ ਦੇ ਵਿੱਚ ਜਦ ਕਿ ਪਹਿਲੇ ਪੂਰ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਕਿ 1935 ਦੇ ਵਿੱਚ ਜੋ ਨਵਾਂ ਸੰਵਿਧਾਨ ਬਣਿਆ, ਕੀ ਨਵੀਂ ਸਿਆਸੀ ਪੈਂਤੜੇਬਾਜ਼ ਹੋਈ, ਕੀ ਸਾਡੀਆਂ ਨਵੇਂ ਰਸਤੇ ਮਿਲੇ ਤੇ ਅਸਫਲਤਾਵਾਂ ਰਹੀਆਂ, ਕੀ ਸਾਡੇ ਨਾਲ ਧੋਖੇ ਹੋਏ। ਇਹਦੇ ਤੇ ਅੱਜ ਦਾ ਮੇਨ ਜਿਹੜਾ ਮੁੱਦਾ ਉਹਦੇ ਤੇ ਗੱਲ ਕਰਾਂਗੇ। ਦੂਸਰਾ ਮੁੱਦਾ ਜੋ ਕਿ ਅਸੀਂ ਅਗਲੇ ਹਫਤੇ ਸ਼ਨੀਵਾਰ ਦੇ ਦਿਨ ਹੀ ਕਰਾਂਗੇ, ਉਹਦੇ ਵਿੱਚ ਜਦੋਂ ਅਮਰੀਕਾ ਇੱਕ ਨਵਾਂ ਜਗਤ ਲੀਡਰ ਬਣ ਕੇ ਨਿਕਲਦਾ ਹੈ ਤੇ ਡੀਕੋਲੋਨਾਈਜੇਸ਼ਨ ਹੁੰਦੀ ਹੈ ਤੇ ਨਵੀਆਂ ਪੋਲੀਟੀਕਲ ਸਫਬੰਦੀਆਂ ਹੁੰਦੀਆਂ ਨੇ, ਉਹਦੇ ਵਿੱਚ ਸਾਨੂੰ ਕੀ ਨਵੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ। ਤੇ ਅਟਲਾਂਟਿਕ ਚਾਰਟਰ ਜਿਹੜਾ ਕਿ 14 ਅਗਸਤ 1941 ਨੂੰ ਹੋਇਆ ਤੇ ਉਹਦਾ ਜਿਹੜਾ ਪੀਰੀਅਡ ਸੀ, ਉਸ ਪੀਰੀਅਡ ਦੀ ਗੱਲ ਕਰਾਂਗੇ। ਤੀਜੇ ਪੜਾਅ ਦੇ ਵਿੱਚ ਅਸੀਂ ਉਹ 14 ਮਹੀਨੇ ਜਿਨ੍ਹਾਂ ਨੇ ਪੰਜਾਬ ਤੇ ਕਸ਼ਮੀਰ ਨੂੰ ਦਹਿਲ ਕੇ ਰੱਖਤਾ, ਉਹਦੀ ਗੱਲ ਕਰਾਂਗੇ। ਖਾਸ ਕਰਕੇ ਇਹ ਪੀਰੀਅਡ ਜਿਸ ਨੇ ਕਿ ਅੱਜ ਦੀ ਮੌਜੂਦਾ ਹਾਲਾਤਾਂ ਨੂੰ ਵੀ ਜਨਮ ਦਿੱਤਾ। ਚੌਥੇ ਪੀਰੀਅਡ ਦੇ ਵਿੱਚ ਅਸੀਂ ਗੱਲ ਕਰਾਂਗੇ ਅਸੀਂ ਕੀ ਮਿਲਿਆ ਤੇ ਕੀ ਗਵਾਇਆ। ਭਾਰਤ ਤੇ ਪਾਕਿਸਤਾਨ ਦੇ ਵਿੱਚ 1947 ਤੋਂ ਲੈ ਕੇ 2020 ਦੇ ਵਿੱਚ ਕੀ ਹੋਇਆ। ਨਾਜ਼ਰੀਨ ਦੋਸਤੋ, ਬਹੁਤ ਖੁਸ਼ੀ ਹੈ ਤੇ ਮਾਣ ਹੈ ਕਿ ਅੱਜ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਤੇ ਮੈਲਬਰਨ ਦੇ 4 ਮਾਹਿਰ ਇਕੱਠੇ ਹੋ ਕੇ ਇਹਨਾਂ ਰੁਝੇਵਿਆਂ ਉੱਤੇ, ਇਹਨਾਂ ਮਸਲਿਆਂ ਤੇ ਗੱਲਬਾਤ ਕਰ ਰਹੇ ਨੇ। ਮੈਂ ਬੜਾ ਮਾਣ ਮਹਿਸੂਸ ਕਰ ਰਿਹਾ ਇਹਨਾਂ 4 ਮਹਿਮਾਨਾਂ ਨੂੰ ਤੁਹਾਡੇ ਨਾਲ ਤਾਰਫ ਕਰਾਉਣ ਲਈ। ਸਭ ਤੋਂ ਪਹਿਲਾਂ ਤੁਹਾਡੇ ਰੂਬਰੂ ਹੋ ਰਹੇ ਨੇ ਲਹਿੰਦੇ ਪੰਜਾਬ ਦੇ ਸ਼ਹਿਰ ਲਾਹੌਰ ਤੋਂ ਆਮਿਰ ਰਿਆਜ਼ ਜੀ। ਜਨਾਬ ਜੀ ਤੁਹਾਡਾ ਆਸਟ੍ਰੇਲੀਅਨ ਪੰਜਾਬੀ ਦੇ ਵਿੱਚ ਸਵਾਗਤ ਜੀ। ਆਮਿਰ ਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਜੀ? ਜੀ ਜੀ ਬਿਲकुल ਆ ਰਹੀ ਹੈ, ਪੂਰੀ ਆ ਰਹੀ ਹੈ। हाँ जी, आमिर जी बहुत ही सत्कारयोग सज्जन ने, एजुकेशनिस्ट ने, ब्रॉडकास्टर ने, राइटर ने, लेखक ने, जर्नलिस्ट ने और कॉलमनिस्ट ने। पाकिस्तान ਦੀਆਂ ਲਗਭਗ ਸਾਰੀਆਂ ਅਖਬਾਰਾਂ ਦੇ ਵਿੱਚ ਉਹ ਇੰਗਲਿਸ਼, ਉਰਦੂ ਤੇ ਪੰਜਾਬੀ ਦੇ ਵਿੱਚ ਅਹਿਮ ਅਖਬਾਰਾਂ ਦੇ ਮੈਗਜ਼ੀਨਾਂ ਦੇ ਵਿੱਚ ਉਹ ਕਾਲਮ ਲਿਖਦੇ ਨੇ। ਉਹ FM 103 ਦੇ ਵਿੱਚ ਨਿਊਜ਼ ਤੇ ਉਹਨਾਂ ਦੀ ਜਿਹੜੀ ਕਰੰਟ ਅਫੇਅਰ ਦੇ ਡਿਪਾਰਟਮੈਂਟ ਉਹਦੇ ਹੈਡ ਵੀ ਨੇ ਤੇ ਵਲੰਟੀਅਰ ਐਡੀਟਰ ਆਫ ਪੰਜਾਬੀ ਵੈਬ ਪੋਰਟਲ ਕੰਮ ਕਰਦੇ ਨੇ। ਨਿਊ ਲਾਈਨ ਪਬਲਿਸ਼ਰ ਦੇ CEO ਨੇ, ਪੰਜਾਬੀ ਐਕਟਿਵਿਸਟ ਨੇ ਤੇ ਪਿਛਲੇ 35 ਸਾਲ ਤੋਂ ਪੰਜਾਬ ਦੇ ਪੰਜਾਬੀਅਤ ਦੇ ਕਾਜ ਦੇ ਲਈ ਬੜੇ ਸਰਗਰਮ ਨੇ। ਅਸੀਂ ਬਹੁਤ ਧੰਨਵਾਦੀ ਹਾਂ ਕਿ ਅੱਤ ਦੇ ਰੁਝੇਵਿਆਂ ਤੋਂ ਉਹ ਸਮਾਂ ਕੱਢ ਕੇ ਸਾਡੇ ਕੋਲ ਆਏ ਨੇ। ਨਾਲ ਹੀ ਨਾਲ ਦੋਸਤੋ, ਮੈਂ ਲਹਿੰਦੇ ਪੰਜਾਬ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਦੇ ਪ੍ਰੋਫੈਸਰ ਸੁਖਦੇਵ ਸਿੰਘ ਸੋਹਲ ਹੋਣਾ ਦਾ ਸਵਾਗਤ ਕਰਦਾ।
ਪ੍ਰੋਫੈਸਰ ਸਾਹਿਬ ਦੀ ਖਾਸੀਅਤ ਜਿਹੜੀ ਕਿ ਉਹਨਾਂ ਦੀ ਅਥਾਰਟੀ ਹੈ ਉਹ ਕੋਲੋਨੀਅਲ ਪੰਜਾਬ ਦੇ ਇਤਿਹਾਸ ਦੇ ਉੱਤੇ ਹੈ, ਤੇ ਹਿਸਟੋਰੀਓਗ੍ਰਾਫੀ ਦੇ ਵਿੱਚ ਵੀ ਉਹਨਾਂ ਨੇ ਬਹੁਤ ਕੰਮ ਕੀਤਾ ਆ। ਬਹੁਤ ਸਾਰੇ ਲੈਕਚਰ, ਕਈ ਸੈਂਕੜੇ ਉਹਨਾਂ ਨੇ ਰਿਸਰਚ ਪੇਪਰ, ਖੋਜ ਪੇਪਰ, ਇੰਟਰਨੈਸ਼ਨਲ ਸਿੰਪੋਜ਼ੀਅਮ ਸੈਮੀਨਾਰ ਦੇ ਵਿੱਚ ਉਹ ਲੈਕਚਰ ਦਿੰਦੇ ਨੇ, ਤੇ ਅੱਜ ਸਾਡੇ ਨਾਲ ਮੌਜੂਦ ਨੇ। ਤੇ ਜਿਹੜੇ ਵੀ ਦਰਸ਼ਕ ਸਾਡੇ ਨਾਲ ਬੈਠਣਗੇ ਆਪਣੀ ਗੱਲਬਾਤ ਦੇ ਦੌਰਾਨ ਉਹ ਕਈ ਅਹਿਮ ਖੁਲਾਸੇ ਵੀ ਕਰਨਗੇ। ਇਸ ਦੇ ਨਾਲ ਹੀ ਮੈਂ ਮਾਣ ਮਹਿਸੂਸ ਕਰ ਰਿਹਾ ਕਿ ਮੈਲਬਰਨ ਆਸਟ੍ਰੇਲੀਆ ਤੋਂ ਟਾਊਨ ਪਲੈਨਰ ਤੇ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਰ ਪ੍ਰੋਫੈਸਰ ਡਾਕਟਰ ਹਰਜਿੰਦਰ ਸਿੰਘ ਸਾਡੇ ਵਿੱਚ ਮੌਜੂਦ ਨੇ, ਔਰ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਨੇ ਜੋ ਸਾਨੂੰ ਇਸ ਪ੍ਰੋਗਰਾਮ ਨੂੰ ਤਰਤੀਬ ਬਣਾਉਣ ਵਿੱਚ ਬਹੁਤ ਅਹਿਮ ਰੋਲ ਅਦਾ ਕੀਤਾ। ਡਾਕਟਰ ਸਾਹਿਬ ਦੀ ਖੋਜ ਜਿਹੜੀ ਉਹ ਹਾਊਸਿੰਗ ਮਾਰਕੀਟ ਤੇ ਪਬਲਿਕ ਪਾਲਿਸੀ ਹੈ, ਉਹ ਇਕਨੋਮਿਕਸ ਦੇ ਵਿੱਚ ਵੀ ਮਾਸਟਰਸ ਨੇ, ਇਹਦੇ ਨਾਲ ਉਹਨਾਂ ਟਾਊਨ ਪਲੈਨਿੰਗ ਦਾ ਕੰਮ ਕਰਦੇ ਨੇ। ਉਹਨਾਂ ਨੇ ਲਗਭਗ ਸੈਂਕੜੇ ਇੰਟਰਨੈਸ਼ਨਲ ਗਲੋਬਲ ਪੱਧਰ ਤੇ ਸੈਮੀਨਾਰ, ਕਾਨਫਰੰਸ ਤੇ ਉਹਨਾਂ ਵਿੱਚ ਹਿੱਸਾ ਲਿਆ, ਰਿਸਰਚ ਤੇ ਪਬਲੀਕੇਸ਼ਨ ਕੀਤੀਆਂ। 80ਵੇਂ ਦਹਾਕੇ ਦੇ ਵਿੱਚ ਉਹ BBC ਲੰਡਨ ਦੇ ਵਿੱਚ ਉਹ ਇੱਕ ਗੈਸਟ ਆਫ ਦਾ ਵੀਕ ਦੇ ਤੌਰ ਤੇ ਪੰਜਾਬ ਦੇ ਹਾਲਾਤਾਂ ਦੇ ਉੱਤੇ, ਉਸ ਵੇਲੇ ਮੌਜੂਦਾ ਜੋ ਹਾਲਾਤ ਸਨ ਉਹਨਾਂ ਵਿੱਚ ਵੀ ਉਹਨਾਂ ਦੀ ਗੱਲਬਾਤ, ਕਾਫੀ ਲੰਮੀ ਚੌੜੀ ਗੱਲਬਾਤ ਕੀਤੀ। ਪ੍ਰੋਫੈਸਰ ਦਾ ਵੀ ਅਸੀਂ ਅੱਜ ਦੇ ਇਸ ਮੰਚ ਦੇ ਵਿੱਚ ਸਵਾਗਤ ਕਰਦੇ ਹਾਂ। ਨਾਜ਼ਰੀਨ ਦੋਸਤੋ, ਜ਼ਮਾਨਾ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ, ਤੇ ਇਸ ਤੇਜ਼ੀ ਨਾਲ ਬਦਲਦੀ ਦੁਨੀਆ ਦੇ ਵਿੱਚ ਸਾਡੇ ਇੱਕ ਨੌਜਵਾਨ ਦੋਸਤ ਸਾਡੇ ਵਿੱਚ ਸ਼ਾਮਲ ਨੇ, ਗੰਗਵੀਰ ਰਾਠੌਰ। ਗੰਗਵੀਰ ਰਾਠੌਰ ਪੰਜਾਬ ਦੀ ਹਿਸਟਰੀ, ਸੱਭਿਆਚਾਰਕ ਦੇ ਵਿੱਚ ਬੜੀ ਤਿਰਛੀ ਨਜ਼ਰ ਰੱਖਦੇ ਨੇ। ਇਹ ਪੰਜਾਬ ਦੇ ਵਿੱਚ ਐਕਟਿਵਿਸਟ ਦੇ ਤੌਰ ਤੇ ਕੰਮ ਕਰ ਰਹੇ ਨੇ। ਦੋਹਾਂ ਪੰਜਾਬਾਂ ਦੀ ਸਾਂਝ ਦੀ ਉਹ ਬੁਨਿਆਦ ਨੂੰ ਪੱਕਾ ਕਰਨ ਦੇ ਲਈ ਉਹਨਾਂ ਨੇ ਬਹੁਤ ਸਾਰੀਆਂ ਕਾਰਵਾਈਆਂ 3-4 ਸਾਲ ਪਹਿਲਾਂ ਸ਼ੁਰੂ ਕੀਤੀਆਂ। ਉਹ ਮਹਿਸੂਸ ਕਰਦੇ ਨੇ ਕਿ ਇਹ ਜਿਹੜੀ ਵੰਡ ਹੋਈ ਇਹਦੇ 'ਚ ਕੋਈ ਇੰਡੀਆ ਜਾਂ ਪਾਕਿਸਤਾਨ ਨਹੀਂ ਬਣਿਆ, ਬੇਸਿਕਲੀ ਇਹ ਪੰਜਾਬ ਦੀ ਵੰਡ ਹੈ। ਸਾਡਾ ਇੱਕ ਪਰਿਵਾਰ ਸੀਗਾ ਤੇ ਹੁਣ ਸਾਡੇ 2 ਟੋਟੇ ਹੋ ਗਏ ਆ। ਸਾਨੂੰ ਇਹ ਗੱਲ ਪਹਿਲਾਂ ਮੰਨਣੀ ਚਾਹੀਦੀ ਹੈ। ਉਹ ਵੀ ਮਹਿਸੂਸ ਕਰਦੇ ਨੇ ਕਿ ਸਾਡੇ ਨਾਲ ਜੋ ਧੱਕਾ ਹੋਇਆ, ਜੋ ਪਾਪ ਹੋਇਆ, ਜੋ ਗੁਨਾਹ ਹੋਇਆ, ਉਹਦੀ ਮਾਫੀ ਮੰਗ ਕੇ ਆਪਾਂ ਅਗਲੇ ਇਹਨਾਂ ਸਾਂਝਾਂ ਤੇ ਮੁਹੱਬਤਾਂ ਨੂੰ ਅੱਗੇ ਵਧੀਏ। ਗੰਗਵੀਰ ਰਾਠੌਰ ਨੌਜਵਾਨਾਂ ਦੇ ਜੋ ਅੱਜ ਉਹਨਾਂ ਨਾਲ ਪੰਜਾਬ ਦੇ ਹਾਲਾਤ ਨੇ ਉਹਨਾਂ ਬਾਰੇ ਤੇ ਇਤਿਹਾਸ ਦੀਆਂ ਜੋ ਗੱਲਾਂ ਨੇ ਉਹ ਸਿੱਖ ਕੇ ਸਾਡੇ 'ਚ ਗੱਲ ਪਾਉਣਗੇ। ਹਾਜ਼ਰੀਨ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਅੱਜ ਦਾ ਸਾਡਾ ਜਿਹੜਾ ਮੁੱਦਾ ਹੈ ਕਿ 1935 ਦੇ ਵਿੱਚ ਜਿਹੜਾ ਬ੍ਰਿਟਿਸ਼ ਇੰਡੀਆ ਦੇ ਵੇਲੇ ਜੋ ਗਵਰਨਮੈਂਟ ਐਕਟ ਆਇਆ ਸੀਗਾ, ਇੰਡੀਅਨ ਗਵਰਨਮੈਂਟ ਐਕਟ, ਉਸ ਦੇ ਦੁਆਲੇ ਜਿਹੜੀ ਬੈਕਗਰਾਉਂਡ ਹੈ ਉਹਦਾ ਨਾਲ ਸਾਡੀ ਕੀ ਨਵੀਆਂ ਸਫਬੰਦੀਆਂ ਆਈਆਂ ਤੇ ਕੀ ਕੁਛ ਅਸੀਂ ਅਚੀਵ ਕਰ ਸਕਦੇ ਸੀ ਜਾਂ ਕੀ ਸਾਨੂੰ ਇਤਿਹਾਸ ਦੇ ਵਿੱਚੋਂ ਸਬਕ ਮਿਲਦਾ, ਉਹਦੇ ਤੇ ਹੀ ਗੱਲਬਾਤ ਹੋਵੇਗੀ। ਮੈਂ ਬੁਲਾਉਣਾ ਚਾਹਾਂਗਾ ਡਾਕਟਰ ਹਰਜਿੰਦਰ ਸਿੰਘ ਜੀ ਨੂੰ ਕਿ ਉਹ ਅੱਗੇ ਆਉਣ ਤੇ ਇਸ ਐਕਟ ਬਾਰੇ ਚਾਨਣ ਪਾਉਣ ਤੇ ਅੱਜ ਦੀ ਕਾਰਵਾਈ ਨੂੰ ਅੱਗੇ ਵਧਾਉਣ। ਤੁਹਾਡੇ ਰੂਬਰੂ ਹੋ ਰਹੇ ਨੇ ਡਾਕਟਰ ਹਰਜਿੰਦਰ ਸਿੰਘ ਮੈਲਬਰਨ। ਮਿਹਰਬਾਨੀ ਜੀ। ਗੱਲਬਾਤ ਜਿਸ ਤਰ੍ਹਾਂ ਸੇਖੋਂ ਸਾਹਿਬ ਨੇ ਦੱਸਿਆ, ਅਸੀਂ ਇਹ ਜਿਹੜੀ ਡਿਸਕਸ਼ਨ ਹੈ ਇਹਨੂੰ 4 ਹਿੱਸਿਆਂ 'ਚ ਵੰਡਿਆ। ਅੱਜ ਦੀ ਜਿਹੜੀ ਕਾਰਵਾਈ, ਜਿਹੜੀ ਸਾਡੀ ਵਿਚਾਰ ਵਟਾਂਦਰਾ, ਉਹ 1935 ਤੋਂ ਲੈ ਕੇ 1940 ਤੱਕ ਹੋਏਗਾ। ਔਰ ਇਹਦੇ ਵਿੱਚ 1935 ਇਸ ਕਰਕੇ ਲਿਆ ਕਿ ਇਹਦੇ ਵਿੱਚ ਐਕਟ ਜਿਹੜਾ 1935 ਦਾ ਪਾਸ ਹੁੰਦਾ, ਬ੍ਰਿਟਿਸ਼ ਪਾਰਲੀਮੈਂਟ ਇਹਨੂੰ ਪਾਸ ਕਰਦੀ ਹੈ। ਔਰ 1999 ਤੱਕ ਸਮਝ ਲਓ ਵੀ ਜਿੰਨੇ ਬ੍ਰਿਟਿਸ਼ ਪਾਰਲੀਮੈਂਟ ਨੇ ਐਕਟ ਪਾਸ ਕੀਤੇ, ਸਾਰਿਆਂ ਤੋਂ ਲੰਮਾ ਤੇ ਵੱਡਾ ਐਕਟ ਸੀ, ਬੜਾ ਲੈਂਥੀ। ਤੇ ਦੂਸਰਾ ਉਹਦੇ 'ਚ ਇਹ ਹੈ ਕਿ ਇਹ ਐਕਟ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਬਰੀਫਲੀ ਇਸ ਦੀ ਬੈਕਗਰਾਉਂਡ ਦੱਸਣੀ ਚਾਹਾਂਗਾ ਕਿ ਜਿਹੜਾ ਕੌਨਟੈਕਸਟ ਸੀ ਡਿਵੈਲਪਮੈਂਟਸ 1935 ਦੇ ਐਕਟ ਵੰਡ ਤੋਂ ਪਹਿਲਾਂ ਉਹ ਕੀ ਹੋਈਆਂ, ਕਿਸ ਤਰ੍ਹਾਂ ਇਹ ਹੋਂਦ 'ਚ ਆਇਆ, ਤੇ ਉਹਦੇ ਬਾਰੇ ਮੈਂ ਬਹੁਤਾ ਟਾਈਮ ਨਹੀਂ ਲਵਾਂਗਾ। ਮੈਂ 5-7 ਮਿੰਟ ਦੇ ਵਿੱਚ ਹੀ ਆਪਣੀ ਗੱਲ ਮੁਕਾਵਾਂਗਾ। ਗੱਲ ਇਸ ਤਰ੍ਹਾਂ ਕਿ 1935 ਦੇ ਐਕਟ ਤੋਂ ਪਹਿਲਾਂ ਗਵਰਨਮੈਂਟ ਆਫ ਇੰਡੀਆ ਐਕਟ 1919 ਲਾਗੂ ਸੀ, ਜਿਹਦੇ ਵਿੱਚ ਬਹੁਤ ਹੀ ਲਿਮਟਿਡ ਪਾਰਟਿਸਿਪੇਸ਼ਨ ਇੰਡੀਅਨਸ ਨੂੰ ਪੋਲੀਟੀਕਲ ਸਿਸਟਮ ਦੇ ਵਿੱਚ ਦਿੱਤੀ ਗਈ ਸੀ। ਤੇ ਕਿਉਂਕਿ ਪਹਿਲੀ ਜਦੋਂ ਵਰਲਡ ਵਾਰ ਲੱਗਦੀ ਹੈ ਤਾਂ ਉਸ ਵੇਲੇ ਹਿੰਦੁਸਤਾਨੀਆਂ ਨੂੰ ਇੱਕ ਆਸ ਸੀ, ਤੇ ਅੰਗਰੇਜ਼ਾਂ ਨੇ ਥੋੜ੍ਹਾ ਬਹੁਤ ਇੰਡੀਕੇਟ ਵੀ ਕੀਤਾ ਸੀ ਕਿ ਅਸੀਂ ਤੁਹਾਨੂੰ ਤੁਹਾਡੀ ਜਿਹੜੀ ਪਾਰਟਿਸਿਪੇਸ਼ਨ ਉਹ ਅਸੀਂ ਵਧਾਵਾਂਗੇ। ਤੇ ਇਸ ਕਰਕੇ ਇਹ ਚੀਜ਼ ਨੂੰ ਸਾਰੀ ਨੂੰ ਰਿਵਿਊ ਕਰਨ ਲਈ ਸਾਈਮਨ ਕਮਿਸ਼ਨ ਬ੍ਰਿਟਿਸ਼ ਗਵਰਨਮੈਂਟ ਨੇ ਉਹ 1927 ਦੇ ਵਿੱਚ ਬਣਾਇਆ। ਉਦੋਂ ਲੇਬਰ ਗਵਰਨਮੈਂਟ ਬ੍ਰਿਟੇਨ ਦੇ ਵਿੱਚ ਸੀ,
ਤੇ ਉਹਦਾ ਪਰਪਸ ਸੀ ਕਿ ਜਿਹੜਾ 1919 ਦਾ ਐਕਟ ਹੈ ਇਹਨੂੰ ਖਾਸ ਤੌਰ ਤੇ ਰਿਵਿਊ ਕੀਤਾ ਜਾਵੇ ਤੇ ਜਿਹੜੀਆਂ ਐਸਪੀਰੇਸ਼ਨਸ ਨੇ। ਹੈਲੋ, ਹਾਂਜੀ, ਆਵਾਜ਼ ਆ ਰਹੀ ਹੈ ਜੀ? ਹਾਂਜੀ ਬਿਲकुल ठीक चल रहे हैं सर, ਆਪਾਂ ਕੋਈ ਮਸਲਾ ਨਹੀਂ ਹੈ। ਚਲੋ, ਐਸਪੀਰੇਸ਼ਨਸ ਜਿਹੜੀਆਂ ਸੀਗੀਆਂ ਹਿੰਦੁਸਤਾਨੀਆਂ ਦੇ ਵੀ ਉਹ ਵੀ ਰਿਫਲੈਕਟ ਹੋਣ। ਸੋ 1927 ਦੇ ਵਿੱਚ ਸਾਈਮਨ ਕਮਿਸ਼ਨ ਆਉਂਦਾ। ਸਾਈਮਨ ਕਮਿਸ਼ਨ ਦਾ ਜਿਹੜਾ ਵਿਰੋਧ ਆ ਉਹ ਕਾਂਗਰਸ ਪਾਰਟੀ ਕਰਦੀ ਹੈ, ਮੇਨਲੀ ਇਹ ਕਰਦੀ ਹੈ। ਬਾਕੀ ਇਹਦਾ ਕਾਰਨ ਸੀ ਜਿਹੜਾ ਵਿਰੋਧ ਕਰਨ ਦਾ ਉਹ ਇਹ ਸੀਗਾ ਕਿ ਇਹਦੇ ਜਿਹੜੇ ਸਾਰੇ ਮੈਂਬਰ ਸੀ, 7 ਦੇ 7, ਉਹ ਸਾਰੇ ਬ੍ਰਿਟਿਸ਼ ਮੈਂਬਰ ਸੀ ਤੇ ਇੰਡੀਅਨ ਮੈਂਬਰ ਕੋਈ ਲਿਆ ਨਹੀਂ ਸੀ ਗਿਆ। ਇਹ ਇੱਕ ਕਾਰਨ ਸੀ। ਤੇ ਸਾਈਮਨ ਕਮਿਸ਼ਨ ਦੇ ਮੁਕਾਬਲੇ ਕਾਂਗਰਸ ਨੇ ਕੀ ਕੀਤਾ ਕਿ 1927 ਦੇ ਵਿੱਚ ਆਪਣੀ ਕਮੇਟੀ ਹੈ ਉਹ ਬਣਾਈ। ਉਹ ਕਮੇਟੀ ਹੈ ਜਿਹੜੀ, ਉਹਦਾ ਚੇਅਰਮੈਨ ਸੀ ਮੋਤੀ ਲਾਲ ਨਹਿਰੂ ਤੇ ਉਹਦੇ ਸਕੱਤਰ ਸਨ ਜਵਾਹਰ ਲਾਲ ਨਹਿਰੂ। ਸੋ ਪਿਓ ਪ੍ਰਧਾਨ ਸੀ ਤੇ ਉਹਦਾ ਸਕੱਤਰ ਪੁੱਤ ਸੀ। ਤੇ ਉਹਨਾਂ ਨੇ 1928 ਦੇ ਵਿੱਚ ਇੱਕ ਕਮੇਟੀ ਆਪਣੀ ਰਿਪੋਰਟ ਲਿਆਂਦੀ। ਉਹ ਜਿਹੜੀ ਰਿਪੋਰਟ ਹੈ ਉਹ ਨੋਨ ਹੈ ਐਜ਼ ਨਹਿਰੂ ਰਿਪੋਰਟ। ਤੇ ਨਹਿਰੂ ਰਿਪੋਰਟ ਦੀ ਖਾਸ ਚੀਜ਼ਾਂ ਜਿਹੜੀਆਂ ਉਹਨਾਂ ਨੇ ਰਿਕਮੈਂਡ ਕੀਤੀਆਂ ਸੀ ਉਹ ਸੀ ਡੋਮੀਨੀਅਨ ਸਟੇਟਸ ਦੀ ਮੰਗ ਸੀ। ਤੇ ਦੂਸਰਾ ਉਹਦੇ 'ਚ ਇਹ ਸੀਗਾ ਕਿ ਜਿਹੜਾ ਬਿੱਲ ਆਫ ਰਾਈਟਸ ਆ ਕਿ ਲੋਕਾਂ ਦਾ ਹੱਕ ਆ ਜਿਹੜਾ ਵੀ ਗਵਰਨਮੈਂਟ ਚੁਣਨ ਦਾ, ਐਗਜ਼ੈਕਟਿਵ ਚੁਣਨ ਦਾ ਤੇ ਜੁਡੀਸ਼ਰੀ ਦਾ, ਉਹਦੇ ਵਿੱਚ ਉਹਦੀ ਸਮੂਲੀਅਤ ਜ਼ਿਆਦਾ ਚਾਹੀਦੀ ਹੈ। ਬਾਕੀ ਜਿਹੜੀਆਂ ਰਿਕਮੈਂਡੇਸ਼ਨ ਸੀਗੀਆਂ ਉਹ ਸੀਗੀਆਂ ਕਿ ਯੂਨਿਟਰੀ ਟਾਈਪ ਆਫ ਗਵਰਨਮੈਂਟ, ਇਹ ਸੈਂਟਰ ਨੂੰ ਬਹੁਤ ਤਕੜਾ ਕਰਨਾ ਚਾਹੁੰਦੇ ਸੀ। ਤੇ ਜਿਹੜੀਆਂ ਸਟੇਟ ਦੀ ਆਟੋਨੋਮੀ ਆ ਜਾਂ ਹਿੰਦੁਸਤਾਨ ਦੀ ਮਲਟੀ ਨੈਸ਼ਨਲ ਜਿਹੜੀ ਉਹਦੀ ਐਗਜ਼ਿਸਟੈਂਸ ਆ ਉਹਦੀ ਡਿਨਾਇਲ ਸੀ। ਤੇ ਦੂਸਰਾ ਇਹਦੀ ਰਿਕਮੈਂਡੇਸ਼ਨ ਇਹ ਵੀ ਸੀ ਕਿ ਨੋ ਸੈਪਰੇਟ ਇਲੈਕਟੋਰੇਟ, ਕੋਈ ਵੱਖ-ਵੱਖ ਧਰਮਾਂ ਦੇ, ਵੱਖ-ਵੱਖ ਫਿਰਕਿਆਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਥਾਂ ਤੇ ਸਿਰਫ ਇੱਕ ਸਾਂਝਾ ਇਲੈਕਟੋਰੇਟ ਹੋਣਾ ਚਾਹੀਦਾ। ਤੇ ਜਿਹੜੀ ਲੈਂਗੁਏਜ ਹੈ ਉਹ ਸਾਂਝੇ ਹਿੰਦੁਸਤਾਨ ਦੀ ਉਹ ਹਿੰਦੁਸਤਾਨੀ ਹੋਏਗੀ, ਜਿਹੜੀ ਇਹ ਉਹਨਾਂ ਦੀ ਮੇਨ ਰਿਕਮੈਂਡੇਸ਼ਨ ਸੀਗੀ। ਤੇ ਮੁਸਲਿਮ ਲੀਗ ਨੇ ਨਹਿਰੂ ਕਮੇਟੀ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ, ਸਾਡੀਆਂ ਐਸਪੀਰੇਸ਼ਨਸ ਨੇ, ਮੁਸਲਮਾਨਾਂ ਦੇ ਜਿਹੜੇ ਇੰਟਰਸਟ ਨੇ ਉਹ ਉਹਦੇ ਵਿੱਚ ਰਿਫਲੈਕਟ ਨਹੀਂ ਹੁੰਦੇ। ਤੇ ਨਹਿਰੂ ਜਿਨਾਹ ਸਾਹਿਬ ਨੇ ਆਪਣੇ ਤੌਰ ਤੇ ਇੱਕ 14 ਨੁਕਾਤੀ ਪ੍ਰੋਗਰਾਮ ਲਿਆਂਦਾ। ਉਹ ਜਿਹੜਾ 14 ਨੁਕਾਤੀ ਜਾਂ 14 ਪੁਆਇੰਟਸ ਸੀਗੇ 1929 'ਚ, ਉਹਦੇ ਵਿੱਚ ਮੇਨਲੀ ਉਹਨਾਂ ਨੇ ਹਿੰਦੁਸਤਾਨ ਨੂੰ ਇੱਕ ਫੈਡਰਲ ਸਟਰਕਚਰ ਦੀ ਗੱਲ ਕੀਤੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਸਟੇਟਾਂ ਨੇ ਜਿਹੜੀਆਂ ਉਹ ਤਕੜੀਆਂ ਹੋਣੀਆਂ ਚਾਹੀਦੀਆਂ ਨੇ ਤੇ ਸੈਂਟਰ ਦੇ ਕੋਲ ਜਿਹੜੇ ਮੇਨ ਡਿਪਾਰਟਮੈਂਟਸ ਨੇ, ਲਾਈਕ ਜਿਸ ਤਰ੍ਹਾਂ ਕਿ ਫੋਰਨ ਅਫੇਅਰਸ ਹੋਏ, ਡਿਫੈਂਸ ਹੋਏ, ਕਰੰਸੀ ਹੋਈ। ਤੇ ਇੱਕ ਉਹਨਾਂ ਦੀ ਮੰਗ ਇਹ ਵੀ ਸੀ ਕਿ ਸਿੰਧ ਨੂੰ ਬੰਬੇ ਪ੍ਰੋਵਿੰਸ ਤੋਂ ਵੱਖਰਾ ਕੀਤਾ ਜਾਵੇ। ਬਾਕੀ ਮੰਗਾਂ ਉਹਨਾਂ ਦੀਆਂ ਸੀ ਕਿ ਮੁਸਲਮਾਨਾਂ ਨੂੰ ਆਪਣੀ ਆਬਾਦੀ ਦੇ ਲਿਹਾਜ਼ ਨਾਲ ਗਵਰਨਮੈਂਟ ਸਰਵਿਸ ਦੇ ਵਿੱਚ ਜਾਂ ਲੈਜਿਸਲੇਸ਼ਨ ਦੇ ਵਿੱਚ ਜਾਂ ਮਿਨਿਸਟਰੀਆਂ ਦੇ ਵਿੱਚ ਉਸ ਤਰ੍ਹਾਂ ਸਾਨੂੰ ਪ੍ਰਪੋਰਸ਼ਨੇਟਲੀ ਸਾਨੂੰ ਆਪਣੇ ਅਹੁਦੇ ਦਿੱਤੇ ਜਾਣ। ਜਦੋਂ ਸਾਈਮਨ ਕਮਿਸ਼ਨ ਆਇਆ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, ਚਾਹੇ ਇਸ ਦਾ ਵਿਰੋਧ ਹੋਇਆ, ਪਰ ਜਿਹੜਾ 1935 ਦਾ ਐਕਟ ਬਣਿਆ ਉਹਦੇ ਵਿੱਚ ਸਾਈਮਨ ਕਮਿਸ਼ਨ ਦੀਆਂ ਕੀ ਰਿਕਮੈਂਡੇਸ਼ਨ ਸੀਗੀਆਂ ਜਿਹੜੀਆਂ, ਔਰ ਖਾਸ ਤੌਰ ਤੇ ਸਟੇਟ ਆਟੋਨੋਮੀ ਦੇ ਨਾਲ ਰਿਲੇਟਡ ਸੀਗੀਆਂ, ਉਹ ਸਾਰੀ ਦੀਆਂ ਸਾਰੀਆਂ ਤਕਰੀਬਨ ਰਿਫਲੈਕਟ ਹੋਈਆਂ। ਤੇ ਔਰ ਇਸ ਦੇ ਦੌਰਾਨ ਸਾਈਮਨ ਕਮਿਸ਼ਨ ਦੇ ਨਾਲ ਤੋਂ ਬਾਅਦ ਇੱਕ ਰਾਊਂਡ ਟੇਬਲ ਕਾਨਫਰੰਸ ਵੀ ਕਈ ਹੋਈਆਂ ਇਸੇ ਪੀਰੀਅਡ ਦੇ ਦੌਰਾਨ 1930 ਦੇ ਵਿੱਚ, ਤੇ ਜਿਹਦੇ ਵਿੱਚ ਕਾਫੀ ਡਿਸਕਸ਼ਨ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਵਿੱਚ ਇੱਕ ਸਹਿਮਤੀ ਹੋ ਗਈ ਕਿ ਹਿੰਦੁਸਤਾਨ ਨੂੰ ਇੱਕ ਫੈਡਰਲ ਸਟਰਕਚਰ ਆ ਜਿਹੜਾ ਉਹ ਸਾਰਿਆਂ ਲਈ ਨੂੰ ਮਨਜ਼ੂਰ ਹੈ। ਜਿਹੜਾ ਕੋਈ ਫਰਕ ਸੀ ਉਹਦੀ ਡਿਟੇਲ ਤੇ ਸੀ ਕਿ ਇਸ ਨੂੰ ਇੰਪਲੀਮੈਂਟ ਕਿੱਦਾਂ ਕਰਨਾ, ਜੇ ਇਹਦੀਆਂ ਡਿਟੇਲਸ ਨੇ ਜਿਹੜੀਆਂ ਕੀ ਹੋਣਗੀਆਂ। ਤੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਸਾਈਮਨ ਕਮਿਸ਼ਨ ਲੇਬਰ ਗਵਰਨਮੈਂਟ ਨੇ ਕੀਤਾ ਸੀ, ਇਲੈਕਸ਼ਨਾਂ ਹੋਈਆਂ ਯੂਕੇ ਦੇ ਵਿੱਚ,
ਤੇ ਉਹ ਫਿਰ ਮੁੜ ਕੇ ਕੰਜ਼ਰਵੇਟਿਵ ਗਵਰਨਮੈਂਟ ਆ ਗਈ। ਕੰਜ਼ਰਵੇਟਿਵ ਗਵਰਨਮੈਂਟ ਨੇ ਇੱਕ ਆਪਣਾ 1933 ਦੇ ਵਿੱਚ, ਮਾਰਚ 1933 ਚ ਉਹਨੇ ਇੱਕ ਆਪਣਾ ਜਿਹੜਾ ਵਾਈਟ ਪੇਪਰ ਆ ਉਹ ਇਸ਼ੂ ਕੀਤਾ। ਜਿਹੜੇ ਕੰਜ਼ਰਵੇਟਿਵ ਸੀਗੇ ਉਹਨਾਂ ਦਾ ਇੱਕ ਮੇਨ ਫਿਕਰ ਇਹ ਸੀਗਾ ਕਿ ਹਿੰਦੁਸਤਾਨ ਦੇ ਲੋਕ ਨੇ ਜਿਹੜੇ ਉਹ ਜੇ ਆਪਣੇ ਰਾਜ ਕਰਨ ਦੇ ਕਾਬਿਲ ਨਹੀਂ, ਜੇ ਅਸੀਂ ਇਹਨਾਂ ਨੂੰ ਥੋੜ੍ਹੇ ਬਹੁਤੇ ਵੀ ਅਸੀਂ ਅਖਤਿਆਰਾਤ ਹੋਰ ਦਿੰਦੇ ਹਾਂ ਤੇ ਉਹਦੇ ਨਾਲ ਗੜਬੜ ਹੋ ਸਕਦੀ ਹੈ। ਸੋ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਕਿ ਠੀਕ ਹੈ ਉਹਨਾਂ ਦੀ ਪਾਰਟੀਸਪੇਸ਼ਨ ਕੁਛ ਹੋਰ ਵੀ ਹੋਵੇ, ਪਰ ਨਾਲ ਜਿਹੜੇ ਸੇਫ ਗਾਰਡਸ ਨੇ ਉਹ ਵੀ ਕਾਫੀ ਰੱਖੇ ਜਾਣ। ਤੇ ਅਲਟੀਮੇਟਲੀ ਜਿਹੜਾ ਵਾਇਸਰਾਏ ਕੋਲ ਉਹਨਾਂ ਨੇ ਕਾਫੀ ਪਾਵਰਸ ਜਿਹੜੀਆਂ ਸੀ ਇਵੈਂਚੁਅਲੀ ਉਹ ਸਾਰੀਆਂ ਦਿੱਤੀਆਂ। ਤੇ ਜਿਹੜੇ ਇਹਦੇ ਸਿਗਨੀਫਿਕੈਂਟ ਆਸਪੈਕਟਸ ਸੀਗੇ, ਔਰ 1935 ਦਾ ਜਿਹੜਾ ਐਕਟ ਹੈ ਉਹ ਬੇਸਿਕਲੀ ਜਿਹੜਾ ਵਾਈਟ ਪੇਪਰ ਉਹਨਾਂ ਨੇ ਛਾਪਿਆ ਸੀ ਉਹ, ਤੇ ਪਲੱਸ ਸਾਈਮਨ ਕਮਿਸ਼ਨ, ਇਹਨਾਂ ਦੋਨਾਂ ਦੀਆਂ ਜਿਹੜੀਆਂ ਰਿਕਮੈਂਡੇਸ਼ਨਸ ਨੇ ਉਹਨਾਂ ਨੂੰ ਰਿਫਲੈਕਟ ਕਰਦਾ। ਔਰ ਜਿਹੜੀਆਂ ਇਹਦੀਆਂ ਮੇਨ ਸਿਗਨੀਫਿਕੈਂਟ ਆਸਪੈਕਟ ਸੀਗੇ ਇਹਦੇ ਐਕਟ ਦੇ, ਉਹ ਇਹ ਸੀਗੇ ਕਿ ਇੱਕ ਤਾਂ ਇਹਨਾਂ ਨੇ ਹਿੰਦੁਸਤਾਨ ਨੂੰ ਇੱਕ ਮਲਟੀਨੈਸ਼ਨਲ ਕੰਟਰੀ ਮੰਨਿਆ, ਜਿਹਦੇ ਵਿੱਚ ਜਿਹੜੀਆਂ ਸਟੇਟਾਂ ਨੇ, ਪ੍ਰੋਵਿੰਸਸ ਨੇ, ਉਹਨਾਂ ਨੂੰ ਆਟੋਨੋਮੀ ਹੈ ਜਿਹੜੀ ਹੋਰ ਦਿੱਤੀ। ਤੇ ਆਲ ਇੰਡੀਆ ਲੈਵਲ ਦੇ ਉੱਤੇ ਉਹਨਾਂ ਨੇ ਇੱਕ ਫੈਡਰੇਸ਼ਨ ਆਫ ਇੰਡੀਆ ਦੀ ਗੱਲ ਵੀ ਕੀਤੀ। ਇਹ ਜਿਹੜੀ ਫੈਡਰੇਸ਼ਨ ਆਫ ਇੰਡੀਆ ਦੀ ਗੱਲ ਸੀ, ਇਹਦੇ ਵਿੱਚ ਉਹਨਾਂ ਨੇ ਜਿਹੜੇ ਪ੍ਰੋਵਿੰਸਸ, ਜਿਹੜੇ ਪ੍ਰਿੰਸਲੀ ਸਟੇਟ ਸੀਗੇ, ਬ੍ਰਿਟਿਸ਼ ਇੰਡੀਆ ਪਲੱਸ ਪ੍ਰਿੰਸਲੀ ਸਟੇਟਸ, ਇਹਨਾਂ ਦੀ ਯੂਨੀਅਨ ਦੀ ਗੱਲ ਵੀ ਉਹਨਾਂ ਨੇ ਕੀਤੀ ਸੀ। ਬਾਕੀ ਇਹਦੇ ਐਕਟ ਦੇ ਥੱਲੇ ਜਿਹੜੀ ਰਾਈਟ ਟੂ ਵੋਟ ਆ ਜਾਂ ਪਾਰਟੀਸਪੇਸ਼ਨ ਆ ਉਹ ਬੜੀ ਰਿਸਟ੍ਰਿਕਟਡ ਸੀਗੀ। ਅਰਾਊਂਡ 10 ਤੋਂ 15% ਦੇ ਲੋਕਾਂ ਨੂੰ, ਕੁੱਲ ਆਬਾਦੀ ਦੇ 10 ਤੋਂ 15% ਦੇ ਲੋਕਾਂ ਨੂੰ ਹੱਕ ਦਿੱਤੇ ਗਏ ਸਨ ਵੋਟ ਦੇ। ਤੇ ਉਹਦਾ ਜਿਹੜਾ ਕਾਰਨ ਸੀ ਉਹਨਾਂ ਦੀ ਪੜ੍ਹਾਈ ਐਜੂਕੇਸ਼ਨ ਕਿੰਨੀ ਆ, ਜਾਂ ਲੈਂਡਡ ਪ੍ਰਾਪਰਟੀ ਕਿੰਨੀ ਆ, ਜਾਂ ਹੋਰ ਜਾਇਦਾਦ ਕਿੰਨੀ ਆ, ਉਹ ਕਈ ਉਹਦੇ ਕ੍ਰਾਈਟੇਰੀਆ ਸੀ। ਉਹ ਕ੍ਰਾਈਟੇਰੀਆ ਦੇ ਬੇਸ ਦੇ ਉੱਤੇ ਉਹਨਾਂ ਨੇ ਇਹ ਰਾਈਟ ਟੂ ਵੋਟ ਦਿੱਤਾ ਸੀ। ਜਿਹੜੀਆਂ ਗੱਲਾਂ ਇਸ ਦੌਰਾਨ ਹੋਈਆਂ ਇਸ ਐਕਟ ਦੇ ਆਉਣ ਦੇ ਨਾਲ, ਉਹ ਇਹ ਸੀ ਕਿ ਇੱਕ ਤਾਂ ਸਿੰਧ ਨੂੰ ਬੰਬੇ ਪ੍ਰੋਵਿੰਸ ਤੋਂ ਸੈਪਰੇਟ ਕੀਤਾ ਗਿਆ। ਬਿਹਾਰ ਤੇ ਉੜੀਸਾ ਪਹਿਲਾਂ ਇੱਕ ਸਟੇਟ ਸੀ, ਇਹਦੇ 2 ਸਟੇਟਸ ਬਣਾਈਆਂ ਗਈਆਂ। ਤੇ ਬਰਮਾ ਨੂੰ ਕੰਪਲੀਟਲੀ ਹਿੰਦੁਸਤਾਨ ਤੋਂ ਸੈਪਰੇਟ ਕਰ ਦਿੱਤਾ ਗਿਆ। ਤੇ ਅਦਨ ਜਿਹੜੀ ਸਪੋਰਟ ਆ, ਜਿਹੜੀ ਅੱਜ ਕੱਲ੍ਹ ਸਾਊਦੀ ਅਰੇਬੀਆ ਦੇ ਯੂਨਾਈਟਿਡ ਅਰਬ ਰਿਪਬਲਿਕ, ਉਹਦੇ ਮੇਨ ਬੰਦਰਗਾਹ ਉਸ ਵੇਲੇ ਅੰਗਰੇਜ਼ਾਂ ਦੇ ਅੰਡਰ ਸੀ, ਇਹ ਵੀ ਬ੍ਰਿਟਿਸ਼ ਇੰਡੀਆ ਦਾ ਪਾਰਟ ਸੀ। ਸੋ ਇਹਨੂੰ ਵੀ ਸੈਪਰੇਟ ਕੀਤਾ ਗਿਆ। ਸੋ ਇਹ ਚੀਜ਼ਾਂ ਦੇ ਨਾਲ ਫਿਰ ਕੀ ਹੁੰਦਾ ਕਿ ਫੈਡਰਲ ਲੈਵਲ ਦੇ ਉੱਤੇ ਸੈਂਟਰਲ ਅਸੈਂਬਲੀ ਬਣਦੀ ਹੈ, ਹੋਂਦ ਵਿੱਚ ਆਉਂਦੀ ਹੈ। ਤੇ ਪ੍ਰੋਵਿੰਸਸ ਦੇ ਲੈਵਲ ਦੇ ਉੱਤੇ ਜਿਹੜੀਆਂ ਪ੍ਰੋਵਿੰਸਲ ਅਸੈਂਬਲੀਜ਼ ਆਉਂਦੀਆਂ ਨੇ। ਫੈਡਰਲ ਕੋਰਟ ਆ ਉਹ ਬਣਾਈ ਜਾਂਦੀ ਹੈ, ਸੈਂਟਰਲ ਅਸੈਂਬਲੀ ਬਣਾਈ ਜਾਂਦੀ ਆ, ਤੇ ਰਿਜ਼ਰਵ ਬੈਂਕ ਆਫ ਇੰਡੀਆ ਬਣਦਾ। ਸੋ ਜਿਹੜੇ ਕੀ ਇੰਸਟੀਟਿਊਸ਼ਨ ਸੀਗੇ ਫੈਡਰਲ ਲੈਵਲ ਤੇ ਉਹ ਸਟੈਬਲਿਸ਼ ਹੁੰਦੇ ਨੇ। ਤੇ 1936 ਦੇ ਵਿੱਚ ਇਹ ਐਕਟ ਆ ਜਿਹੜਾ ਇਹ ਲਾਗੂ ਹੋ ਜਾਂਦਾ। 36 ਦੇ ਵਿੱਚ ਐਕਟ ਹੋ ਜਾਂਦਾ। 1936 ਦੇ ਅਖੀਰ ਦੇ ਵਿੱਚ ਜਾ ਕੇ ਫਿਰ ਇਲੈਕਸ਼ਨਾਂ ਹੁੰਦੀਆਂ ਨੇ, ਤੇ ਜਿਨ੍ਹਾਂ ਦਾ ਰਿਜ਼ਲਟ ਆ ਉਹ ਫਰਵਰੀ 1937 ਦੇ ਵਿੱਚ ਅਨਾਉਂਸ ਕੀਤਾ ਜਾਂਦਾ। ਉਹ ਰਿਜ਼ਲਟ ਦੇ ਵਿੱਚ 7 ਕਿ 8 ਸਟੇਟਾਂ ਦੇ ਵਿੱਚ ਕਾਂਗਰਸ ਨੂੰ ਮੈਜੋਰਟੀ ਮਿਲਦੀ ਹੈ। ਤੇ ਬਾਕੀ ਬੰਗਾਲ ਦੇ ਵਿੱਚ ਜਿਹੜੀ ਬੰਗਾਲ ਕ੍ਰਿਸ਼ਕ ਪਾਰਟੀ ਆ, ਕਾਂਗਰਸ ਪਾਰਟੀ ਵੀ ਹੈ, ਤੇ ਮੁਸਲਿਮ ਲੀਗ ਆ, ਇਹਨਾਂ ਨੂੰ ਰਲੀਆਂ ਮਿਲੀਆਂ ਸੀਟਾਂ ਮਿਲਦੀਆਂ ਨੇ। ਪੰਜਾਬ ਦੇ ਵਿੱਚ ਉਸ ਵੇਲੇ ਜਿਹੜੀ ਮੇਨ ਪਾਰਟੀ ਹੈ ਉਹ ਯੂਨੀਅਨਿਸਟ ਪਾਰਟੀ ਹੈ, ਜਿਹੜੀ ਪੰਜਾਬ ਦੀ ਸਾਂਝੀ ਪਾਰਟੀ ਹੈ, ਜਿਹਦੇ ਵਿੱਚ ਮੁਸਲਿਮ, ਹਿੰਦੂ, ਸਿੱਖ, ਖਾਸ ਤੌਰ 'ਤੇ ਕਿਰਸਾਨੀ ਜਾਂ ਜ਼ਿਮੀਂਦਾਰੀ ਹੈ ਜਿਹੜੀ, ਤੇ ਉਹ ਉਹਦੇ ਸ਼ਾਮਲ। ਤੇ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨ ਹੁੰਦੀ ਹੈ 1937 ਦੇ ਵਿੱਚ, ਤਾਂ ਉਹਦੇ ਵਿੱਚ ਯੂਨੀਅਨਿਸਟ ਪਾਰਟੀ ਹੈ ਜਿਹੜੀ ਉਹ ਸਿੰਗਲ ਲਾਰਜੈਸਟ ਪਾਰਟੀ ਤੇ ਮੈਜੋਰਿਟੀ ਪਾਰਟੀ ਬਣ ਕੇ ਉੱਭਰਦੀ ਹੈ। ਤੇ ਇਹ ਇਹਦਾ ਬੈਕਗਰਾਊਂਡ ਹੈ 1935 ਦੇ ਐਕਟ ਦਾ।
ਤੇ ਇਹਦੀਆਂ ਕੀ ਚੀਜ਼ਾਂ ਇਹੀ ਨੇ ਕਿ ਫੈਡਰਲ ਸਟਰਕਚਰ ਸੀ ਮੰਨਿਆ ਗਿਆ ਮੇਨਲੀ, ਤੇ ਪਰ ਵਾਇਸਰਾਏ ਦੇ ਕੋਲ ਤੇ ਗਵਰਨਰਸ ਦੇ ਕੋਲ ਜਿਹੜੀਆਂ ਪਾਵਰਸ ਨੇ ਉਹ ਇੱਕ ਤਰ੍ਹਾਂ ਦੀਆਂ ਵੀਟੋ ਪਾਵਰਸ ਵੀ ਉਹਨਾਂ ਕੋਲ ਸੀਗੀਆਂ, ਤੇ ਜਿਹੜੇ ਸੈਂਟਰਲ ਲੈਵਲ ਦੇ ਉੱਤੇ ਜਿਹੜਾ ਪਾਰਟਿਸਪੇਸ਼ਨ ਸੀ ਜਿਹੜੀ ਉਹ ਉਹਨਾਂ ਨੇ ਸੀਖ ਕੀਤੀ ਸੀ ਕਿ ਸ਼ਮੂਲੀਅਤ ਪ੍ਰਿੰਸਸ ਦੀ ਵੀ ਹੋ ਜੇ, ਪਰ ਕਿਉਂਕਿ ਫਿਰ ਜੰਗ ਲੱਗ ਜਾਂਦੀ ਹੈ 1939 ਚ, ਉਹ ਚੀਜ਼ ਰਹਿ ਜਾਂਦੀ ਹੈ। ਸੋ ਪ੍ਰਿੰਸਲੀ ਸਟੇਟ ਸੀਗੀਆਂ, ਉਹ ਫੈਡਰਲ ਇੰਡੀਆ ਦਾ, ਯੂਨਾਈਟਿਡ ਫੈਡਰਲ ਇੰਡੀਆ ਦਾ ਹਿੱਸਾ ਨਹੀਂ ਬਣੀ। ਤੇ ਜਿਹੜੀ ਉਹਨਾਂ ਦੀ ਪਲੈਨਿੰਗ ਸੀ ਉਹਦੇ ਵਿੱਚ ਇਹ ਸੀਗਾ ਕਿ 60% ਦੇ ਕਰੀਬ ਬ੍ਰਿਟਿਸ਼ ਇੰਡੀਆ ਦੀ ਪਾਰਟਿਸਪੇਸ਼ਨ ਤੇ 40% ਦੇ ਕਰੀਬ ਉਹਨਾਂ ਨੇ ਪ੍ਰਿੰਸਲੀ ਸਟੇਟਸ ਨੂੰ ਪਾਰਟਿਸਪੇਸ਼ਨ ਸੈਂਟਰਲ ਅਸੈਂਬਲੀ ਦੇ ਵਿੱਚ ਕੀਤੀ ਸੀ। ਸੋ ਇਹ ਦੀ ਬੈਕਗਰਾਉਂਡ ਆ, ਇਹ ਬੈਕਗਰਾਉਂਡ ਮੈਂ ਇਸ ਕਰਕੇ ਦੱਸੀ ਆ ਵੀ ਤਾਂ ਕਿ ਅਸੀਂ 1935 ਦੇ ਐਕਟ ਤੇ ਉਸ ਤੋਂ ਬਾਅਦ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਨੇ ਤੇ ਉਹਨਾਂ ਦਾ ਕੀ ਇੰਪੈਕਟ ਹੁੰਦਾ ਆਉਣ ਵਾਲੀਆਂ ਘਟਨਾਵਾਂ ਤੇ ਕੀ ਡਿਫਰੈਂਟ ਪਾਰਟੀਆਂ ਦੀਆਂ ਪੋਜੀਸ਼ਨ ਸੀ, ਤੇ ਉਹ ਕਿਸ ਤਰ੍ਹਾਂ ਫਿਰ ਇਹ ਵੰਡ, ਹਿੰਦੁਸਤਾਨ ਦੀ ਵੰਡ ਵਾਲੇ ਨੂੰ ਸਾਰਾ ਕੁਝ ਤੁਰ ਪਿਆ। ਤੇ ਇਹ ਬਹੁਤ ਜ਼ਰੂਰੀ ਹੈ, ਜਿੱਦਾਂ ਸਿੱਖਾਂ ਨੇ ਪਹਿਲਾਂ ਗੱਲ ਕਹੀ ਆ ਕਿ ਵੰਡ ਸੰਨ 47 ਦੀ ਹੋ ਗਈ, ਵੰਡ ਇੱਕ ਦਿਨ 'ਚ ਨਹੀਂ ਹੋਈ। ਸੋ ਇਸ ਕਰਕੇ ਸਾਨੂੰ ਜਿਹੜੇ ਰੂਟਸ ਨੇ ਜਾਂ ਪ੍ਰੋਸੈਸ ਆ ਜਿਹੜਾ ਪਿੱਛੋਂ ਚੱਲਿਆ ਉਹ ਜਾਣਨ ਦੀ ਸਾਨੂੰ ਲੋੜ ਆ। ਤੇ ਮੈਂ ਕਹਾਂਗਾ ਵੀ ਰਿਆਜ਼ ਸਾਹਿਬ ਤੁਸੀਂ ਇਸ ਦੇ ਸਾਰਾ ਜਿਹੜਾ ਹੋਰ ਹੈ ਚਾਨਣਾ ਪਾਓ। ਮਿਹਰਬਾਨੀ। ਸ਼ੁਕਰੀਆ ਡਾਕਟਰ ਹਰਿੰਦਰ ਸਿੰਘ ਜੀ, ਤੁਸੀਂ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਬਹੁਤ ਵਿਸਥਾਰ ਨਾਲ ਜਿਹੜਾ ਦੱਸਿਆ। ਅਸੀਂ ਜਿਹੜੇ ਲੋਕ ਸਾਨੂੰ ਫੇਸਬੁੱਕ 'ਤੇ ਜੁੜੇ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ ਜੀ, ਸਾਡੇ ਨਾਲ ਵੇਖ ਰਹੇ ਨੇ। ਕੋਈ ਇੱਕ ਦੋ ਸਵਾਲ ਜਿਹੜੇ ਪ੍ਰੋਫੈਸਰ ਸਾਹਿਬ ਤੁਹਾਡੇ ਲਈ ਆਏ ਨੇ ਉਹ ਤੁਸੀਂ ਨੋਟ ਕਰ ਸਕਦੇ ਹੋ। ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਸਾਈਮਨ ਕਮਿਸ਼ਨ ਦੇ ਵਿੱਚ ਸਿੱਖਾਂ ਦਾ ਕੀ ਰਿਸਪੌਂਸ ਸੀਗਾ, ਇਹਦੇ ਬਾਰੇ ਇੱਕ ਸਵਾਲ ਨਜ਼ਰ ਹੋਇਆ। ਤੇ ਜਿਹੜੀ ਪੋਰਟ ਦੀ ਗੱਲ ਕੀਤੀ ਹੈ, ਯੈਮਨ ਦੀ ਪੋਰਟ ਸੀ, ਨਾ ਕਿ ਸਾਊਦੀ ਅਰਬੀਆ ਦੀ ਪੋਰਟ ਸੀ, ਉਹ ਤੁਸੀਂ ਕ੍ਰਾਸ ਚੈੱਕ ਕਰ ਸਕਦੇ ਜੇ। ਮੈਂ ਗੱਲਬਾਤ ਨੂੰ ਅੱਗੇ ਵਧਾਉਂਦਾ ਹਾਂ ਕਿਉਂਕਿ 1935 ਤੇ 40 ਦਾ ਜਿਹੜਾ ਪੀਰੀਅਡ ਹੈ ਬਹੁਤ ਇੰਪੋਰਟੈਂਟ ਆ, ਤੇ ਇਸ ਦੇ ਲਈ ਹੁਣ ਤੁਹਾਡੇ ਰੂਬਰੂ ਹੋਣਗੇ ਸ਼੍ਰੀ ਆਮਿਰ ਰਿਆਜ਼ ਟੂਟੂ ਜੀ। ਜਨਾਬ ਆਪਣੇ ਵਿਚਾਰ ਰੱਖਣਗੇ ਤੇ ਉਸ ਤੋਂ ਬਾਅਦ ਜੋ ਵੀ ਗੱਲਾਂ ਬਾਤਾਂ ਹੋਣਗੀਆਂ ਅਸੀਂ ਉਹਨਾਂ ਨੂੰ ਬਤਾਵਾਂਗੇ। ਤੁਹਾਡੇ ਰੂਬਰੂ ਹੋ ਰਹੇ ਨੇ ਸ਼੍ਰੀ ਆਮਿਰ ਜਨਾਬ ਅਲੀ। ਹਾਂਜੀ, ਜਿਹੜੀ ਗੱਲਾਂ ਤੁਸੀਂ ਸੁਣੀਆਂ, ਤੁਸੀਂ ਥੋੜ੍ਹਾ ਜਿਹਾ ਸਾਨੂੰ ਅੰਦਾਜ਼ਾ ਹੁੰਦਾ ਹੈ ਕਿ 1935 ਤੋਂ ਪਹਿਲੇ ਕੀ ਕੁਛ ਹੋ ਰਿਹਾ ਸੀ। ਕੁਛ ਉਹਦੇ 'ਚ ਮੈਂ ਚੀਜ਼ਾਂ ਐਡ ਕਰਾਂਗਾ ਕਿਉਂਕਿ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਦੱਸਣੀਆਂ ਜ਼ਰੂਰੀ ਵੀ ਹੈਗੀਆਂ ਨੇ। ਮਸਲਨ ਇਹ ਜਿਹੜੀ 20th ਸੈਂਚੁਰੀ ਸ਼ੁਰੂ ਹੋਈ, ਇਹਦੇ ਵਿੱਚ ਹੀ ਕੁਛ ਫੈਸਲੇ ਐਸੇ ਹੋ ਗਏ ਸਨ ਜਿਨ੍ਹਾਂ ਬਾਹਰ ਜਾ ਕੇ ਬਹੁਤ ਅਸਰ ਪਾਇਆ ਸਾਡੀ ਪੋਲੀਟਿਕਸ ਦੇ ਉੱਤੇ। ਅਗਲੇ 50 ਸਾਲ ਦੀ ਪੋਲੀਟਿਕਸ 'ਤੇ ਉਹਨਾਂ ਦਾ ਬਹੁਤ ਹੱਥ ਹੈਗਾ। ਉਹਨਾਂ 'ਚੋਂ ਸਭ ਤੋਂ ਜਿਹੜਾ ਅਹਿਮ ਫੈਸਲਾ ਸੀ ਉਹ 1901 ਵਿੱਚ ਪੰਜਾਬ ਦੀ ਵੰਡ ਹੈਗੀ ਸੀ। 1901 ਵਿੱਚ, ਯਾਨੀ ਜਦੋਂ NWFP ਬਣਾਇਆ ਗਿਆ। NWFP ਦਾ ਬਣਨਾ ਜਿਹੜਾ ਹੈਗਾ ਉਹ ਪੰਜਾਬੀ ਮੁਸਲਮਾਨਾਂ ਨੂੰ ਤਾਂ ਇਹ ਲੱਗਦਾ ਸੀ ਕਿ ਇਸ ਖਿੱਤੇ ਦੇ ਵਿੱਚ ਉਹਨਾਂ ਦੀ ਤਾਦਾਦ ਘਟ ਗਈ ਹੈ NWFP ਬਣਨ ਦੇ ਨਾਲ, ਕਿਉਂਕਿ ਉਸ ਵੇਲੇ ਦਿੱਲੀ ਤੋਂ ਲੈ ਕੇ ਪਿਸ਼ੌਰ ਤੱਕ ਪੰਜਾਬ ਹੈਗਾ ਸੀ। ਤੇ ਉਹਨਾਂ ਨੂੰ ਲੱਗਿਆ ਕਿ ਇਹਦੇ 'ਚੋਂ ਚੰਗੀ ਭਲੀ ਪਰਸੈਂਟੇਜ ਮੁਸਲਮਾਨਾਂ ਦੀ ਨਿਕਲ ਗਈ ਹੈ। ਉਹਦੇ ਵਿੱਚ ਜਿਹੜੇ ਹੈਗੇ ਸਨ ਮਤਲਬ ਜਿਹੜੇ ਬਹੁਤ ਸਾਰੇ ਹਿੰਦੂ ਨੈਸ਼ਨਲਿਸਟ ਹੈਗੇ ਸਨ, ਉਹਨਾਂ ਨੂੰ ਇਹ ਲੱਗਿਆ ਕਿ ਇੱਕ ਹੋਰ ਮੁਸਲਿਮ ਸੂਬਾ ਬਣ ਗਿਆ। ਯਾਨੀ ਅੱਗੇ ਹੀ ਮਤਲਬ ਮੁਸਲਿਮ ਸੂਬੇ ਹੈਗੇ ਨੇ ਤੇ ਇੱਕ ਹੋਰ ਬਣ ਗਿਆ ਸੂਬਾ ਜਿਹੜਾ ਹੈਗਾ ਨਾ, ਸੂਬਾ ਸਰਹੱਦ ਦੇ ਨਾਲ। ਪਰ ਅੰਗਰੇਜ਼ ਜਿਹੜਾ ਹੈਗਾ ਉਹਦੇ ਵਾਸਤੇ ਦੋਨਾਂ ਗੱਲਾਂ ਦੀ ਅਹਿਮੀਅਤ ਸਾਨਵੀ ਸੀ ਜਾਂ ਸ਼ਾਇਦ ਨਾ ਹੀ ਸੀ। ਉਹਨਾਂ ਵਾਸਤੇ ਅਹਿਮੀਅਤ ਇਸ ਗੱਲ ਦੀ ਸੀ ਕਿ ਉਹਨਾਂ ਦੀ 3 ਡਕ ਪਾਲਿਸੀ ਜਿਹੜੀ ਹੈਗੀ ਹੈ, ਜਿਹਦਾ ਜ਼ਿਕਰ ਬੜੀ ਧਿਆਨ ਦੇ ਨਾਲ ਉਹਨਾਂ ਨੇ ਫਰੰਟੀਅਰ ਫਾਰਵਰਡ ਪਾਲਿਸੀ ਦੇ ਤਹਿਤ ਆਪਣੇ ਡਾਕੂਮੈਂਟਸ ਦੇ ਵਿੱਚ ਵੀ ਕੀਤਾ ਹੈਗਾ, ਬੜੇ ਹੁਸ਼ਿਆਰੀ ਦੇ ਨਾਲ। ਜਿਹੜੀ ਮਿਕਟਾਫ ਦੇ ਲਾਹੌਰ ਵਿਜ਼ਿਟ 1809 ਤੋਂ ਹੀ ਸ਼ੁਰੂ ਤੋਂ ਪਹਿਲੇ ਬਣੀ ਹੋਈ ਸੀ ਕਿਤੇ, ਪਰ ਉਹਦੀ ਚੀਜ਼ਾਂ ਮੌਜੂਦ ਹੈਗੀਆਂ ਨੇ। ਉਹ ਉਹਦਾ ਇੱਕ ਹਿੱਸਾ ਹੈਗਾ ਸੀ ਕਿ ਜਦੋਂ ਉਹਨਾਂ ਨੇ ਰਾਈਜ਼ ਆਫ ਜਰਮਨੀ ਤੋਂ, ਬਿਸਮਾਰਕ ਦੇ ਜਰਮਨੀ ਤੋਂ ਘਬਰਾ ਕੇ 1883 ਦੇ ਵਿੱਚ ਪਹਿਲੇ ਫਰਾਂਸ, ਰੂਸ ਔਰ ਅੰਗਰੇਜ਼ਾਂ ਨੇ ਮਿਲ ਕੇ ਇੱਕ ਐਗਰੀਮੈਂਟ ਕੀਤਾ, ਜਿਹੜਾ ਟ੍ਰਾਈਪਾਰਟੇਟ ਐਗਰੀਮੈਂਟ ਹੈਗਾ ਸੀ। ਉਹਦੇ 'ਤੇ ਪਹਿਲੇ ਅਮਲ ਕਰਦੇ ਹੋਏ ਉਹਨਾਂ ਨੇ
ਅਫਗਾਨਿਸਤਾਨ ਨੂੰ ਇੱਕ ਆਜ਼ਾਦ ਮੁਲਕ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਤਾਸ਼ਕੰਦ ਤੋਂ ਜਿਹੜਾ ਹੈਗਾ ਮੀਰ ਅਬਦੁਰ ਰਹਿਮਾਨ ਲੱਭ ਕੇ ਤੇ ਉਹਨੂੰ ਜਿਹੜਾ ਹੈਗਾ ਬਿਠਾ ਕੇ ਤੇ ਇੱਕ ਅਫਗਾਨਿਸਤਾਨ ਮੁਲਕ ਬਣਾਉਣ ਦੀ ਕੋਸ਼ਿਸ਼ ਕੀਤੀ। ਇਹ ਪਹਿਲਾ ਉਹਦਾ ਕੰਮ ਸੀ 3 ਡਕ ਪਾਲਿਸੀ ਦਾ। 3 ਡਕ ਪਾਲਿਸੀ ਦਾ ਦੂਸਰਾ ਕੰਮ ਇਹ ਸੀ ਕਿ 1890s ਦੇ ਵਿੱਚ ਆਮੂ ਦੇ ਕੋਲ ਇੱਕ ਕੰਧ ਬਣਾਈ ਜਿਹੜੀ ਰੂਸੀਆ ਨੂੰ ਅਫਗਾਨਿਸਤਾਨ ਤੋਂ ਅਲੱਗ ਕਰਦੀ ਸੀ, ਔਰ ਡਿਊਰਨ ਲਾਈਨ ਬਣਾਈ ਜਿਹੜੀ ਇੱਥੇ ਸਾਨੂੰ ਅਲੱਗ ਕਰਦੀ ਸੀ, ਕਾਬਲ ਤੋਂ ਕੰਧਾਰ ਤੋਂ ਅਲੱਗ ਕਰਦੀ ਸੀ। ਇਹ ਉਹਦਾ ਦੂਜਾ ਪਾਰਟ ਹੈਗਾ ਸੀ। ਉਹਦਾ ਤੀਜਾ ਪਾਰਟ ਜਿਹੜਾ ਹੈਗਾ ਸੂਬਾ ਸਰਹੱਦ ਔਰ ਫਾਟਾ ਦਾ ਕਿਆਮ ਹੈਗਾ। ਇਹ 3 ਡਕ ਪਾਲਿਸੀ ਦੇ ਉੱਤੇ ਉਹਨਾਂ ਨੇ ਲਿਖਿਆ ਵੀ ਹੈਗਾ, ਔਰ ਉਹਨਾਂ ਨੂੰ ਇਹ ਡਰ ਹੈਗਾ ਸੀ ਕਿ ਜਰਮਨਜ਼ ਅਗਰ ਆਉਣਗੇ ਸਾਨੂੰ ਫਾਰਗ ਕਰਨ ਵਾਸਤੇ ਰਸਤੇ ਤੋਂ, ਤੇ ਉਹ ਇਹਨਾਂ ਰਸਤਿਆਂ ਤੋਂ ਹੀ ਆਉਣਗੇ। ਔਰ ਅਸੀਂ ਬਾਅਦ ਦੇਖਿਆ ਵੀ ਕਿ ਇੱਥੇ ਬਣਨ ਵਾਲੀ ਬਹੁਤ ਸਾਰੀ ਟੈਰਰਿਸਟ ਲਹਿਰਾਂ ਜਿਹੜੀਆਂ ਨੇ, ਜਿਨ੍ਹਾਂ ਨੂੰ ਅੱਜ ਟੈਰਰਿਸਟ ਅਸੀਂ ਕਹਿੰਦੇ ਹਾਂ, ਅੱਜ ਅਸੀਂ ਉਹਨਾਂ ਨੂੰ ਰੈਡੀਕਲਾਈਜ਼ ਕਹਿੰਦੇ ਹਾਂ। ਨਵਾਂ ਲਫ਼ਜ਼ ਆਇਆ ਨਾ ਸਾਡੇ ਕਲਮਿਆਂ ਦੇ ਅੰਦਰ ਕਿ ਰੈਡੀਕਲ ਕਹਿ ਕੇ ਤਾਂ ਫਾਰਗ ਕਰ ਦਿਓ। ਤੇ ਉਹ ਸਾਰਿਆਂ ਦੇ ਵਿੱਚ ਜਰਮਨ ਅਸਰ ਜਿਹੜਾ ਹੈਗਾ ਉਹ ਮੌਜੂਦ ਹੈਗਾ, ਜਰਮਨ ਰਾਬਤੇ ਮੌਜੂਦ ਹੈਗੇ ਨੇ, ਯਾਨੀ 1890s ਤੋਂ ਮੌਜੂਦ ਹੈਗੇ ਨੇ, 1888 ਤੋਂ ਮੌਜੂਦ ਹੈਗੇ ਨੇ। ਔਰ ਇਹ ਜਿਹੜਾ ਫੈਸਲਾ ਹੈਗਾ ਪੰਜਾਬ ਦੀ ਵੰਡ ਦਾ, ਇਹ ਤੇ ਪਹਿਲਾ ਕੰਮ ਹੈ। ਲੇਕਿਨ ਇਸ ਦੇ ਨਾਲ ਨਾਲ ਉਸੇ ਵੇਲੇ ਲੈਂਡ ਐਲੀਨੇਸ਼ਨ ਐਕਟ ਆਉਂਦਾ ਹੈ, ਜਿਹੜਾ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕਾਂ ਨੂੰ ਡਿਸਟਰਬ ਕਰਦਾ ਹੈ, ਜਿਹੜਾ ਬਨੀਏ ਦੀ ਤਾਕਤ ਦਾ ਇਜ਼ਹਾਰ ਵੀ ਹੈਗਾ, ਔਰ ਉਹਦੇ ਖਿਲਾਫ ਵੀ ਇੱਕ ਕੰਮ ਜਿਹੜਾ ਹੈਗਾ ਸ਼ੁਰੂ ਹੋ ਜਾਂਦਾ ਹੈ। ਇਹ ਵੀ ਉਸੇ ਟਾਈਮ ਦੇ ਉੱਤੇ ਹੈਗਾ, ਯਾਨੀ 1901 ਜਿਹੜਾ ਹੈਗਾ ਉਹ, ਔਰ ਉਸ ਤੋਂ ਬਾਅਦ ਜਿਹੜਾ 1900। ਇੱਕ ਹੋਰ ਫੈਸਲਾ ਜਿਹੜਾ ਬਹੁਤ ਅਹਿਮ ਹੈ, ਜਿਹੜਾ 1900 'ਚ ਹੀ ਹੋਇਆ, ਉਹ ਸੀ ਯੂਪੀ ਦੇ ਵਿੱਚ ਹਿੰਦੀ ਨੂੰ ਲਾਣਾ, ਔਰ ਉਰਦੂ ਵਾਲਿਆਂ ਦਾ ਜਿਹੜਾ ਹੈ ਨਾ ਪੰਜਾਬ ਵੱਲ ਜਿਹੜਾ ਹੈ ਨਾ ਉਹਨਾਂ ਨੇ ਕੀਸੀ ਬਣਾਤੀ ਨਾ, ਤੇ ਉਹ ਪੰਜਾਬ ਵੱਲ ਆ ਗਏ ਸਾਰੇ ਜਿਹੜੇ ਹੈਗੇ ਨੇ, ਔਰ ਉਹਦਾ ਜ਼ੋਰ ਪੰਜਾਬ ਦੇ ਵਿੱਚ ਪੈਣਾ। ਔਰ ਪੰਜਾਬ ਵਿੱਚ ਖਾਸ ਤੌਰ 'ਤੇ ਉਰਦੂ ਹਿੰਦੀ ਕੌਨਫਲਿਕਟ ਜਿਹੜਾ ਹੈਗਾ ਉਹ ਜਿਹੜਾ ਆਪਣੀ ਅਸਲ ਦੇ ਵਿੱਚ ਉਰਦੂ ਹਿੰਦੀ ਤੋਂ ਜ਼ਿਆਦਾ ਜਿਹੜਾ ਹੈਗਾ ਉਹ ਮੁਸਲਿਮ ਹਿੰਦੂ ਕੌਨਫਲਿਕਟ ਦੇ ਵਿੱਚ ਬਦਲ ਰਿਹਾ। ਤੇ ਇਹ ਤਿੰਨਾਂ ਫੈਸਲਿਆਂ ਚਾਰ ਗੱਲਾਂ ਦੇ ਨਾਲ ਨਾਲ ਇੱਕ ਹੋਰ ਅਹਿਮ ਗੱਲ ਜਿਹੜੀ ਉਹ ਵੀ 1901 ਦੀ ਹੈਗੀ ਹੈ, ਔਰ ਉਹ ਅਗਰ ਮੈਂ ਜਿਹੜੀ ਕਿਤਾਬ ਇੱਕ ਹੈਗੀ ਹੈ ਪੈਟਰਿਕ ਫਰੈਂਚ ਦੀ, ਅਗਰ ਤੁਸੀਂ ਉਹ ਪੜ੍ਹੋ, ਲਿਬਰਟੀ ਔਰ ਡੈਥ, ਤੇ ਪਤਾ ਚੱਲਦਾ ਹੈ ਕਿ ਨਵਾਂ ਇੰਟੈਲੀਜੈਂਸ ਸਿਸਟਮ ਇੱਥੇ ਦੀ ਜਿਹੜੀ ਸਿਆਸੀ ਲਹਿਰਾਂ ਨੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਔਰ ਜਰਮਨਸ ਨੂੰ ਕੰਟਰੋਲ ਕਰਨ ਵਾਸਤੇ ਉਹ ਪੈਟਰਿਕ ਫਰੈਂਚ ਦੀ ਕਿਤਾਬ ਔਰ ਕੇਸ ਜੈਫਰੀ ਦੀ ਕਿਤਾਬ ਜਿਹੜੀ MI6 ਦੀ ਹਿਸਟਰੀ ਤੇ ਹੈਗੀ 1901 ਤੋਂ ਲੈ ਕੇ 1949 ਤੱਕ ਦੀ, ਉਦੋਂ ਵੀ ਰਲਾ ਕੇ ਪੜ੍ਹੋ ਤਾਂ ਤੁਹਾਨੂੰ ਸਮਝ ਆਉਂਦੀ ਹੈ ਕਿ IPI ਦੇ ਨਾਂ ਦੇ ਉੱਤੇ ਜਿਹੜਾ ਹੈਗਾ ਇੰਡੀਅਨ ਪੋਲੀਟੀਕਲ ਇੰਟੈਲੀਜੈਂਸ ਦੇ ਨਾਂ ਤੇ ਇੱਕ ਨਵਾਂ ਸੈਟਅਪ ਬਣ ਗਿਆ, ਜਿਹੜਾ 1911 ਤੱਕ ਕੰਪਲੀਟ ਹੁੰਦਾ ਹੈ। ਔਰ ਉਹ ਕਹਿੰਦੇ ਨੇ ਕਿ ਉਹ ਹਜਾਮ ਦੀ ਦੁਕਾਨਾਂ ਤੱਕ ਅਸੀਂ ਨੈਟਵਰਕ ਬਣਾ ਲਿਆ, ਔਰ ਫਿਰ ਉਹ ਨੈਟਵਰਕ ਜਿਹੜਾ ਹੈਗਾ ਉਹਦੀ ਆਪਣੀ ਇੱਕ ਪੋਲੀਟਿਕਸ ਸੀ। ਉਸ ਪੋਲੀਟਿਕਸ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਇਹਨਾਂ ਨੇ ਹਥਿਆਰਬੰਦ ਲਹਿਰਾਂ ਜਿਹੜੀਆਂ ਆਈਆਂ ਨੇ ਉਹਨਾਂ ਨੂੰ ਡੱਕਿਆ ਵੀ, ਲੇਕਿਨ ਉਹਦੇ ਨਤੀਜੇ 'ਚ ਹੋਇਆ ਕਿ ਉਹਦੇ ਤੇ ਵੀ ਥੋੜ੍ਹੀ ਜਿਹੀ ਗੱਲ ਕਰਾਂਗੇ। ਐਸੇ ਦੌਰਾਨ ਜਿਹੜਾ ਹੈਗਾ ਤੁਸੀਂ ਦੇਖਦੇ ਹੋ ਕਿ 1904 ਦੇ ਵਿੱਚ ਇੱਥੇ ਦੂਸਰਾ ਦਿੱਲੀ ਦਰਬਾਰ ਹੁੰਦਾ, ਔਰ ਉਹ ਦੂਸਰਾ ਦਿੱਲੀ ਦਰਬਾਰ ਜਿਹੜਾ ਹੈਗਾ ਉਹ ਇਸ ਚੀਜ਼ ਦਾ ਇਜ਼ਹਾਰ ਹੈਗਾ ਕਿ ਕਲਕੱਤਾ ਤੋਂ ਕੈਪੀਟਲ ਸ਼ਿਫਟ ਹੋ ਰਿਹਾ। ਪਹਿਲਾ 1877  'ਚ ਹੋਇਆ ਸੀ, ਦੂਸਰਾ 1904 'ਚ ਹੋਇਆ। ਔਰ ਬੰਗਾਲ ਦੀ ਵੰਡ ਐਕਚੁਅਲੀ ਉਹ ਉਸੇ ਦਾ ਨਤੀਜਾ ਹੈਗੀ ਹੈ, ਕਿਉਂਕਿ ਹੁਣ ਬੰਗਾਲ ਤੋਂ ਪਾਵਰ ਸ਼ਿਫਟ ਹੋ ਰਹੀ ਹੈ ਦਿੱਲੀ ਵੱਲ। ਇਸ ਪੋਲੀਟਿਕਸ ਦਾ ਵੀ ਬੜਾ ਹਿੱਸਾ ਹੈਗਾ। ਐਸੇ ਵਾਸਤੇ ਤੁਸੀਂ ਦੇਖਦੇ ਹੋ ਕਿ ਜਿਹੜੀ ਹਥਿਆਰਬੰਦ ਲਹਿਰਾਂ ਨੇ ਉਹ ਬੰਗਾਲੀ ਉਹਦੇ ਪਾਇਨੀਆਂ ਨੇ, ਕਿਉਂਕਿ ਬਾਬੂਆਂ ਤੋਂ ਤਾਕਤ ਨਿਕਲ ਰਹੀ ਹੈ, ਔਰ ਬਾਬੂਆਂ ਦੇ ਵਿੱਚ ਹੀ ਇਹਦੀ ਜਾਗਰਤੀ ਹੈ, ਔਰ ਉਹਨਾਂ ਨੂੰ ਪਤਾ ਹੈਗਾ ਕਿ ਅਸੀਂ ਜਿਹੜਾ ਹੈਗਾ ਕੀ ਕਰ ਰਹੇ ਹਾਂ ਕੀ ਨਹੀਂ ਕਰ ਰਹੇ। ਤੇ ਇੱਕ ਜਿਹੜੀ ਇਹ ਸਾਰੀ ਗੱਲਾਂ ਇਸ ਵਾਸਤੇ ਜ਼ਰੂਰੀ ਨੇ ਕਿ ਦਿੱਲੀ ਜਿਹੜਾ ਹੈ ਪੰਜਾਬ ਦੇ ਬਾਰਡਰ ਤੇ, ਬਲਕਿ ਉਸ ਵੇਲੇ ਤਾਂ ਪੰਜਾਬ ਦਾ ਹਿੱਸਾ ਹੈਗਾ, ਔਰ ਪੰਜਾਬ ਵੱਲ ਕਿਉਂ ਆ ਰਹੇ ਨੇ ਕਿ ਉਹਨਾਂ ਨੇ ਆਮੂ ਵੱਲ ਜਾਣਾ ਹੈ। ਸਾਰੀ ਪੋਲੀਟਿਕਸ ਦਾ ਮਹਿਵਰ ਜਿਹੜਾ ਹੈਗਾ ਉਹ ਕਲਕੱਤੇ ਤੋਂ ਨਿਕਲ ਰਿਹਾ ਔਰ ਆਮੂ ਵੱਲ ਹੈਗਾ। ਔਰ ਇੱਕ ਮੁਕੰਮਲ ਜਿਹੜੀ ਆਰਮੀ ਹੈਗੀ ਹੈ ਉਹ ਵੀ 1890s ਦੇ ਵਿੱਚ ਬਣਾਉਂਦੇ ਨੇ, ਤਿੰਨੋਂ ਆਰਮੀਆਂ ਨੂੰ ਇਕੱਠਾ ਕਰਕੇ ਇੱਕ ਮੁਕੰਮਲ ਰਾਇਲ ਇੰਡੀਅਨ ਆਰਮੀ ਜਿਹੜੀ ਹੈਗੀ। ਔਰ ਤੁਸੀਂ ਦੇਖਦੇ ਹੋ ਕਿ 1907 ਦੇ ਵਿੱਚ ਪੰਜਾਬ ਦੇ ਵਿੱਚ ਖਾਸ ਤੌਰ ਤੇ ਪਗੜੀ ਸੰਭਾਲ ਜੱਟਾ ਚੱਲਦੀ ਹੈ, ਉਹ ਵੀ ਉਹੀ ਟਾਈਮ ਹੈਗਾ ਕਿ ਉਹਦੇ ਵਿੱਚ ਕੀ ਕੁਛ ਹੋ ਰਿਹਾ ਹੈ। ਔਰ ਅਜੀਤ ਸਿੰਘ ਦੀ ਅਗਰ ਤੁਸੀਂ ਕਿਤਾਬ ਪੜ੍ਹੋ ਤੇ ਤੁਹਾਨੂੰ ਬੜੀ ਅੱਛੀ ਤਰ੍ਹਾਂ ਪਤਾ ਚੱਲਦਾ ਹੈ ਕਿ ਉਹ ਪਗੜੀ ਸੰਭਾਲ ਜੱਟਾ ਔਰ ਉਸ ਵੇਲੇ ਦੇ ਜਿਹੜੇ ਰੈਵੋਲੂਸ਼ਨਰੀਜ਼ ਨੇ ਉਹਨਾਂ ਦਾ ਪਰਸ਼ੀਅਨ ਰੈਵੋਲੂਸ਼ਨਰੀਜ਼ ਨਾਲ ਵੀ ਤਾਲੁਕ ਹੈਗਾ, ਯੰਗ ਪਰਸ਼ੀਅਨ ਦਾ, ਉਹਨਾਂ ਦਾ ਯੰਗ ਟਰਕਸ ਨਾਲ ਵੀ ਤਾਲੁਕ ਹੈਗਾ। ਤੇ ਉਹ ਇੱਕ ਹੋਰ ਕਿਸਮ ਦੀ ਜਿਹੜੀ ਇੰਟਰਨੈਸ਼ਨਲ ਲਹਿਰ ਹੈਗੀ ਹੈ ਉਸ ਪਾਸੇ ਜਿਹੜਾ ਹੈਗਾ ਉਹ ਚੀਜ਼ਾਂ ਵੱਧ ਰਹੀਆਂ ਨੇ। ਤੇ 1907 ਤੋਂ ਬਾਅਦ ਜਿਹੜੀ ਅਹਿਮ ਗੱਲ ਹੈਗੀ ਹੈ ਉਹ ਹੈਗੀ ਹੈ 1911 ਜਦੋਂ ਦਿੱਲੀ ਜਿਹੜਾ ਹੈਗਾ ਉਹ ਨਵਾਂ ਸੈਂਟਰ ਬਣ ਜਾਂਦਾ ਹੈ, ਪੰਜਾਬ ਤੋਂ ਕੱਢ ਕੇ ਉਹਨੂੰ ਨਵਾਂ ਸੈਂਟਰ ਬਣਾਇਆ ਜਾਂਦਾ ਹੈ।
ਔਰ ਉਸ ਤੋਂ ਬਾਅਦ ਜਿਹੜਾ ਹੈਗਾ ਨਈ ਪੋਲਿਟਿਕਸ ਉੱਠਦੀ ਹੈ ਔਰ ਬੰਗਾਲੀਆਂ ਤੋਂ ਪੋਲਿਟਿਕਸ ਨਿਕਲ ਰਹੀ ਹੈ ਕਿ ਜਿਸ ਤਰ੍ਹਾਂ ਕਿ ਇਕਬਾਲ ਨੇ ਉਸ ਟਾਈਮ ਦੇ ਉੱਤੇ ਅਤੀਆ ਫੈਜ਼ੀ ਨੂੰ ਲਿਖਿਆ ਖਤ ਵਿੱਚ ਸ਼ੇਰ ਲਿਖਿਆ ਕਿ ਤਾਜੇ ਸ਼ਾਹੀ यानी कलकत्ते से दिल्ली आ गया, मिल गई बाबू को जूती, बाबू बंगाली ਨੂੰ ਕਹਿੰਦੇ ਸਨ, मिल गई बाबू को जूती और पगड़ी छिन गई। ਤੇ ਪਗੜੀ ਉਹਨਾਂ ਕੋਲ ਛਿੰਨੀ ਗਈ ਸੀ ਔਰ ਉਹਦੇ ਵਾਸਤੇ ਤਕਸੀਮੇ ਬੰਗਾਲ ਦਾ ਇੱਕ ਪੂਰਾ ਸਿਲਸਿਲਾ ਖੜਾ ਕੀਤਾ ਗਿਆ ਸੀ। ਔਰ ਜਦੋਂ ਉਹ ਹੋ ਗਿਆ, ਇਹ ਪਿੰਡ ਦਾ ਚੌਧਰੀ ਵੀ ਇਹੀ ਕਰਦਾ ਹੈ, ਜਦੋਂ ਉਹਦਾ ਮੁਨਸ਼ੀ ਕੋਈ ਗੱਲ ਨਹੀਂ ਮੰਨਦਾ ਤੇ ਉਹ ਕਿਸੇ ਹੋਰ ਬੰਦੇ ਕੋਲੋਂ ਜਿਹੜਾ ਹੈਗਾ ਉਹਨੂੰ ਪਵਾ ਦਿੰਦਾ ਹੈ ਔਰ ਲੜਾਈ ਕਰਵਾ ਕੇ ਬਿੱਲ ਆਖਰ ਉਹਦੇ ਵਿੱਚੋਂ ਜਿਹੜਾ ਹੈ ਅਖੀਰ ਦੇ ਵਿੱਚ ਮੁਨਸ਼ੀ ਕੋਲੋਂ ਉਹ ਗੱਲਾਂ ਮਨਵਾ ਲੈਂਦਾ ਜਿਹੜਾ ਮੁਨਸ਼ੀ ਮੰਨ ਨਹੀਂ ਰਿਹਾ ਹੁੰਦਾ। ਤੇ ਇਹ ਪੋਲੀਟਿਕਸ ਸਟੇਟ ਕਰਾਫਟ ਦੀ ਇਸ ਤਰ੍ਹਾਂ ਹੀ ਚੱਲਦੀ, ਇਹ ਨਹੀਂ ਹੈਗਾ ਕਿ ਮਤਲਬ। ਤੇ ਉਹ ਉਹਨਾਂ ਨੇ ਉਹਨਾਂ ਕੋਲ ਮਨਵਾ ਲਿਆ ਔਰ ਫਿਰ ਉਹਨਾਂ ਨੂੰ ਖੁਸ਼ ਕਰਨ ਵਾਸਤੇ ਬਾਅਦ 1913 'ਚ ਜਿਸ ਤਰੀਕੇ ਦੇ ਨਾਲ ਰਵਿੰਦਰਨਾਥ ਟੈਗੋਰ ਨੂੰ ਅਵਾਰਡ ਦਿੱਤਾ ਗਿਆ, ਉਹ ਵੀ ਸਭ ਨੂੰ ਪਤਾ ਕਿ ਉਹ ਪੋਲੀਟਿਕਸ ਕੀ ਹੈਗੀ ਸੀ, ਕਿਸ ਤਰ੍ਹਾਂ ਸ਼ਹਿਜ਼ਾਦਾ ਜਿਹੜਾ ਹੈਗਾ ਉਹਨੂੰ ਲੈ ਕੇ ਗਿਆ ਔਰ ਕਿਸ ਤਰ੍ਹਾਂ ਉਹਦੇ ਸਫ਼ਰ ਹੈਗੇ ਨੇ ਔਰ ਕਿਸ ਤਰ੍ਹਾਂ ਜਿਹੜਾ ਉਹ ਕਹਾਣੀਆਂ ਹੈਗੀਆਂ ਨੇ ਉਹ ਸਾਰਾ। ਲੇਕਿਨ ਇਸ ਵੇਲੇ ਜਿਹੜੀ ਇਹੀ ਟਾਈਮ ਹੈਗਾ ਜਿਹਦੇ 'ਚ ਗਦਰ ਮੂਵਮੈਂਟ ਵੀ ਚੱਲਦੀ ਔਰ ਤੁਸੀਂ ਦੇਖੋ ਕਿ ਉਹ ਸਾਰਾ ਜਿਹੜਾ 1901 ਤੋਂ ਉਹਨਾਂ ਨੇ ਸਿਸਟਮ ਬਣਾਇਆ ਇੰਟੈਲੀਜੈਂਸ ਦਾ, ਉਹਦੀ ਬਦੌਲਤ ਉਹਨਾਂ ਨੇ ਉਸ ਹਥਿਆਰਬੰਦ ਲਹਿਰ ਨੂੰ ਨਜਿੱਠਿਆ, ਉਹਨੂੰ ਖਤਮ ਕੀਤਾ। ਔਰ ਤੁਸੀਂ ਦੇਖਦੇ ਹੋ 1913 ਔਰ 1914 ਦੇ ਵਿੱਚ ਕਿਸ ਤਰ੍ਹਾਂ ਬੰਦੇ ਜਿਹੜੇ ਹੈਗੇ ਉਹਨਾਂ ਨੇ ਫੜ ਕੇ ਕਾਲੇ ਪਾਣੀ, ਫਾਂਸੀਆਂ, ਇੱਕ ਪੂਰਾ ਸਿਲਸਿਲਾ ਹੈਗਾ। ਲੇਕਿਨ ਉਹੀ ਟਾਈਮ ਹੈਗਾ ਜਿਹੜਾ 1916 ਦੇ ਅੰਦਰ ਇੱਥੇ ਲਖਨਊ ਪੈਕਟ ਕਰਾਉਂਦੇ ਨੇ। ਜ਼ਾਹਿਰ ਲਖਨਊ ਪੈਕਟ ਦੇ ਸਿਗਨੇਟਰੀ ਦੇਖੋ ਤੇ ਬੰਦਾ ਪਰੇਸ਼ਾਨ ਹੋ ਜਾਂਦਾ, ਕੌਣ ਕੌਣ ਨਹੀਂ। ਮੀਆਂ ਫਜ਼ਲ ਹੁਸੈਨ ਵੀ ਉਹਦੇ ਸਿਗਨੇਟਰੀ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਵੀ ਉਹਦੇ ਸਿਗਨੇਟਰੀ, ਹੋਰ ਵੀ ਬਹੁਤ ਸਾਰੇ ਇੰਡੀਅਨ ਪੋਲੀਟਿਕਸ ਦੇ ਵਿੱਚ ਉਹਨੂੰ ਚੁੱਕਿਆ ਹੀ ਬੜਾ ਜਾਂਦਾ। ਸਾਡੇ ਵੀ ਇੱਥੇ ਬਹੁਤ ਸਾਰੇ ਲੋਕ ਚੁੱਕਦੇ ਰਹੇ ਨੇ ਕਿ ਬਹੁਤ ਅਜ਼ੀਮ ਕੰਮ ਹੋਇਆ। ਲੇਕਿਨ ਉਸ ਲਖਨਊ ਪੈਕਟ ਨੇ 1947 ਤੱਕ ਦੀ ਪੋਲੀਟਿਕਸ ਦੀ ਵਿੱਚ ਇੱਕ ਐਸੀ ਢਲਵਾਨ ਬਣਾਈ ਜਿਹਦਾ ਮਤਲਬ ਸੀ ਮਾਈਨੋਰਟੀਜ਼ ਨਾਲ ਖੇਡੋ, ਜਿਹਦਾ ਮਤਲਬ ਸੀ ਮਾਈਨੋਰਟੀਜ਼ ਨੂੰ ਲੋਭ ਦਿਓ। ਮਤਲਬ ਇਹ ਨਹੀਂ ਸੀ ਕਿ ਉਹਨਾਂ ਦੇ ਮਸਾਇਲ ਹੱਲ ਕਰੋ, ਉਹਨਾਂ ਦੀ ਡਰ ਖਤਮ ਕਰੋ, ਬਲਕਿ ਡਰ ਵੱਧ ਗਿਆ ਉਹਦੇ ਨਾਲ। ਤੁਸੀਂ ਦੇਖੋ ਗੁਰਦੁਆਰਾ ਲਹਿਰ ਦਾ ਟਾਈਮ ਵੀ ਉਹੀ ਹੈਗਾ, ਜਿਸ ਸ਼ੁਰੂ ਹੁੰਦੀ ਹੈ ਗੁਰਦੁਆਰਾ ਲਹਿਰ, ਉਹ ਵੀ ਉਹੀ ਟਾਈਮ ਹੈਗਾ। ਇਸ ਵਾਸਤੇ ਜ਼ਰੂਰੀ ਨੇ ਕਿ ਇਹ ਗੱਲਾਂ ਉਹ ਹੋਈਆਂ ਨੇ ਕਿ ਜਿਹੜੀਆਂ 35 ਤੱਕ ਆਉਂਦੇ ਮਿਚਿਓਰ ਹੋਈਆਂ ਨੇ। ਲੇਕਿਨ ਤੁਸੀਂ ਅਗਰ 1901 ਤੋਂ ਉਹਨੂੰ 35 ਦੇ ਦਰਮਿਆਨ ਸਮਝੋਗੇ, ਜੈਸਾ ਥੋੜ੍ਹਾ ਜਿਹਾ ਹਲੇ ਜਿਹੜਾ ਹੈਗਾ ਰਜਿੰਦਰ ਸਾਹਿਬ ਨੇ ਗੱਲ ਕੀਤੀ ਹੈਗੀ ਹੈ, ਤੇ ਉਹ ਫਿਰ ਜ਼ਿਆਦਾ ਖੁੱਲ੍ਹ ਕੇ ਤੁਹਾਡੇ ਸਾਹਮਣੇ ਆਉਣਗੇ ਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਗਦਰ ਮੂਵਮੈਂਟ ਦੇ ਬਜਾਏ ਇਹ ਜ਼ਰੂਰੀ ਹੈ ਗੁਰਦੁਆਰਾ ਲਹਿਰ ਵੱਲ ਲੋਕੀ ਚਲੇ ਜਾਣ, ਖਿਲਾਫਤ ਵੱਲ ਚਲੇ ਜਾਣ। ਇਹ ਠੀਕ ਹੈਗਾ ਕਿਉਂਕਿ ਇਹ ਉਹ ਦਰਵਾਜ਼ੇ ਹੈਗੇ ਨੇ ਜਿਹੜੇ ਅੱਗੇ ਜਾ ਕੇ ਇਹਨਾਂ ਨੂੰ ਬੰਦ ਗਲੀ 'ਚ ਲੈ ਜਾਣਗੇ। ਇਹ ਉਹ ਰਾਹ ਹੈਗੇ ਨੇ। ਤੇ ਗਦਰ ਲਹਿਰ ਤੇ ਉਹਨਾਂ ਨੂੰ ਕਿਸੇ ਹੋਰ ਪਾਸੇ ਲੈ ਜਾਂਦੀ ਸੀ। ਉਹ ਤੇ ਇੱਕ ਇੰਡੀਪੈਂਡੈਂਟ ਸੋਵਰਨ ਸਟੇਟ ਦੀ ਗੱਲ ਕਰ ਰਹੀ ਸੀ, ਉਸ ਪਾਸੇ ਨਹੀਂ ਜਾਣਾ ਹੈਗਾ। ਤੇ ਉਹਨਾਂ ਨੂੰ ਹਥਿਆਰਬੰਦ ਕਿਹਾ। ਈਵਨ ਜਿਹਨਾਂ ਲੋਕਾਂ ਨੇ 1918 ਦਾ ਉਹ ਪੜ੍ਹੀ ਹੈ ਰॉयल ਕਮਿਸ਼ਨ ਰਿਪੋਰਟ ਦੇ 208 ਸਫ਼ੇ, ਉਹਨਾਂ ਨੂੰ ਇਹ ਪਤਾ ਹੋਏਗਾ ਕਿ ਕਿਸ ਤਰ੍ਹਾਂ ਉਹਨਾਂ ਨੇ ਤਮਾਮ ਤਰ ਸਿਆਸੀ ਲੋਕਾਂ ਨੂੰ ਗੱਦਾਰ ਔਰ ਆਪਣਾ ਜਿਹੜਾ ਹੈਗਾ ਨਾ ਮੁਜਰਮ ਤੱਕ ਕਿਹਾ। ਯਾਨੀ ਉਹਨਾਂ ਨੇ ਪੋਲੀਟਿਕਸ ਔਰ ਕ੍ਰਾਈਮ ਨੂੰ ਮਿਲਾਉਣਾ ਕਿ ਕ੍ਰਾਈਮ ਔਰ ਪੋਲੀਟਿਕਸ ਮਿਲ ਚੁੱਕੀ ਹੈ ਔਰ ਇਹ ਸਾਰੇ ਮੁਜਰਮ ਹੈਗੇ ਨੇ ਜਿਹੜੇ ਅੰਗਰੇਜ਼ ਦੇ ਖਿਲਾਫ ਲੜ ਰਹੇ ਨੇ। ਔਰ ਇਹਦੇ ਵਿੱਚ ਫਿਰ ਜਲਿਆਂਵਾਲਾ ਬਾਗ ਹੁੰਦਾ। ਮੇਰਾ ਆਪਣਾ ਇਹ ਖਿਆਲ ਹੈ ਕਿ ਆਈਕਨ ਜਿਹੜਾ ਬਣਦਾ ਸਾਡਾ ਉਹ ਜਲਿਆਂਵਾਲਾ ਬਾਗ, ਕਿਉਂਕਿ ਜਲਿਆਂਵਾਲਾ ਬਾਗ ਨੇ ਪੁਰਾਣੀ ਕਲੱਬ ਪੋਲੀਟਿਕਸ, ਇਹ ਦੇਖੋ ਲਖਨਊ ਪੈਕਟ ਵਗੈਰਾ ਇਹ ਸਾਰੇ ਕਲੱਬ ਪੋਲੀਟਿਕਸ ਦੀ ਗੱਲਾਂ ਨੇ। ਐਵੇਂ 4-6 ਬੰਦੇ ਬਹਿ ਕੇ ਫੈਸਲੇ ਕਰ ਲਏ ਸਾਰੇ। ਜਲਿਆਂਵਾਲਾ ਬਾਗ ਨੇ ਅੰਗਰੇਜ਼ਾਂ ਨੇ ਉਹ ਡਰ ਪਾਉਣ ਵਾਸਤੇ ਕੀਤਾ, ਡਰਾਇਆ ਪੂਰੇ ਇੰਡੀਆ ਨੂੰ ਕਿ ਅਸੀਂ ਇਹ ਕਰ ਸਕਦੇ ਹਾਂ, ਇਸ ਹੱਦ ਤੱਕ ਜਾ ਸਕਦੇ ਹਾਂ, ਸਾਡੇ ਨਾਲ ਅੱਗੇ ਨਾ ਬੋਲਣਾ। ਔਰ ਅਗਰ ਅਸੀਂ ਤੁਹਾਨੂੰ ਕਲੋਨੀ ਰੱਖਣਾ ਹੈਗਾ ਔਰ ਬਾਕੀਆਂ ਕੈਨੇਡਾ ਆਸਟ੍ਰੇਲੀਆ ਵਗੈਰਾ ਨੂੰ ਅਸੀਂ ਕੱਢ ਦਿੱਤਾ, ਡੋਮੀਨੀਅਨ ਸਟੇਟਸ ਦੇ ਰਹੇ ਹਾਂ, ਇਹਦਾ ਮਤਲਬ ਇਹ ਨਹੀਂ ਹੈਗਾ ਤੁਸੀਂ ਖੱਪ ਆਈ, ਖਬਰਦਾਰ ਜੋ ਖੱਪ ਆਈ। ਇਹਨੂੰ ਡਰਾ ਰਹੇ ਸਨ। ਔਰ ਉਹਦੇ ਵੀ ਡਾਕੂਮੈਂਟ ਤੁਸੀਂ ਦੇਖ ਲਓ, ਉਹਦੇ 'ਚ ਵੀ ਇਹੀ ਕਹਿ ਰਹੇ ਨੇ ਕਿ ਅਫਗਾਨਿਸਤਾਨ ਕਿੱਥੇ ਹਮਲਾ ਨਾ ਕਰ ਦੇਵੇ। ਔਰ ਇਹ ਸਾਰੇ ਜਿਹੜੇ ਹੈਗੇ ਨੇ ਬੰਦੇ ਜਿਹੜੇ ਜਲਿਆਂਵਾਲਾ ਬਾਗ ਤੋਂ ਸ਼ੁਰੂ ਹੋਏ, ਉਹਨਾਂ 'ਤੇ ਇਲਜ਼ਾਮ ਬਾਰ ਲਾਉਂਦੇ ਰਹੇ ਕਿ ਅਫਗਾਨਿਸਤਾਨ ਤੋਂ ਇਹ ਸਪੋਰਟ ਆ। ਤੇ ਬੜਾ ਦਿਲਚਸਪ ਹੈਗਾ ਕਿ ਅਫਗਾਨਿਸਤਾਨ ਨਿੱਕਾ ਜਿਹਾ ਅਫਗਾਨਿਸਤਾਨ, ਉਹਨੇ ਕੀ ਇੰਡੀਆ ਦੇ ਉੱਤੇ ਕਬਜ਼ਾ ਕੀਤਾ। ਲੇਕਿਨ ਉਹਨਾਂ ਨੇ ਪੂਰਾ ਇੱਕ ਨੈਰੇਟਿਵ ਬਣਾਇਆ, ਰੇਸ਼ਮੀ ਰੁਮਾਲ ਤਹਿਰੀਕ ਤੱਕ ਇਹੀ ਨੈਰੇਟਿਵ। ਲੇਕਿਨ ਉਹਨਾਂ ਨੇ ਹਥਿਆਰਬੰਦ ਕੂਵਤਾਂ ਨੂੰ ਫੜ ਲਿਆ, ਉਹਨਾਂ ਨੂੰ ਨੱਪ ਦਿੱਤਾ ਆਪਣੇ ਵੱਲੋਂ ਬਜ਼ਾਹਿਰ। ਲੇਕਿਨ ਹੋਇਆ ਕੀ, ਉਹਦੇ ਨਾਲ ਕਲੱਬ ਪੋਲੀਟਿਕਸ ਵੀ ਖਤਮ ਹੋਈ ਔਰ ਅਵਾਮੀ ਲਹਿਰਾਂ ਸ਼ੁਰੂ ਹੋਈਆਂ। ਤੁਸੀਂ ਅਗਰ ਦੇਖੋ ਜਲਿਆਂਵਾਲਾ ਬਾਗ ਔਰ ਉਸ ਤੋਂ ਅੱਗੇ ਦੀ ਤਹਿਰੀਕਾਂ ਜਿੰਨੀਆਂ ਵੀ ਹੋਈਆਂ ਨੇ, ਉਹਦੇ 'ਚ ਲੋਕ ਸ਼ਾਮਲ ਹੋ ਰਹੇ ਨੇ। ਹੁਣ ਇੱਕ ਚੀਜ਼ਾਂ ਬਦਲ ਰਹੀਆਂ ਨੇ। ਦੂਸਰੇ ਪਾਸੇ ਪ੍ਰੋਵਿੰਸ਼ੀਅਲ ਪੋਲੀਟਿਕਸ ਸ਼ੁਰੂ ਹੋਈ, ਯਾਨੀ 1920, 1923, 1926 ਦੇ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਨਵੀਂ ਲੀਡਰਸ਼ਿਪ ਨਿਕਲ ਰਹੀ ਹੈ। ਉਹਦੇ 'ਚ ਇਹਨਾਂ ਲਹਿਰਾਂ ਦੇ ਅੰਦਰੋਂ ਵੀ ਬੰਦੇ ਆਏ ਨੇ। ਔਰ ਤੁਸੀਂ ਇੱਥੇ ਮਿਸਲੀਡਿੰਗ ਤਹਿਰੀਕਾਂ ਜਿਸ ਤਰ੍ਹਾਂ ਖਿਲਾਫਤ ਦੀ ਹੈਗੀ ਸੀ, ਹਿਜਰਤ ਦੀ ਹੈਗੀ ਸੀ, ਇਸ ਤਰ੍ਹਾਂ ਦੀ ਨਾਨ ਕੋਆਪਰੇਸ਼ਨ ਹੈਗੀ ਸੀ,
ਇਸ ਤਰ੍ਹਾਂ ਦੀ ਮਿਸਲੀਡਿੰਗ ਤਹਿਰੀਕਾਂ ਚਲਾ ਕੇ ਤੇ ਉਹਦੇ ਚੋਂ ਲੋਕ ਸਿੱਖ ਵੀ ਰਹੇ ਨੇ ਔਰ ਕੁਝ ਲੋਕ ਜਿਹੜੇ ਨੇ ਹੋਰ ਮਤਲਬ ਕਿ ਦੂਜੇ ਪਾਸੇ ਪੱਕੇ ਹੋ ਰਹੇ ਨੇ। ਉਹ ਸਾਰੀ ਪੋਲਿਟਿਕਸ ਇੱਥੇ ਚੱਲਦੀ ਰਹੀ। ਫਿਰ ਤੁਸੀਂ ਇਹ ਦੇਖੋ ਕਿ ਲਿੰਗੁਇਸਟਿਕ ਬੁਨਿਆਦਾਂ ਦੇ ਉੱਤੇ 1920 ਚ ਕਾਂਗਰਸ ਕਹਿੰਦੀ ਹੈ ਕਿ ਸੂਬਿਆਂ ਨੂੰ ਬਣਾਉਣਾ ਚਾਹੀਦਾ ਲਿੰਗੁਇਸਟਿਕ ਬੁਨਿਆਦਾਂ। ਉਹ 1920 ਚ ਉਹ ਵੀ ਕਹਿ ਰਹੀ ਹੈ ਔਰ ਉਹਦਾ ਅਗਲਾ ਇਜ਼ਹਾਰ ਜਿਹੜਾ ਹੈਗਾ ਉਹ ਮੌਲਾਨਾ ਅਬੈਦੁੱਲਾ ਸਿੰਧੀ ਦਾ 1924 ਦਾ ਮਨਸ਼ੂਰ ਹੈ ਜਿਹੜਾ ਉਹ ਤੁਰਕੀ ਜਾ ਕੇ ਲਿਖਦੇ ਨੇ, ਜਿਹਦੇ 'ਚੋਂ ਪਹਿਲੀ ਦਫਾ ਇਹ ਗੱਲ ਕਰਦੇ ਨੇ ਪੋਲੀਟੀਕਲੀ ਕਿ ਸਾਨੂੰ ਇੰਡੀਆ ਨੂੰ ਇੱਕ ਨੇਸ਼ਨ ਮੰਨਣ ਦੇ ਬਜਾਏ ਕੌਮਾਂ ਦਾ ਜਿਹੜਾ ਹੈਗਾ ਇੱਕ ਵਤਨ ਮੰਨਣਾ ਚਾਹੀਦਾ। ਇੱਕ ਏਸ਼ੀਆ ਕਰਨਾ ਜਿਹਦਾ ਇਕਬਾਲ ਨੇ ਵੀ ਲਿਖਿਆ ਹੈ ਮਾਈਨਰ ਏਸ਼ੀਆ ਹੈਗਾ ਔਰ ਉਹਦੇ ਉੱਤੇ ਗੱਲ ਕੀਤੀ ਹੈ ਖੁਤਬਾਬਾਦ। ਲੇਕਿਨ ਇਹ ਵੀ ਇੱਥੇ ਮੌਜੂਦ ਹੈ, ਇਹਦੀ ਅਹਿਮੀਅਤ ਹੈਗੀ ਹੈ ਬਹੁਤ। ਔਰ ਫਿਰ ਤੁਸੀਂ ਦੇਖਦੇ ਹੋ ਕਿ ਉਸ ਟਾਈਮ ਦੇ ਉੱਤੇ ਸਵਰਾਜ ਔਰ ਸ਼ਫੀ ਲੀਗ ਬਣਦੀਆਂ ਨੇ, ਮੁਸਲਿਮ ਲੀਗ ਵੀ ਟੁੱਟਦੀ ਹੈ, ਕਾਂਗਰਸ ਵੀ ਟੁੱਟਦੀ ਹੈ। ਉਹ ਸਾਰੀ ਪੋਲੀਟਿਕਸ ਕੁਛ ਇਲੈਕਸ਼ਨ 'ਚ ਹਿੱਸਾ ਲੈਣਾ ਚਾਹੁੰਦੇ ਨੇ, ਕੁਛ ਨਹੀਂ ਲੈਣਾ ਚਾਹੁੰਦੇ। ਕੁਛ ਕਹਿ ਰਹੇ ਨੇ, ਇਕਬਾਲ ਵਗੈਰਾ ਕਹਿ ਰਹੇ ਨੇ ਔਰ ਆਪਣਾ ਸਵਰਾਜ ਵਾਲੇ ਵੀ ਕਾਮਨਲੀ ਦੋਵੇਂ ਕਹਿ ਰਹੇ ਨੇ ਕਿਉਂਕਿ CR ਦਾਸ ਉਹਨਾਂ ਦਾ ਲੀਡਰ ਸੀ ਕਿ ਜਨਾਬ ਇਹ ਲਖਨਊ ਪੈਕਟ ਖਤਮ ਕਰੋ, ਇਹਨੇ ਬੇੜਾ ਗਰਕ ਕਰਤਾ। ਕਿਉਂਕਿ ਲਖਨਊ ਪੈਕਟ ਨੂੰ ਚੈਂਪਸਬਰ ਰਿਫਾਰਮ ਨੇ ਆਪਣਾ ਹਿੱਸਾ ਬਣਾਇਆ ਸੀ। ਉੱਥੋਂ ਹੀ ਤੁਸੀਂ ਸਮਝ ਜਾਓ ਕਿ ਲਖਨਊ ਪੈਕਟ ਪਤਾ ਨਹੀਂ ਕਿੱਥੋਂ ਆਇਆ ਸੀ। ਤੇ ਉਹ ਲਖਨਊ ਪੈਕਟ ਨੂੰ ਬਣਾ ਕੇ ਉਹਨਾਂ ਨੇ ਮੁਸਲਮਾਨਾਂ ਦੀ ਪੰਜਾਬ ਦੇ ਵਿੱਚ ਸੀਟਾਂ 40% ਕਰਤੀ। ਹੈਗੇ ਉਹ 57% ਨੇ, ਸੀਟਾਂ ਨੇ 40%। ਤੇ ਇੱਥੇ 56% ਦੀ ਤਹਿਰੀਕ ਔਰ ਮੁਸਲਮਾਨਾਂ ਦੇ ਅੰਦਰ ਇੱਕ ਜਾਗਰਤੀ ਦੀ ਗੱਲ ਪੰਜਾਬੀ ਮੁਸਲਮਾਨਾਂ 'ਚ ਹੁੰਦੀ ਹੈ। ਲੇਕਿਨ ਦੂਜੇ ਪਾਸੇ ਸਿੱਖ ਜਿਹੜੇ ਨੇ ਗੁਰਦੁਆਰਾ ਮੂਵਮੈਂਟ ਚਲਾ, ਉਹ ਗੁਰਦੁਆਰਾ ਮੂਵਮੈਂਟ ਜਿਹੜੀ ਹੈਗੀ ਹੈ, ਲੇਕਿਨ ਲਖਨਊ ਪੈਕਟ ਦੇ ਖਿਲਾਫ ਉਹ ਕੁਛ ਨਹੀਂ ਚਲਾ ਰਹੇ। ਲਖਨਊ ਪੈਕਟ ਦੇ ਖਿਲਾਫ ਇਸ ਵਾਸਤੇ ਨਹੀਂ ਚਲਾ ਰਹੇ ਕਿ ਜਿਸ ਤਰ੍ਹਾਂ ਯੂਪੀ ਦੇ ਮੁਸਲਮਾਨ ਲਖਨਊ ਪੈਕਟ ਦੇ ਬੈਨੀਫਿਸ਼ਰੀ ਨੇ, ਇਸ ਤਰ੍ਹਾਂ ਪੰਜਾਬ ਦੇ ਸਿੱਖ ਉਹਨਾਂ ਦੇ ਬੈਨੀਫਿਸ਼ਰੀ। ਹਾਲਾਂਕਿ ਓਵਰਆਲ ਪੋਲੀਟਿਕਸ ਦੇਖੋ ਪੰਜਾਬ ਦੇ ਹਵਾਲੇ ਨਾਲ ਤੇ ਉਹਦੇ ਤੇ ਗੱਲ ਕਰਨੀ ਚਾਹੀਦੀ ਸੀ, ਜਿਸ ਤਰ੍ਹਾਂ CR ਦਾਸ ਨੇ ਕੀਤੀ। CR ਦਾਸ ਨੇ 1924 ਚ ਮੇਅਰ ਬਣ ਕੇ ਕਲਕੱਤੇ ਦਾ ਔਰ ਉਹਨੇ 50% ਸੀਟਾਂ ਦਿੱਤੀਆਂ ਮੁਸਲਮਾਨਾਂ ਨੂੰ ਔਰ ਇਹ ਕਿਹਾ ਕਿ ਇਹ ਲੜਾਈ ਜਿਹੜੀ ਬਹੁਤ ਅੱਗੇ ਤੱਕ ਲੈ ਕੇ ਜਾਣਗੇ, ਅਸੀਂ ਇਹ ਨਹੀਂ ਚੱਲਣ ਦਾ। ਅੱਛਾ, ਇਹ ਜਿਹੜੀ ਸਾਰੀ ਗੱਲ ਹੈਗੀ ਹੈ, ਇਹਦੇ ਵਿੱਚ ਇਸ ਦੇ ਪਰਸਪੈਕਟਿਵ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਕਿਉਂਕਿ ਨਾਲ ਅਸੀਂ ਕਸ਼ਮੀਰ ਦੀ ਗੱਲ ਵੀ ਥੋੜੀ ਜਿਹੀ ਕਰਨੀ ਜ਼ਰੂਰੀ ਕਿ 1927 ਦੇ ਵਿੱਚ ਹੁਣ ਤੇ ਚੀਜ਼ਾਂ ਆ ਗਈਆਂ। ਇੱਕ ਲਵਪੁਰੀ ਸਾਹਿਬ ਹੈਗੇ ਨੇ, ਉਹਨਾਂ ਨੇ ਇੱਕ ਕਿਤਾਬ ਲਿਖੀ, ਛੋਟੀ ਜਿਹੀ ਕਿਤਾਬ ਹੈ ਕਸ਼ਮੀਰ ਦੇ ਉੱਤੇ, ਬਹੁਤ ਅਹਿਮ, ਉਹਦੇ 'ਚ ਹਵਾਲੇ ਵੀ ਮੌਜੂਦ ਹੈ। 1927 ਦੇ ਵਿੱਚ ਇੱਕ ਐਗਰੀਮੈਂਟ ਕਰਦੀ ਹੈ ਕਲੋਨੀਅਲ ਅੰਪਾਇਰ, ਗਿਲਗਿਤ ਬਲਤਿਸਤਾਨ ਦਾ ਹਿੱਸਾ, ਜਿਹਦਾ ਪੁਰਾਣਾ ਨਾਂ ਐਕਚੁਅਲੀ ਛੋਟਾ ਤਿੱਬਤ ਹੈ। ਔਰ ਇਹ ਤਿੱਬਤ ਤੋਂ ਆਉਣ ਵਾਲਾ ਪੁਰਾਣਾ ਰਸਤਾ ਹੈ ਜਿਹੜਾ ਵਾਖਾਨ ਤੋਂ ਹੋ ਅਫਗਾਨਿਸਤਾਨ ਵੱਲ ਜਾਂਦਾ ਹੈ ਔਰ ਸੈਂਟਰਲ ਏਸ਼ੀਆ ਵੱਲ ਜਾਂਦਾ ਹੈ ਔਰ ਉਧਰੋਂ ਫਿਰ ਯੂਰਪ ਵੱਲ ਜਾਂਦਾ ਹੈ। ਇਹ ਇੱਕ ਛੋਟਾ ਜਿਹਾ ਰਸਤਾ ਜਿਹੜਾ ਹੈ, ਇਹਨੂੰ ਨੈਕ ਆਫ ਸਟ੍ਰੀਟ, ਇਸ ਰਸਤੇ ਤੱਕ ਦਾ ਸਾਰਾ ਇਲਾਕਾ ਜਿਹੜਾ ਹੈਗਾ ਹੈ, ਉਹ ਅੰਪਾਇਰ ਨੇ 50 ਸਾਲ ਦੀ ਲੀਜ਼ ਦੇ ਉੱਤੇ ਖੁਫੀਆ ਐਗਰੀਮੈਂਟ ਕਰਕੇ ਨਵੇਂ ਬਣੇ ਹੋਏ ਮਹਾਰਾਜਾ ਕਸ਼ਮੀਰ, ਜਿਹੜਾ ਉਸ ਨੂੰ ਨਵਾਂ ਬਣਿਆ 1925 ਤੋਂ ਬਾਅਦ, ਉਹਦੇ ਕੋਲੋਂ ਲੈ ਲਿਆ। ਕੁਛ ਲੋਕਾਂ ਨੂੰ ਇਹ ਗੱਲ ਪਤਾ ਸੀ, ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ, ਔਰ ਇਹਦੀ ਬਹੁਤ ਅਹਿਮੀਅਤ ਹੈ। ਔਰ ਉਸ ਤੋਂ ਬਾਅਦ ਅਗਲੇ ਸਾਲ ਜਿਹੜਾ ਫਿਰ ਨਹਿਰੂ ਰਿਪੋਰਟ ਦੀ ਗੱਲ ਉਹਨਾਂ ਨੇ ਕਰਤੀ ਹੈ। ਮੇਰਾ ਖਿਆਲ ਹੈਗਾ ਉਹ ਕੋਈ 280 ਦੀ ਰਿਪੋਰਟ ਹੈ ਜਿਹਦਾ ਉਨਵਾਨ ਹੀ ਇਹੀ ਐਂਟੀ ਨੈਸ਼ਨਲ ਏਜੰਡੇ ਦੇ ਖਿਲਾਫ ਉਹ ਕੰਮ ਕਰ ਰਹੇ ਨੇ। ਪਤਾ ਨਹੀਂ ਕਿਹੜਾ ਐਂਟੀ ਨੈਸ਼ਨਲ ਏਜੰਡਾ ਹੈ ਜਿਹਦੇ ਖਿਲਾਫ ਉਹ ਕੰਮ ਕਰ ਰਹੇ ਸਨ, ਲੇਕਿਨ ਉਸ ਰਿਪੋਰਟ ਨੂੰ ਪੜ੍ਹ ਕੇ ਤੁਸੀਂ ਦੇਖ ਲਓ, ਉਹਦੇ 'ਚ ਇਹੀ ਡਰ ਹੈਗਾ ਕਿ ਹੋਰ ਮੁਸਲਿਮ ਪ੍ਰੋਵਿੰਸਿਸ ਨਹੀਂ ਬਣਨੇ ਚਾਹੀਦੇ। ਉਹਦੇ 'ਚ ਇਹੀ ਡਰ ਹੈਗਾ, ਮਤਲਬ ਪੰਜਾਬ ਦੀ ਔਰ ਬੰਗਾਲ ਦੀ ਜਿਹੜੀ ਰਿਪੋਰਟ ਹੈਗੀ ਹੈ, ਉਹ ਨੌਜਵਾਨ ਜਵਾਹਰ ਲਾਲ ਨਹਿਰੂ ਨੇ ਇਹਦੇ ਰਿਸਰਚ ਕੀਤੀ ਔਰ ਪੰਜਾਬ ਦੀ ਰਿਪੋਰਟ ਦੇ ਵਿੱਚ ਕਿਹਾ ਉਹਨਾਂ ਨੇ ਕਿ ਪੰਜਾਬ ਵਿੱਚ ਮੁਸਲਮਾਨ ਬੱਚੇ ਪੈਦਾ ਕਰਦੇ ਨੇ, ਇਸ ਵਾਸਤੇ ਆਬਾਦੀ ਬੜੀ ਜ਼ਿਆਦਾ ਹੈ। ਹੁਣ ਇਹ ਜੁਮਲਾ ਤੁਸੀਂ ਲਖਨਊ ਦੇ ਮੁਤਲਕ ਕਹਿ ਦਿਓ ਕਿ ਜੀ ਹਿੰਦੂ ਉੱਥੇ ਇਸ ਵਾਸਤੇ ਜ਼ਿਆਦਾ ਨੇ ਕਿ ਬੱਚੇ ਬੜੇ ਪੈਦਾ ਕਰਦੇ ਨੇ। ਫਿਰ ਪੰਜਾਬੀ ਜ਼ਬਾਨ ਦੇ ਨਾਲ ਉਹਦੇ ਕੀ ਟ੍ਰੀਟਮੈਂਟ ਹੈਗਾ, ਈਵਨ ਸਿੰਧ ਦੇ ਨਾਲ ਕੀ ਟ੍ਰੀਟਮੈਂਟ ਹੈਗਾ। ਤੇ ਸਿੰਧੀਆਂ ਨੇ ਪੜ੍ਹੀ ਨਹੀਂ ਨਾ, ਸਿੰਧੀ ਨੈਸ਼ਨਲਿਸਟ ਹੁਣ ਤੇ ਪਤਾ ਨਹੀਂ ਕੀ ਗੱਲਾਂ ਕਰਦੇ ਨੇ, ਲੇਕਿਨ ਪੜ੍ਹੀ ਪੂਰਾ ਕੋਈ ਨਹੀਂ ਉਹਨਾਂ ਨੇ। ਪੜ੍ਹਿਆ ਹੁੰਦਾ ਤੇ ਕਦੀ ਵੀ ਇਹ ਗੱਲ ਨਾ ਕਰਦੇ। ਹੁਣ ਸਮਝ ਆ ਜਾਂਦੀ ਕਿ ਇਹ ਕਿਹੜੇ ਕੰਮ ਹੈਗੇ ਸਨ ਜਿਹੜੇ 12 ਅਜ਼ੀਮ ਦਾਨਿਸ਼ਵਰ ਬੈਠ ਕੇ ਤੈਅ ਕਰਦੇ। ਔਰ ਇੱਕ ਪੰਜਾਬੀ ਵੀ ਹੈਗਾ ਸੀ, ਔਰ ਪੰਜਾਬੀ ਵੀ ਸਿੱਖਾਂ 'ਚੋਂ ਰੱਖਿਆ ਮੰਗਲ ਸਿੰਘ। ਉਹਨਾਂ ਦਾ ਇੱਕ ਐਸਾ ਕਿਰਦਾਰ ਹੈਗਾ, ਉਹ ਕਾਂਗਰਸ ਨਾਲ ਜੁੜੇ ਰਹੇ ਔਰ ਉਹਨਾਂ ਨੇ ਕੀ ਕਿਰਦਾਰ ਅਦਾ ਕੀਤੇ, ਮੈਂ ਤਾਂ ਚਾਹੁੰਦਾ ਕਿ ਉਸ ਦੀ ਕਦੀ ਗੱਲ ਹੋਏ। ਬਹਰਹਾਲ ਇਹ ਲਖਨਊ ਆਪਣਾ ਨਹਿਰੂ ਰਿਪੋਰਟ ਤੋਂ ਬਾਅਦ ਜਿਹੜੀ ਅਹਿਮ ਗੱਲ ਹੈਗੀ ਹੈ ਉਹ ਇਲਾਹਾਬਾਦ ਦਾ ਐਡਰੈਸ ਹੈ, ਜਿਹੜਾ ਇਕਬਾਲ ਦਾ ਐਡਰੈਸ ਹੈ, ਇਲਾਮਾ ਇਕਬਾਲ ਦਾ, ਉਹਦੀ ਅਹਿਮੀਅਤ ਬਹੁਤ ਸੀ। ਔਰ ਉਹ ਪਹਿਲੀ ਦਫਾ ਉਹਨੇ ਪੋਲੀਟੀਕਲ ਐਂਗਲ ਦੇ ਕੇ ਦੱਸਿਆ ਕਿ ਜਨਾਬ ਮੁਸਲਿਮ ਅਕਸਰੀਤੀ ਇਲਾਕੇ ਜਿਹੜੇ ਨੇ ਉਹ ਇੱਕ ਪਿਵਟਲ ਰੋਲ ਮੁਸਤਕਬਲ ਦੀ ਪੋਲੀਟਿਕਸ ਅਦਾ ਕਰਨਗੇ। ਔਰ ਜਦੋਂ 1937 ਚ ਉਹਨਾਂ ਨੇ ਦੁਬਾਰਾ ਮੁਹੰਮਦ ਅਲੀ ਜਿੰਨਾ ਨੂੰ ਖੱਤ ਲਿਖੇ ਆਪਣੇ ਮਰਨ ਤੋਂ ਕੁਝ ਦੇਰ ਪਹਿਲੇ, ਜਿਹੜੇ ਕੋਲੰਬੀਆ ਯੂਨੀਵਰਸਿਟੀ ਦੀ ਵੈਬਸਾਈਟ ਤੇ ਨੇ, ਉਹਦੇ 'ਚ ਉਹਨਾਂ ਨੇ ਕਿਹਾ ਖੁਤਬਾ ਇਲਾਹਾਬਾਦ ਬੰਗਾਲ ਦਾ ਉਸ ਨਾਲ ਜ਼ਿਕਰ ਨਹੀਂ, ਲੇਕਿਨ ਉਹਦੇ 'ਚ ਉਹਨਾਂ ਨੇ ਕਿਹਾ ਕਿ ਇੱਕ ਨਹੀਂ ਦੋ ਰਿਆਸਤ,
ਸਟੇਟਸ ਦਾ ਲਫ਼ਜ਼ ਇਸਤੇਮਾਲ ਕੀਤਾ, ਨਾਲ ਬੰਗਾਲ ਦਾ ਜ਼ਿਕਰ, ਯਾਨੀ ਇਹ ਕੰਟੀਜਨਸ 4 ਇਲਾਕਿਆਂ ਨੂੰ ਉਹਨਾਂ ਨੇ ਇੱਕ ਯੂਨਿਟ ਦੇ ਤੌਰ ਤੇ ਲਿੱਤਾ ਔਰ ਉਹਨੂੰ ਜਿਹੜਾ ਹੈਗਾ ਇੱਕ ਯੂਨਿਟ ਦੇ ਤੌਰ ਤੇ ਲਿੱਤਾ ਪੂਰੇ ਬੰਗਾਲ ਨੂੰ, ਔਰ ਇਹ ਪੂਰੇ ਬੰਗਾਲ ਔਰ ਪੂਰੇ ਪੰਜਾਬ ਦੀ ਗੱਲ। ਅੱਛਾ, ਲੇਕਿਨ ਖੁਤਬਾ ਇਲਾਹਾਬਾਦ ਤੋਂ ਬਾਅਦ ਤੁਸੀਂ ਦੇਖਦੇ ਹੋ ਇੱਕਦਮ ਇੱਥੇ ਕਸ਼ਮੀਰ ਦੀ ਤਹਿਰੀਕ ਕਹਿੰਦੇ 1931 ਦੀ, ਉਹਦੀ ਬਹੁਤ ਅਹਿਮੀਅਤ, ਸਾਡੀ ਮੁਸਤਕਬਲ ਦੀ ਸਿਆਸਤ ਦੇ ਵਿੱਚ ਉਹਦੀ ਅਹਿਮੀਅਤ ਹੀ ਬਹੁਤ ਜ਼ਿਆਦਾ ਹੈਗੀ। ਉਹਦੀ ਇੱਕ ਅਹਿਮੀਅਤ ਕੁਛ ਲੋਕ ਦੇ ਇਸ ਤਰ੍ਹਾਂ ਸੇ ਕਹਿੰਦੇ ਨੇ ਕਿ ਜੀ ਮੁਸਲਿਮ ਕਸ਼ਮੀਰ ਹੈ, ਸਿਰਫ ਇਹ ਗੱਲ ਨਹੀਂ, ਉਹਦੇ ਵਿੱਚ ਇਹ ਵੀ ਅਹਿਮੀਅਤ ਹੈਗੀ ਹੈ ਕਿ ਉਸ, ਮੇਰਾ ਆਪਣਾ ਇਹ ਖਿਆਲ ਹੈਗਾ ਕਿ ਉਸ ਐਗਰੀਮੈਂਟ ਦਾ ਤੁਹਾਨੂੰ ਪਤਾ ਹੈਗਾ, ਉਹ ਜਿਹੜੀ ਤਹਿਰੀਕ ਚੱਲੀ ਬੁਨਿਆਦੀ ਤੌਰ ਤੇ ਕਸ਼ਮੀਰ ਦੀ, ਉਹ ਚਲਾਈ ਕਿਨੇ, ਉਹ ਕਸ਼ਮੀਰ ਤੋਂ ਬਾਹਰ ਬੈਠੇ ਕਸ਼ਮੀਰੀਆਂ ਨੇ ਜਿਹੜੇ, ਔਰ ਇਹੀ ਉਹਦਾ ਕੈਚ ਹੈਗਾ ਔਰ ਇਹੀ ਉਹਦੀ ਅਹਿਮੀਅਤ ਹੈਗੀ। ਉਹ ਸਾਰੀ ਪੰਜਾਬ ਵਿੱਚ ਚੱਲ ਰਹੀ ਹੈ, ਕਸ਼ਮੀਰ ਦੇ ਨਾਲ ਜੁੜੇ ਇਲਾਕਿਆਂ ਦੇ ਅੰਦਰ, ਔਰ ਉਹਨਾਂ ਇਲਾਕਿਆਂ ਦੇ ਅੰਦਰ ਜਿੱਥੇ ਕਸ਼ਮੀਰੀਆਂ ਦੀ ਆਬਾਦੀ ਜ਼ਿਆਦਾ ਹੈਗੀ ਹੈ, ਜਾਂ ਉੱਥੇ ਜਿਹੜਾ ਹੈਗਾ ਉਹ ਅੰਗਰੇਜ਼ ਦੇ ਖਿਲਾਫ ਖਾਸ ਜਿਹੜਾ ਹੈਗਾ ਰਿਐਕਸ਼ਨ ਪਾਇਆ ਜਾਂਦਾ, ਉਹ ਸਾਰਿਆਂ ਨੇ ਮਿਲ ਜੁਲ ਕੇ ਜਿਹੜਾ ਹੈਗਾ ਕਸ਼ਮੀਰ ਦੀ ਤਹਿਰੀਕ ਹਿੱਸਾ ਪਾਇਆ ਔਰ ਵੱਡੀ ਤਾਦਾਦ ਵਿੱਚ ਗ੍ਰਿਫਤਾਰੀਆਂ ਹੋਈਆਂ। ਔਰ ਉਹਨੂੰ ਜਿਸ ਤਰੀਕੇ ਦੇ ਨਾਲ ਪੰਜਾਬ ਗੌਰਮੈਂਟ ਨੇ ਡੀਲ ਕੀਤਾ, ਯੂਨੀਅਨਿਸਟ ਗੌਰਮੈਂਟ ਨੇ, ਉਹ ਇੱਕ ਧਰਮੀ ਤਰੀਕਾ ਹੈਗਾ ਔਰ ਉਹਦੇ ਨਾਲ ਉਹਦਾ ਹੋਰ ਕੰਮ ਖਰਾਬ ਕੀਤਾ। ਉਹਦੇ ਤੇ ਫਿਰ ਕਦੀ ਮਤਲਬ ਇਹ ਗੱਲ ਹੋਏਗੀ, ਲੇਕਿਨ ਇਹ ਹੈਗਾ ਕਿ ਇਹ ਸਾਰੀ ਪੋਲੀਟਿਕਸ। ਔਰ 1932 ਦਾ ਕਮਿਊਨਲ ਅਵਾਰਡ, 1932 ਦੇ ਕਮਿਊਨਲ ਅਵਾਰਡ ਨੂੰ ਇਸ ਵਾਸਤੇ ਅਹਿਮੀਅਤ ਹੈਗੀ ਹੈ ਕਿ ਉਹਦੇ ਵਿੱਚ ਲਖਨਊ ਪੈਕਟ ਤੇ 40% ਮੁਸਲਮਾਨਾਂ ਨੂੰ ਸੀਟਾਂ ਸਨ, ਉਹਦੇ 'ਚ ਕੁਝ 48% ਮਿਲਦੀ, 53 ਫਿਰ ਨਹੀਂ ਮਿਲੀਆਂ, 48 ਮਿਲੀਆਂ। ਤੇ ਉਹਦੇ ਨਾਲ ਜਿਹੜਾ ਹੈਗਾ ਉਹ ਹੋਰ ਕੌਨਸ਼ੀਅਸ ਹੋ ਗਏ। ਤੁਸੀਂ ਦੇਖੋ ਕਿ ਅਕਾਲੀ ਪਾਰਟੀਆਂ ਜਿਹੜੀਆਂ ਨੇ ਉਹ ਇੱਕਦਮ ਜਿਹੜਾ ਹੈਗਾ ਉਹ ਖੜੀ ਹੋ ਰਹੀਆਂ ਨੇ, ਔਰ ਇਹਨਾਂ ਨੂੰ ਲੱਗ ਰਿਹਾ ਕਿ ਕਿਤੇ ਕੰਮ ਜਿਹੜਾ ਹੈਗਾ ਉਹਨਾਂ ਨੂੰ ਆਬਾਦੀ ਦੇ ਹਿਸਾਬ ਨਾਲ ਸੀਟਾਂ ਮਿਲ ਗਈਆਂ, ਸਾਡਾ ਕੀ ਬਣੇਗਾ। ਔਰ ਕਮਿਊਨਲ ਅਵਾਰਡ ਦੇ ਉੱਤੇ ਤੁਸੀਂ ਦੇਖੋ ਕਿ ਉਹਨੂੰ ਇਕਬਾਲ ਵੀ ਸਪੋਰਟ ਕਰ ਰਹੇ ਨੇ। ਉਹਨੂੰ ਮੁਸਲਿਮ ਲੀਗ ਸਪੋਰਟ ਕਰ ਰਹੀ ਹੈ, ਯੂਨੀਅਨਿਸਟ ਪਾਰਟੀ ਵੀ ਸਪੋਰਟ ਕਰ ਰਹੇ ਨੇ, ਯੂਨੀਅਨਿਸਟਾਂ ਤੋਂ ਇਲਾਵਾ ਅਹਿਰਾਰ ਹੈਗਾ ਉਹ ਵੀ ਸਪੋਰਟ ਕਰ ਰਹੀ ਹੈ। ਯਾਨੀ ਅਹਿਰਾਰ, ਯੂਨੀਅਨਿਸਟ ਔਰ ਮੈਂ ਅਗਰ पूरा फ्लो ही खत्म हो गया। आवाज आ रही है मेरी? हाँ जी, आवाज आ रही है ਤੁਹਾਡਾ मैं आवाज जारी रखना, मेरा ख्याल है कि नाल मैं ठीक ਇਹਨੂੰ ਕਰਦਾ ਰਹਿਣਾ ਹੈ। अच्छा जी, ਤੁਹਾਡੀ आवाज आ रही है, आवाज ठीक है, पर तो स्क्रीन लगदा ਜਾਂ कैमरा ਟੇਢਾ ਹੋ ਗਿਆ। हाँ जी, ਹੁਣ ਠੀਕ है। हाँ जी, हाँ जी, कंटिन्यू हो गया, हम ठीक। हाँ जी, ਹੁਣ ਠੀਕ ਹੋ ਗਿਆ। हाँ जी, ठीक है जी। ਅੱਛਾ ਜੀ, ਤੇ ਉਹ ਇਹ ਜਿਹੜੀ ਸਾਰੀ ਪੋਲਿਟਿਕਸ ਹੈ ਕਮਿਊਨਲ ਅਵਾਰਡ ਦੀ, ਉਹਦੇ ਅੰਦਰ ਵੀ ਤੁਹਾਨੂੰ ਇਹ ਨਜ਼ਰ ਆਉਂਦਾ ਗੱਲ ਕਿ ਇਹ ਗੱਲ ਅਹਿਮ ਹੈਗੀ ਹੈ ਕਿ ਇੱਥੇ ਕੁਝ ਅਰਦਾਸ ਪੈਦਾ ਹੁੰਦਾ। ਮੈਂ ਆਪਣਾ ਲੈਪਟਾਪ ਨਹੀਂ ਖੋਲ੍ਹਾਂ, ਪਤਾ ਨਹੀਂ ਗਰਮ ਹੋ ਜਾਂਦਾ ਕੀ ਹੈ, ਮੈਨੂੰ ਤਾਂ ਸਮਝ ਨਹੀਂ ਆ ਰਹੀ। ਇਹ ਖੁੱਲ ਤੇ ਗਿਆ। हाँ जी, ਹੁਣ ਠੀਕ ਹੈ। सॉरी जनाब, मेरा मतलब ਅਸੀਂ ਟੈਕਨੀਕਲ ਬੰਦਾ ਤੇ ਮੈਂ ਹੈਗਾ ਨਹੀਂ, ਤੁਹਾਨੂੰ ਪਤਾ ਹੈਗਾ ਕਿ ਸਮਝਦੇ ਹਾਂ ਜੀ, ਕੋਈ ਗੱਲ ਨਹੀਂ। ਬੋਲੀ ਜਾਵਾਂ ਜੀ ਮੈਂ? ਹਾਂਜੀ ਹਾਂਜੀ, ਬੋਲੀ ਜਾਓ, ਕੰਟੀਨਿਊ ਕਰ ਸਕਦੇ ਹੋ। ਠੀਕ ਹੈ, ਠੀਕ ਹੈ। ਹੁਣ ਮੈਂ ਮਤਲਬ ਹੈ ਕਿ ਬਿਲਕੁਲ ਇਹਨੂੰ ਆਖਰ ਦੇ ਵਿੱਚ ਮੈਂ 35 ਦੇ ਐਕਟ ਦੇ ਬਾਅਦ ਜਿਹੜੇ ਇਲੈਕਸ਼ਨ ਨੇ ਉਸ ਤੋਂ ਆਖਰੀ ਗੱਲ ਕਰ ਦੇਵਾਂ ਕਿ 35 ਦੇ ਇਲੈਕਸ਼ਨ ਦੀ ਕੰਪੋਜੀਸ਼ਨ ਤੇ ਉਹਨਾਂ ਨੇ ਗੱਲ ਕਰਤੀ ਕਿ ਐਕਟ ਦੇ ਵਿੱਚ ਕੀ ਹੈਗਾ ਸੀ। ਉਹਦੇ ਤੇ ਮਤਲਬ ਹੈ ਕਿ ਉਸ ਤੋਂ ਬਜਾਏ ਇਹ ਜ਼ਰੂਰ ਮੈਂ ਉਹਦੇ ਕਹਾਂ ਕਿ ਉਹਦੇ 'ਚ ਮਰਕਜ਼ੀ ਹਕੂਮਤ ਨਹੀਂ ਬਣਾਈ, ਜਾਣ ਬੁੱਝ ਕੇ ਅੰਗਰੇਜ਼ਾਂ ਨੇ, ਉਹ ਵੀ ਇੱਕ ਪੂਰਾ ਸਿਲਸਿਲਾ ਹੈਗਾ ਸੀ। ਲੇਕਿਨ ਇਹ ਅਹਿਮ ਗੱਲ ਹੈਗੀ ਹੈ ਕਿ 35 ਦੇ ਇਲੈਕਸ਼ਨ ਤੋਂ ਪਹਿਲੇ ਜਿਹੜਾ ਸ਼ਹੀਦ ਗੰਜ ਦਾ ਵਾਕਿਆ ਇੱਥੇ ਹੋਇਆ ਔਰ ਇੱਕਦਮ ਉਹਨੂੰ ਫਾਈਲਾਂ 'ਚੋਂ ਕੱਢ ਕੇ ਉਸ ਵਾਕਿਆ ਦੇ ਉੱਤੇ ਜਿਹੜਾ ਹੈਗਾ ਲੜਾਈ ਕਰਵਾਈ ਗਈ, ਉਹ ਬੁਨਿਆਦੀ ਤੌਰ ਤੇ ਇੱਕ ਪੋਲੀਟਿਕਸ, ਐਸੀ ਪੋਲੀਟਿਕਸ ਪੰਜਾਬ ਵਿੱਚ ਸ਼ੁਰੂ ਹੋਈ ਜਿਹਨੇ ਇੱਥੇ ਬਹੁਤ ਵੱਡਾ ਪਾੜ ਪਾਇਆ, ਜਿਹੜਾ 47 ਤੱਕ ਹੋਰ ਜ਼ਿਆਦਾ ਵੱਧਦਾ ਗਿਆ। ਔਰ ਇਹ ਗੱਲ ਜਿਹੜੀ ਹੈਗੀ ਹੈ ਇਹ ਆਪਣੀ ਜਗ੍ਹਾ ਅਹਿਮ ਹੈ। ਇਸ ਵਾਸਤੇ ਹੁਣ ਮੈਂ ਸਿਰਫ ਜਿਹੜਾ 37 ਦਾ ਰਿਜ਼ਲਟ ਹੈਗਾ 37 ਦੇ ਇਲੈਕਸ਼ਨ ਦਾ, ਉਹ ਆਪਣੇ ਆਪ ਬਹੁਤ ਕੁਝ ਦੱਸ ਰਿਹਾ, ਚੀਖ ਕੇ ਦੱਸ ਰਿਹਾ। ਯਾਨੀ ਕਿ 1585 ਸੀਟਾਂ ਨੇ ਟੋਟਲ ਸਾਰੇ ਸੂਬਿਆਂ ਦੇ ਅੰਦਰ, 11 ਸੂਬਿਆਂ ਦੇ ਅੰਦਰ। ਔਰ ਉਹ ਜਿਹੜੀ ਹਲੇ ਕਿਸੇ ਨੇ ਕੀਤੀ ਸੀ ਯਮਨ ਵਾਲੀ ਗੱਲ, ਉਹ ਠੀਕ ਹੈਗੀ, ਉਹ ਯਮਨ ਤੇ ਇਹ ਜਿਹੜਾ ਆਪਣਾ 1585 ਸੀਟਾਂ ਨੇ, ਤੁਸੀਂ ਦੇਖੋ ਉਹਨਾਂ 'ਚੋਂ ਕਾਂਗਰਸ ਅੱਧੀ ਸੀਟਾਂ ਵੀ ਨਹੀਂ ਲੈ ਕੇ ਜਾ ਸਕਦੀ। ਬਾਅਦ ਦੇ ਵਿੱਚ ਉਹਨਾਂ ਨੇ ਰੌਣਕ ਤੇ ਉਹਨਾਂ ਦੀ ਇੰਨੀ ਹੈਗੀ ਸੀ ਕਿ ਜਿਸ ਤਰ੍ਹਾਂ ਉਹਨਾਂ ਨੇ ਪਤਾ ਨਹੀਂ ਕਿੰਨਾ ਵੱਡਾ ਮਾਰਕਾ ਮਾਰ ਲਿਆ ਔਰ 80% ਲੋਕ ਉਹਨਾਂ ਦੇ ਨਾਲ ਹੈਗੇ। ਤੇ ਜਦੋਂ ਉੱਥੋਂ ਸੀਟਾਂ ਦੇ ਉੱਤੇ ਤੋਂ ਗੱਲ ਨਹੀਂ ਹੁੰਦੀ ਤੇ ਫਿਰ ਉਹ ਤੋਂ ਹਟ ਕੇ ਉਹ ਦੂਜੀ ਗੱਲ ਸ਼ੁਰੂ ਕਰ ਦਿੰਦੇ ਨੇ ਕਿ ਜਨਾਬ ਸੂਬਿਆਂ 'ਚ ਵੀ ਜਿਸ ਤਰ੍ਹਾਂ ਉਹਨਾਂ ਨੇ ਕੁਛ ਦੇ ਵਿੱਚ ਉਹਨਾਂ ਦੇ ਕੋਲ ਅਕਸਰੀਅਤ ਹੈਗੀ ਸੀ, ਸੂਬੇ ਗੌਰਮੈਂਟ ਬਣਾਈ
ਔਰ ਕੁਛ ਜਿਸ ਤਰ੍ਹਾਂ ਹਾਰਸ ਟ੍ਰੇਡਿੰਗ ਨਾਲ ਬਣੀ ਉਹ ਵੀ ਸਾਨੂੰ ਪਤਾ ਹੈਗਾ, ਉਸ ਦੀ ਅਸੀਂ ਗੱਲ ਨਹੀਂ ਹਲੇ ਕਰਾਂਗੇ। ਇਸ ਲਈ ਸਿਰਫ ਇਹ ਹੈਗਾ ਕਿ 707 ਸੀਟਾਂ ਸਨ, 385 ਸੀਟਾਂ ਜਿਹੜੀਆਂ ਹੈਗੀਆਂ ਨੇ ਉਹਦੇ ਵਿੱਚ ਉਹ ਇਹਦੀਆਂ ਹੈਗੀਆਂ ਸਨ, 707 ਹੈਗੀਆਂ ਸਨ ਸੌਰੀ 385 ਇੰਡੀਪੈਂਡੈਂਟ ਹੈਗੇ ਸਨ। ਜਰਾ ਗੌਰ ਕਰੋ, ਅਵਲ ਤੇ ਇਹਨਾਂ ਇਲੈਕਸ਼ਨਾਂ 'ਚ ਇੰਡੀਪੈਂਡੈਂਟ ਦੀ ਲੋੜ ਕੀ ਹੁੰਦੀ ਹੈ, ਇਹ ਮੈਨੂੰ ਸਮਝ ਨਹੀਂ ਆਈ ਕਿ ਕਿਉਂ ਰੱਖਿਆ ਹੈ ਸੀ। ਲੇਕਿਨ ਬਹਰਹਾਲ 385 ਲੋਕ ਇੰਡੀਪੈਂਡੈਂਟ ਹੈਗੇ ਸਨ ਔਰ 397 ਲੋਕ ਅਦਰਸ ਹੈਗੇ ਤੇ 106 ਮੁਸਲਿਮ ਲੀਗ ਦੇ। ਹੁਣ 397 ਤੁਸੀਂ ਦੇਖ ਲਓ, ਇਹਦਾ ਮਤਲਬ ਹੈ ਕਿ ਸਾਰੀ ਤਾਕਤ ਕਾਂਗਰਸ ਤੋਂ ਬਾਹਰ ਬਹੁਤ ਵੱਡੀ ਤਾਦਾਦ ਸੀ, ਜਿਹਨੂੰ ਕੰਪਰੀਹੈਂਡ 37 ਤੋਂ ਬਾਅਦ ਦੀ ਵਜ਼ਾਰਤਾਂ ਨੇ ਨਹੀਂ ਕੀਤਾ, ਜਿਹੜੀ ਕਾਂਗਰਸ ਦੀਆਂ ਬਣੀਆਂ। ਪੰਜਾਬ ਵਿੱਚ ਜੋ ਸੂਰਤ ਹਾਲ ਸੀ ਉਹ ਠੀਕ ਹੈ, 95 ਸੀਟਾਂ ਜਿਹੜੀਆਂ ਨੇ ਉਹ ਯੂਨੀਅਨਿਸਟ ਪਾਰਟੀ ਦੀਆਂ ਹੀ ਸਨ, ਲੇਕਿਨ ਯੂਨੀਅਨਿਸਟ ਪਾਰਟੀ ਨੇ ਜਿਹੜੀ ਮੈਂ ਤੁਹਾਨੂੰ ਦੱਸਿਆ ਪਾੜ ਪਾਤਾ ਸੀ ਸ਼ਹੀਦਗੰਜ ਦੇ ਨਾਂ ਤੇ, ਉਹਦਾ ਫਿਰ ਚੈਂਪੀਅਨ ਜਿਹੜਾ ਹੈਗਾ ਨਾ ਉਹ ਦੂਜਿਆਂ ਨੇ ਹੀ ਬਣਨਾ ਹੈਗਾ ਸੀ, ਉਹ ਯੂਨੀਅਨਿਸਟ ਪਾਰਟੀ ਨੇ ਨਹੀਂ ਬਣਨਾ ਸੀ। ਯੂਨੀਅਨਿਸਟ ਪਾਰਟੀ ਕਸ਼ਮੀਰ ਦੀ ਤਹਿਰੀਕ ਵਿੱਚ ਵੀ ਔਰ ਸ਼ਹੀਦਗੰਜ ਵਿੱਚ ਵੀ ਸਟੇਟ ਕਰਾਫਟ ਤੇ ਖੇਡ ਕੇ ਕਾਮਯਾਬ ਹੋ ਗਈ, ਲੇਕਿਨ ਉਹਦੇ ਨਾਲ ਜਿਹੜੇ ਨਵੇਂ ਦਰਵਾਜ਼ੇ ਖੁੱਲ ਗਏ ਉਹ ਐਨਜੀਏ, ਜਿਸ ਤਰ੍ਹਾਂ ਅਗਰ ਕਾਂਗਰਸ ਜਿਹੜੀ ਹੈ ਉਹ ਐਂਟੀ ਪਾਕਿਸਤਾਨ ਕਾਰਡ ਇਸਤੇਮਾਲ ਕਰੇ ਤੇ ਉਹਦੇ ਵਿੱਚੋਂ ਫਿਰ ਬਿੱਲ ਆਖਰ ਮੋਦੀ ਨਹੀਂ ਨਿਕਲਣਾ ਹੁੰਦਾ, ਮਤਲਬ ਜ਼ਾਹਿਰ ਹੈ ਫਿਰ ਜਦੋਂ ਉਹ ਹੈਗਾ ਤੇ ਫਿਰ ਮੋਦੀ ਉਹਨਾਂ ਤੋਂ ਵੱਡਾ ਐਂਟੀ ਪਾਕਿਸਤਾਨ ਹੈਗਾ। ਤੇ ਇਹ ਪੋਲਿਟਿਕਸ ਜਿਹੜੀ ਹੈਗੀ ਹੈ ਜਦੋਂ ਸੈਕੂਲਰਿਸਟ ਕਰਦੇ ਨੇ ਤੇ ਫਿਰ ਉਹਦਾ ਇੱਕ ਨਤੀਜਾ ਵੀ ਭੁਗਤਣਾ ਪੈਂਦਾ ਤੇ ਇਹ ਉਹਨਾਂ ਨੇ ਕੀਤਾ। ਅੱਛਾ, ਉਸ ਤੋਂ ਬਾਅਦ ਪੰਜਾਬ ਦੇ ਅੰਦਰ ਜਿਹੜੇ ਦੂਸਰੇ ਲੋਕ ਹੈਗੇ ਨੇ ਇਹ ਵੀ ਬੜਾ ਦਿਲਚਸਪ ਹੈ, ਯਾਨੀ ਇੱਕ ਖਾਲਸਾ ਨੈਸ਼ਨਲ ਬੋਰਡ ਬਣਿਆ ਹੈ। ਉਹ ਕੌਣ ਲੋਕ ਹੈਗੇ ਸਨ, ਉਹਨਾਂ ਦੇ ਮੁਤਲਕ ਸਾਨੂੰ ਪੂਰੀ ਪੜਚੋਲ ਕਰਨੀ ਚਾਹੀਦੀ ਹੈ। ਉਹਨਾਂ ਨੇ ਵੀ 11 ਸੀਟਾਂ ਜਿੱਤੀਆਂ ਸਨ। ਫਿਰ ਇੱਕ ਹਿੰਦੂ ਇਲੈਕਸ਼ਨ ਬੋਰਡ ਹੈਗਾ ਸੀ, ਯਾਨੀ ਇਹ ਹਿੰਦੂ ਇਲੈਕਸ਼ਨ ਬੋਰਡ, ਖਾਲਸਾ ਇਲੈਕਸ਼ਨ ਬੋਰਡ ਤੇ ਅਕਾਲੀਆਂ ਦੀ ਜਿਹੜੀ ਇੱਕ ਪਾਰਟੀ ਹੈ, ਇਹ ਤਿੰਨਾਂ ਨੇ ਕਾਂਗਰਸ ਦੇ ਅੰਡਰ ਇਲੈਕਸ਼ਨ ਨਹੀਂ ਲੜਿਆ, ਅਲੱਗ ਲੜਿਆ। ਈਵਨ ਹਰਾਰ ਨੇ ਵੀ ਅਲੱਗ ਲੜਿਆ ਇਲੈਕਸ਼ਨ, ਇਹਨਾਂ ਦੇ ਨਾਲ ਨਹੀਂ ਲੜਿਆ, ਕਾਂਗਰਸ ਦੇ ਨਾਲ ਵੀ। ਕਾਂਗਰਸ ਦੀ ਟੋਟਲ 18 ਸੀਟਾਂ ਆਈਆਂ, ਯਾਨੀ ਕਾਂਗਰਸ ਅਗਰ ਇਹਨਾਂ ਵਿਸਾਖੀਆਂ ਦੇ ਬਗੈਰ ਆਏ ਤੇ ਉਹ 18 ਉਹਦੇ ਨਾਲ ਬੰਦੇ। ਔਰ 46 ਦੇ ਇਲੈਕਸ਼ਨ 'ਚ ਵੀ ਆਈ ਹੈਗਾ ਸੀ ਕਿ ਇਹਨਾਂ 'ਚੋਂ ਕਾਫੀ ਸਾਰੇ ਰਲ ਗਏ ਉਹਨਾਂ ਦੇ ਨਾਲ ਤੇ ਫਿਰ ਉਹਨਾਂ ਦੀ 50 ਸੀਟਾਂ ਹੋ ਗਈਆਂ, ਵਰਨਾ ਹੈਗੀਆਂ ਉਹਨਾਂ ਦੀ 18 ਜਾਂ 18 ਤੋਂ ਵੀ ਦੇਖੋ ਤੇ ਘਟੀਆਂ ਹੀ ਸਨ 46 ਦਾ ਕੰਮ। ਹੁਣ ਇਹ ਇਲੈਕਸ਼ਨ ਰਿਜ਼ਲਟ ਹੈਗਾ, ਜਦੋਂ ਤੁਸੀਂ ਇਲੈਕਸ਼ਨ ਰਿਜ਼ਲਟ ਨੂੰ ਦੇਖ ਲੈਂਦੇ ਹੋ ਇੱਕ ਵਾਰੀ ਤੇ ਫਿਰ ਸਾਨੂੰ ਐਕਚੁਅਲੀ ਚੀਜ਼ਾਂ ਦਾ ਸਮਝ ਆਉਂਦੇ ਕਿ ਉਸ ਤੋਂ ਬਾਅਦ ਕਾਇਦੇ ਆਪਣਾ ਮੁਸਲਿਮ ਲੀਗ ਨੇ ਇੱਕ ਕੰਮ ਸ਼ੁਰੂ ਕੀਤਾ ਸੀ ਜਿਹਨੂੰ ਕਹਿੰਦੇ ਹਨ ਮੁਸਲਿਮ ਪਾਰਲੀਮਾਨੀ ਬੋਰਡ ਦੀ ਪੋਲਿਟਿਕਸ। ਮੁਸਲਿਮ ਪਾਰਲੀਮਾਨੀ ਬੋਰਡ ਦੀ ਜਿਹੜੀ ਪੋਲਿਟਿਕਸ ਹੈ ਉਹ 36 ਦੇ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਬਣਾਈ ਸੀ। ਪੰਜਾਬ ਵਿੱਚ ਵੀ ਆਏ ਸਨ, ਪੰਜਾਬ ਵਿੱਚ ਵੀ ਉਹਨਾਂ ਨੇ ਜਿਹੜਾ ਇਲੈਕਸ਼ਨ ਬੋਰਡ ਬਣਾਇਆ ਸੀ ਉਹਦੇ 'ਚ ਹਰਾਰੀ ਵੀ ਸ਼ਾਮਲ ਹੈ। ਮੇਰੇ ਦਾਦਾ ਵੀ ਉਹਦੇ 'ਚ 4 ਬੰਦੇ ਜਿਹੜੇ ਦਿੱਲੀ ਲਾਸਟ ਵੀ ਜਾਂਦੇ ਸਨ, 6 ਮਹੀਨੇ ਚੱਲਿਆ, ਇਲੈਕਸ਼ਨ ਤੋਂ ਪਹਿਲੇ ਖਤਮ ਹੋ ਗਿਆ। ਲੇਕਿਨ ਮੁਸਲਿਮ ਮਾਈਨੋਰਿਟੀ ਇਲਾਕਿਆਂ ਦੇ ਅੰਦਰ ਉਹ ਇਲੈਕਸ਼ਨ ਬੋਰਡ ਦੀ ਪੋਲਿਟਿਕਸ ਜਿਹੜੀ ਹੈ ਪਾਰਲੀਮਾਨੀ ਬੋਰਡ ਦੀ ਉਹ ਕਾਮਯਾਬ ਰਹੀ ਔਰ ਉੱਥੇ ਮੁਸਲਿਮ ਲੀਗ ਨੂੰ ਸੀਟਾਂ ਮਿਲੀਆਂ। ਉਹ ਸਿਰਫ ਮੁਸਲਿਮ ਲੀਗ ਦੀਆਂ ਨਹੀਂ ਹੈਗੀਆਂ ਸਨ, ਉਹਦੇ ਜਮੀਅਤ ਉਲਮਾ ਹਿੰਦ ਵੀ ਉਹਨਾਂ ਦੇ ਨਾਲ ਸ਼ਾਮਲ ਹੈਗੀ, ਯੂਪੀ 'ਚ ਬਿਹਾਰ ਦੇ ਵਿੱਚ ਸ਼ਾਮਲ ਹੈਗੇ ਸਨ ਬਕਾਇਦਾ। ਬਾਅਦ ਦੇ ਵਿੱਚ ਉਹਨਾਂ ਨੇ ਇਨਕਾਰ ਕੀਤਾ, ਮਤਲਬ ਕਿ ਇੰਝ ਸ਼ੋਅ ਕੀਤਾ ਜਦੋਂ ਹੁਸੈਨ ਅਹਿਮਦ ਮਦਨੀ ਸਾਹਿਬ ਆ ਗਏ ਕਿ ਕਦੀ ਅਸੀਂ ਮੁਸਲਿਮ ਲੀਗਾਂ ਦੇ ਚੱਲੇ ਹੀ ਨਹੀਂ, ਲੇਕਿਨ ਉਹ ਚੱਲਦੇ ਰਹੇ। ਉਸ ਵੇਲੇ ਇਲੈਕਸ਼ਨ ਤੋਂ ਬਾਅਦ ਕਾਇਦੇ ਆਜ਼ਮ ਨੇ 6 ਖੱਤ ਲਿਖੇ ਮੁਫਾਹਮਤ ਦੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ। ਸੀਰਵਾਈ ਸਾਹਿਬ ਦੀ ਕਿਤਾਬ ਹੈਗੀ ਹੈ ਪਾਰਟੀਸ਼ਨ ਆਫ ਇੰਡੀਆ ਦੇ ਉੱਤੇ, ਬਹੁਤ ਅੱਛੀ ਕਿਤਾਬ ਹੈ, ਉਹਦੇ ਵਿੱਚ ਉਹ ਸਾਰੇ ਖੱਤ ਉਹਨਾਂ ਦੇ ਜਵਾਬ ਲਿਖੇ ਹੋਏ। ਪੰਡਿਤ ਨਹਿਰੂ ਸਾਹਿਬ ਦਾ ਜਵਾਬ ਹੈਗਾ ਸੀ ਕਿ ਨਾ ਤੂੰ ਮੁਹੰਮਦ ਅਲੀ ਜਿੰਨਾ ਨੂੰ, ਕਿ ਨਾ ਤੂੰ ਪੰਜਾਬ ਵਿੱਚ ਹੈਗਾ ਨਾ ਬੰਗਾਲ ਵਿੱਚ, ਤੇ ਅਸੀਂ ਤੈਨੂੰ ਮੁਸਲਮਾਨਾਂ ਦਾ ਨੁਮਾਇੰਦਾ ਕਿਉਂ ਮੰਨੀਏ। ਤੇ ਮੈਨੂੰ ਲੱਗਦਾ ਮੁਹੰਮਦ ਅਲੀ ਜਿੰਨਾ ਨੇ ਉਹੀ ਗੱਲ ਪੱਲੇ ਬੰਨ ਲਈ, ਉਹਨੇ ਕਿਹਾ ਠੀਕ ਹੈ ਫਿਰ ਮੈਂ ਬਣ ਕੇ ਦੱਸਦਾ, ਤੇ ਫਿਰ ਉਹ ਬਣ ਗਿਆ। ਮੇਰਾ ਮਤਲਬ ਇਹ ਹੈ ਕਿ ਤੁਸੀਂ ਉਸ ਨੂੰ ਹੱਲ ਕਰਨ ਦੇ ਬਜਾਏ ਤੁਸੀਂ ਅਗਲੇ ਨੂੰ ਮਿਹਣੇ ਦੇ ਰਹੇ ਹੋ, ਕਿਉਂਕਿ ਉਸ ਵੇਲੇ ਦੀ ਕਾਂਗਰਸ ਆਪਣੇ ਆਪ ਨੂੰ ਸਮਝਦੀ ਸੀ ਕਿ ਉਹ ਸੋਲ ਸਪੋਕਸਮੈਨ ਹੈਗੀ ਇੰਡੀਅਨ ਲੋਕਾਂ ਦੀ। ਹੁਣ ਉਸ ਦੇ ਵਿੱਚ ਉਹ ਤੁਸੀਂ ਦੇਖੋ ਕਿ ਪੰਜਾਬ ਦੇ ਅੰਦਰ ਉਹ ਮੁਸਲਿਮ ਮਾਸ ਕੰਟੈਕਟ ਜੈਸੀ 2 ਨੰਬਰ ਤਹਿਰੀਕਾਂ ਚਲਾ ਰਹੇ ਨੇ, ਜਿਹਦੇ 'ਚ ਆਜ਼ਾਦ ਵੀ ਸ਼ਾਮਲ ਹੈ, ਸਾਰੇ ਲੋਕ ਸ਼ਾਮਲ ਹੈ, ਆਸ਼ਿਕ ਹੁਸੈਨ ਬਟਾਲਵੀ ਸਾਹਿਬ ਸ਼ਾਮਲ ਨੇ, ਹੋਰ ਵੀ ਆਏਂਦੇ ਬੜੇ ਸਾਰੇ ਲੜਨ ਪੜਨ ਸ਼ਾਮਲ ਨੇ। ਉਹ ਬਈ ਤੁਸੀਂ ਪੰਜਾਬ ਦੀ ਗੌਰਮੈਂਟ ਨੂੰ ਤਸਲੀਮ ਕਰੋ। ਮੁਹੰਮਦ ਅਲੀ ਜਿਨ੍ਹਾਂ ਨੇ ਜਿਨਾ ਸਿਕੰਦਰ ਪੈਕਟ ਕੀਤਾ, AK ਫਜ਼ਲ ਹਕ ਜਿਹੜੇ ਨੇ ਉਹ ਮੁਸਲਿਮ ਲੀਗ ਸ਼ਾਮਲ ਹੋ ਗਏ, ਜਿਹਨੇ ਕ੍ਰਿਸ਼ੀ ਪਰਜਾ ਪਾਰਟੀ ਬਣਾਈ ਹੋਈ ਸੀ ਔਰ ਉਹ ਇੱਕ ਵੱਡੇ ਲੀਡਰ ਹੈਗੇ ਸਨ, ਤਰੀਕੇ ਖਿਲਾਫਤ ਤੋਂ ਸ਼ੁਰੂ ਹੋਏ ਸਨ, ਉਹਨਾਂ ਦੀ ਪੋਲਿਟਿਕਸ ਹੀ ਹੋਰ ਤਰ੍ਹਾਂ ਦੀ। ਤੇ ਉਹ ਸਾਰੇ ਜਿਹੜੇ ਹੈਗੇ ਨੇ ਉਹ ਤੇ ਸ਼ਾਮਲ ਹੋ ਗਏ, ਜਾਂ ਮੁਸਲਿਮ ਲੀਗ ਸ਼ਾਮਲ ਹੋ ਗਏ ਜਾਂ ਮੁਸਲਿਮ ਲੀਗ ਨਾਲ ਅਲਾਇੰਸ ਵਿੱਚ ਚਲੇ ਗਏ। ਕਾਂਗਰਸ ਤੇ ਇਹ ਕੰਮ ਨਹੀਂ ਕਰ ਸਕਦੀ। ਮਤਲਬ ਤੁਹਾਨੂੰ ਨਜ਼ਰ ਆਉਂਦਾ ਕਿ ਮੁਸਲਿਮ ਅਕਸਰੀਤੀ ਸੂਬਿਆਂ 'ਚ ਔਰ ਮੁਸਲਿਮ ਲੀਗ 'ਚ ਗੁਰਬਤਾਂ ਵੱਧ ਰਹੀਆਂ 38 ਦੇ ਵਿੱਚ।
ਔਰ ਇਹ ਨਜ਼ਰ ਆਉਂਦਾ ਹੈ ਕਿ ਅੱਛਾ ਇਸੇ ਦੌਰਾਨ 1938 ਦੇ ਵਿੱਚ ਖਾਸ ਤੌਰ ਤੇ ਇੱਕ ਐਕਟ ਆਉਂਦਾ ਹੈ। ਹਲੇ ਸੈਕੰਡ ਵਰਲਡ ਵਾਰ ਸ਼ੁਰੂ ਹੋਣ 'ਚ ਬਹੁਤ ਟਾਈਮ ਹੈਗਾ, ਅਕਤੂਬਰ ਦੀ ਗੱਲ ਹੋਏਗੀ ਜਾਂ ਪਤਾ ਨਹੀਂ, ਜਾਂ ਮਤਲਬ ਇਹਦੀ ਡੇਟ ਚੈੱਕ ਕੀਤੀ ਜਾ ਸਕਦੀ ਹੈ। ਸੁਗਾਤਾ ਬੋਸ ਜਿਹੜੇ ਹੈਗੇ ਨੇ, ਜਿਨ੍ਹਾਂ ਨੇ ਹਿਜ਼ ਮੈਜੈਸਟੀਜ਼ ਐਨੀਮੀ ਕਿਤਾਬ ਲਿਖੀ ਹੈ, ਉਹਦੇ ਵਿੱਚ ਇਹਦਾ ਜ਼ਿਕਰ ਕੀਤਾ ਹੈਗਾ। ਬਹੁਤ ਅੱਛੀ ਕਿਤਾਬ ਹੈ ਸੁਭਾਸ਼ ਚੰਦਰ ਬੋਸ ਦੀ, ਬਹੁਤ ਹੀ ਅੱਛੀ ਬਾਇਓਗ੍ਰਾਫੀ ਹੈਗੀ ਉਹ, 2011 ਸ਼ਾਇਦ ਛਪੀ ਸੀ। ਤੇ ਹੁਣ ਉਹਦੇ ਵਿੱਚ 1938 ਦੇ ਉਸ ਅਮੈਂਡਮੈਂਟ ਦੇ ਵਿੱਚ ਅਮੈਂਡਮੈਂਟ ਹੈਗੀ ਡਿਫੈਂਸ ਆਫ ਇੰਡੀਆ ਐਕਟ 1915, ਔਰ ਉਹਦੇ 'ਚ ਇਹ ਹੈਗਾ ਕਿ ਜਿਹੜਾ ਫੌਜੀ ਭਰਤੀਆਂ ਦੇ ਖਿਲਾਫ ਗੱਲ ਕਰੇਗਾ ਉਹਨੂੰ ਅਸੀਂ ਫੜ ਲਾਂਗੇ, ਉਹਨੂੰ ਮਾਰਾਂਗੇ, ਉਹਨੂੰ ਕਾਲਾ ਪਾਣੀ ਭੇਜਾਂਗੇ, ਵਗੈਰਾ ਵਗੈਰਾ ਵਗੈਰਾ, ਚੁੱਕ ਲਾਂਗੇ, ਪੰਫਲੇਟ ਲਿਖਾ ਦੇਗਾ ਉਹਦੇ ਖਿਲਾਫ ਵੀ ਕੰਮ ਕਰਾਂਗੇ। ਕੀ ਲੋੜ ਹੈਗੀ? ਇਹ ਕਰੋਨਾ ਆਉਣ ਤੋਂ ਪਹਿਲੇ ਕੁਝ ਲੋਕਾਂ ਨੂੰ ਪਤਾ ਸੀ, ਜਿਹੜੇ ਹੁਣ ਮਤਲਬ ਹੈ ਕਿ ਕੁਛ ਨੂੰ ਇਹ ਵੀ ਪਤਾ ਹੋਏਗਾ ਕਿ ਕਰੋਨਾ ਤੋਂ ਬਾਅਦ ਕਰਨਾ ਕੀ ਹੋਏਗਾ ਦੁਨੀਆ ਦਾ, ਇਹਨੂੰ ਕਿੱਥੇ ਕਰਨਾ, ਕਿਹਨੂੰ ਕਿੱਥੇ ਨਹੀਂ ਕਰਨਾ, ਸਾਨੂੰ ਨਹੀਂ ਪਤਾ। ਅਸੀਂ ਉਸ ਟਾਈਮ ਤੇ ਰਹਿ ਰਹੇ ਹਾਂ, ਸਾਨੂੰ ਨਹੀਂ ਪਤਾ ਹਾਲੇ, ਅਸੀਂ ਸਿਰਫ ਅੰਦਾਜ਼ੇ ਲਾ ਸਕਦੇ। ਇੰਝ ਹੀ ਜਿਹੜਾ ਹੈਗਾ ਫਸਟ ਵਰਲਡ ਵਾਰ ਵਿੱਚ ਵੀ ਕੁਛ ਲੋਕਾਂ ਨੂੰ ਪਤਾ ਸੀ ਕਿ ਉਸ ਤੋਂ ਬਾਅਦ ਦੁਨੀਆ 'ਚ ਨਵੇਂ ਮੁਲਕ ਬਣਨੇ, ਉਹ ਕੰਮ ਪੈਣੇ ਨੇ। ਕੀ ਪੈਣੇ ਨੇ ਸਾਨੂੰ ਨਹੀਂ ਪਤਾ, ਉਸ ਵੇਲੇ ਨਹੀਂ ਪਤਾ ਸੀ 2018 ਤੱਕ, ਬਾਅਦ 'ਚ ਪਤਾ ਚੱਲਿਆ। ਤੇ ਹੁਣ ਉਹਨਾਂ ਨੇ ਉਹ ਐਕਟ ਜਿਹੜਾ ਹੈਗਾ ਉਹ ਸੂਬਿਆਂ ਤੋਂ ਪਾਸ ਕਰਾਉਣਾ ਸੀ, ਕਿਉਂਕਿ ਭਰਤੀਆਂ ਸੂਬਿਆਂ ਤੋਂ ਹੋਣੀਆਂ ਸੀ। ਤੇ ਸੁਗਾਤਾ ਬੋਸ ਨੇ ਕਿਹਾ ਦੋ ਪਾਰਟੀਆਂ ਸਨ ਪੂਰੇ ਇੰਡੀਆ ਦੇ ਅੰਦਰ ਜਿਨ੍ਹਾਂ ਉਹਦੀ ਮੁਖਾਲਫਤ ਕੀਤੀ। ਮੁਸਲਿਮ ਲੀਗ ਤਾਂ ਚਲੋ ਬਕੌਲ ਇਹ ਕਿ ਹੋਈ ਅੰਗਰੇਜ਼ਾਂ ਦੀ ਪਾਰਟੀ, ਮੰਨ ਲਿਆ ਜੀ, ਉਹਨਾਂ ਵੀ ਹਮਾਇਤ ਕਰਤੀ। ਕਾਂਗਰਸ ਜਿਹੜੀ ਐਂਟੀ ਇੰਪੀਰੀਅਲਿਸਟ ਸੀ, ਜਿਹੜੀ ਆਪਣਾ ਅੰਗਰੇਜ਼ ਨੂੰ ਇੱਥੋਂ ਕੱਢਣਾ ਚਾਹੁੰਦੀ ਸੀ ਔਰ ਪਤਾ ਨਹੀਂ ਕੀ ਉਹਨੇ ਆਪਣੇ ਸੂਬਿਆਂ 'ਚ ਕੋਈ ਪਾਸ ਨਹੀਂ ਕੀਤਾ। ਔਰ ਉਹਦੇ ਤੇ ਅੱਜ ਤੱਕ ਗੱਲ ਕਿਉਂ ਨਹੀਂ ਹੋਈ? ਫਿਰ ਪਾਸ ਤਾਂ ਉਹਨੇ ਕਰਾ ਦਿੱਤਾ ਉਹ ਐਕਟ ਜਿਹੜਾ ਹੈਗਾ, ਉਹਦੇ ਤੇ ਗੱਲ ਕਿਉਂ ਨਹੀਂ ਹੁੰਦੀ? ਉਹ ਨੈਸ਼ਨਲ ਨੈਰੇਟਿਵ 'ਚ ਆਉਂਦਾ ਕਿਉਂ ਨਹੀਂ ਕਿ ਉਹ ਜਦੋਂ ਤੁਸੀਂ ਪਾਸ ਕਰਾ ਦਿੱਤਾ ਤੇ ਫਿਰ ਤੁਸੀਂ ਵਜ਼ਾਰਤਾਂ ਤੋਂ ਅਸਤੀਫੇ ਦੇਣੇ ਕਿਹੜੀ ਗੱਲ ਹੈਗੀ? ਤੁਸੀਂ ਤੇ ਆਪੇ ਹੀ ਮਤਲਬ ਰਸਤਾ ਬਣਾ ਦਿੱਤਾ। ਉਹ ਡਿਫੈਂਸ ਆਫ ਇੰਡੀਆ ਐਕਟ ਜਿਹੜਾ ਹੈਗਾ ਉਹ 38 ਵਿੱਚ ਪਾਸ, ਔਰ ਉਹੀ ਟਾਈਮ ਹੈਗਾ ਜਦੋਂ ਇਹਨਾਂ ਨੇ ਵਜ਼ਾਰਤਾਂ ਦੇ ਵਿੱਚ ਬੈਠ ਕੇ ਫੈਸਲੇ ਐਸੇ ਕੀਤੇ ਜਿਹੜੇ ਬੁਨਿਆਦੀ ਤੌਰ ਤੇ ਕਮਿਊਨਲ ਫੈਸਲੇ ਹੈਗੇ। ਮਸਲਨ ਸਭ ਤੋਂ ਵੱਡਾ ਫੈਸਲਾ ਜਿਹੜਾ ਹੈਗਾ ਉਹ ਇਹ ਹੈਗਾ ਸੀ ਕਿ 1920 ਦੇ ਵਿੱਚ ਜਦੋਂ ਜ਼ਬਾਨਾਂ ਦੀ ਗੱਲ ਹੋਈ ਤੇ ਹਿੰਦੁਸਤਾਨੀ ਦੀ ਗੱਲ ਹੋਈ, ਹਿੰਦੀ ਦੀ ਗੱਲ ਨਹੀਂ ਹੋਈ, ਉਰਦੂ ਹਿੰਦੀ ਦੀ ਗੱਲ ਨਹੀਂ ਕੀਤੀ, ਹਿੰਦੁਸਤਾਨੀ ਦੀ ਗੱਲ ਕੀਤੀ। ਜਦੋਂ ਨਹਿਰੂ ਰਿਪੋਰਟ ਲਿਖੀ ਉਹਦੇ 'ਚ ਵੀ ਹਿੰਦੁਸਤਾਨੀ ਦੀ ਗੱਲ ਕੀਤੀ। ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਦੀ 1935 'ਚ ਬਾਇਓਗ੍ਰਾਫੀ ਆਈ, ਮੇਰੀ ਕਹਾਣੀ ਮਾਈ ਸਟੋਰੀ, ਉਹਦੇ ਅੰਦਰ ਵੀ ਉਹਨਾਂ ਹਿੰਦੁਸਤਾਨੀ ਦੀ ਗੱਲ ਕੀਤੀ, ਐਡਵੋਕੇਟ ਬਣੇ ਸਨ ਹਿੰਦੁਸਤਾਨੀ ਦੇ। ਲੇਕਿਨ ਜਦੋਂ ਕਾਂਗਰਸੀ ਵਜ਼ਾਰਤਾਂ ਬਣੀਆਂ ਤੇ ਸਾਰੀ ਜਗ੍ਹਾ ਹਿੰਦੀ ਲਾਈ, ਜਿਹਦੇ ਨਾਲ ਇਹ ਤਾਸੁਰ ਗਿਆ ਕਿ ਕਹਿੰਦੇ ਕੁਛ ਹੈਗੇ ਨੇ, ਇਕਤਦਾਰ 'ਚ ਆ ਕੇ ਕੁਛ ਕਰਦੇ ਨੇ। ਕਾਂਗਰਸ ਦਾ ਨੈਸ਼ਨਲ ਕਰੈਕਟਰ ਜਿਹੜਾ ਹੈਗਾ ਉਹ ਐਕਸਪੋਜ਼ ਹੋਇਆ ਉਹਦੇ ਵਿੱਚ। ਆਪਣੇ ਵੱਲੋਂ ਤੇ ਉਹਨਾਂ ਨੇ ਮੁਸਲਿਮ ਮਾਈਨੋਰਿਟੀ ਇਲਾਕਿਆਂ ਦੇ ਅੰਦਰ ਲੋਕਾਂ ਦੇ ਨਾਲ ਜ਼ਿਆਦਤੀ ਕੀਤੀ, ਲੇਕਿਨ ਪੂਰੇ ਇੰਡੀਆ ਦੇ ਵਿੱਚ ਉਹ ਗੱਲ ਗਈ, ਕਿਉਂਕਿ ਪੂਰਾ ਇੰਡੀਆ, ਬ੍ਰਿਟਿਸ਼ ਇੰਡੀਆ ਇੱਕ ਯੂਨਿਟ ਹੈਗਾ ਸੀ। ਉਹ ਸਾਰੇ ਇੱਕ ਦੂਜੇ ਦੀ ਖਬਰਾਂ ਪੜ੍ਹਦੇ ਸਨ। ਸਭ ਕੇ ਅਜ਼ੀਜ਼ ਸਾਹਿਬ ਨੇ 2 ਜਿਲਦਾਂ ਦੇ ਵਿੱਚ ਉਹ ਕਿਤਾਬ ਲਿਖੀ ਹੈ, ਜਿਹਦੇ 'ਚ ਉਹਨਾਂ ਨੇ ਕਾਂਗਰਸ ਮਾਈਨੋਰਿਟੀ ਜਿਹੜੀ ਮਿਨਿਸਟਰੀਜ਼ ਹੈਗੀਆਂ ਸਨ 38 39 ਦੀਆਂ, ਉਹਦੇ ਮੁਤਲਕ ਉਹਨਾਂ ਦੇ ਫੈਸਲੇ, ਉਹਨਾਂ ਦੇ ਐਂਟੀ ਮੁਸਲਿਮ ਫੈਸਲਿਆਂ ਦੇ ਉੱਤੇ ਗੱਲ ਕੀਤੀ ਹੈ। ਤਾਂ ਸਿਰਫ ਐਂਟੀ ਮੁਸਲਿਮ ਨਹੀਂ ਨੇ, ਐਂਟੀ ਤਾਮਿਲ ਵੀ ਨੇ। ਮੈਂ ਤਾਂ ਇਹ ਗੱਲ ਕਰਨਾ ਹੈ ਕਿ ਉਹ ਸਾਰੇ ਦੌਰ ਦੇ ਦੌਰਾਨ ਸੁਭਾਸ਼ ਚੰਦਰ ਬੋਸ ਦਾ ਬਿੱਲਾ ਕਰ ਬਟ ਕਮਜ਼ੋਰੀ, ਮਹਾਤਮਾ ਗਾਂਧੀ ਸਾਹਿਬ ਦੀ ਮੁਖਾਲਫਤ ਦੇ ਬਾਵਜੂਦ ਉਹ ਕਾਂਗਰਸ ਦੇ ਸਦਰ ਬਣੇ 38। ਇਹ ਸੁਗਾਤਾ ਬੋਸ ਦੀ ਕਿਤਾਬ ਦੇ ਵਿੱਚ ਪੂਰਾ ਵਾਕਿਆ ਲਿਖਿਆ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਬੰਦੇ ਮਾਤਰਮ ਲਾਣਾ ਹੈ। ਤੇ ਉਹਨਾਂ ਨੇ ਖੱਤ ਲਿਖਿਆ ਆਪਣਾ ਟੈਗੋਰ ਨੂੰ, ਔਰ ਉਹਨੂੰ ਕਿਹਾ ਹੈ ਗੱਲ ਕਿ ਜਨਾਬ ਇਹ ਬੜਾ ਐਂਟੀ ਮੁਸਲਿਮ ਹੈਗਾ ਤੇ ਇਹਨੂੰ ਕੀ ਕਰੀਏ ਹੁਣ। ਲੇਕਿਨ ਇੱਥੇ ਬਿਰਲਾ, ਮਹਾਤਮਾ ਗਾਂਧੀ, ਆਜ਼ਾਦ, ਇਹ ਸਾਰੇ ਇਹਦੇ ਮਗਰ ਹੈਗੇ ਨੇ ਲੱਗਣਾ। ਤੇ ਟੈਗੋਰ ਨੇ ਉਹਨੂੰ ਕਿਹਾ ਕਿ ਅਗਰ ਤੂੰ ਬਹੁਤ ਹੀ ਮਜਬੂਰ ਹੋ ਜਾਏ ਤੇ ਫਿਰ ਉਹਦਾ ਪਹਿਲਾ ਹਿੱਸਾ ਕਢਵਾ ਦੇ, ਕਿਉਂਕਿ ਉਹ ਬਹੁਤ ਹੀ ਜ਼ਿਆਦਾ ਐਂਟੀ ਮੁਸਲਿਮ ਹੈ। ਉਹਨੇ ਕੀਤਾ ਇਹੀ, ਲੇਕਿਨ ਨਾਲ ਉਹਨੂੰ ਟੈਗੋਰ ਨੂੰ ਜਵਾਬੀ ਖਤ 'ਚ ਲਿਖਤਾ ਕਿ ਜਿਨ ਲੋਕਾਂ ਨੂੰ ਉਹਦੇ ਪਹਿਲੇ ਹਿੱਸੇ ਦਾ ਪਤਾ ਹੋਏਗਾ ਉਹ ਤੇ ਗੱਲ ਕਰਨਗੇ। ਸੋ ਇਹ ਚਲਾਕੀਆਂ ਜਿਹੜੀਆਂ ਹੁੰਦੀਆਂ ਨਾ, ਬਾਅਦ ਹੋਇਆ ਕਿ ਅਕਸਰ ਔਕਾਤ ਤਾਰੀਖ ਦੇ ਵਿੱਚ ਉਲਟੀਆਂ ਪੈਂਦੀਆਂ। ਤੇ ਇਹ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਬੰਦੇ ਮਾਤਰਮ ਲਾਇਆ, ਔਰ ਜਦੋਂ ਉਹਨਾਂ ਨੇ ਹਿੰਦੀ ਨੂੰ ਇੱਕ ਆਫੀਸ਼ੀਅਲ ਲੈਂਗੁਏਜ ਦੇ ਤੌਰ ਤੇ ਸੂਬਿਆਂ 'ਚ ਲਾਉਣ ਦੀ ਕੋਸ਼ਿਸ਼ ਕੀਤੀ ਤੇ ਮਦਰਾਸ ਦੇ ਵਿੱਚ ਹੰਗਾਮੇ ਹੋਏ। ਮਦਰਾਸ ਦੇ 4 ਜਿਹੜੇ ਹੈਗੇ ਨੇ, ਸ਼ਾਇਦ 2 ਹੈਗੇ ਸਨ, ਉਹਦੇ 'ਚ 4 ਤਾਮਿਲਾਂ ਨੇ ਭੁੱਖ ਹੜਤਾਲ ਕਰਤੀ, 2 ਮਰ ਗਏ। ਇੱਕ ਪੂਰੀ ਹਿੰਦੀ ਤਾਮਿਲ ਕੰਟਰੋਵਰਸੀ ਦੇਖੋ ਨਾ, ਅਸੀਂ ਸਿਰਫ ਹਿੰਦੀ ਉਰਦੂ ਕੰਟਰੋਵਰਸੀ ਦੇ ਵਿੱਚ, ਕਿਉਂਕਿ ਉਹ ਏਜੰਡੇ ਦਾ ਹਿੱਸਾ ਸੀ, ਉਹ ਚੱਲਦੀ ਹੈ। ਹਿੰਦੀ ਤਾਮਿਲ ਦੀ ਗੱਲ ਹੀ ਨਹੀਂ ਹੁੰਦੀ ਹੁਣ। ਉਹ ਪਹਿਲੇ ਸ਼ਹੀਦ ਵੀ ਉਹੀ ਨੇ, ਉਹ ਤਾਮਿਲ ਜਿਹੜੇ ਹੈਗੇ ਨੇ ਜ਼ਬਾਨ ਦੇ ਬਾਰੇ ਨਾਲ। ਤੇ ਉਹ ਫਿਰ ਜਦੋਂ ਕਾਂਗਰਸੀ ਵਜ਼ਾਰਤਾਂ ਟੁੱਟੀਆਂ ਤੇ ਉਹ ਬਹਾਲ ਹੋਈ,
ਔਰ ਇੱਕ ਅੰਗਰੇਜ਼ ਨੇ ਬਹਾਲ ਕੀਤੀ ਗਵਰਨਰ ਨੇ ਆ ਕੇ। ਉਹਨਾਂ ਨੇ ਕਿਹਾ ਕਿ ਹੁਣ ਤੋਂ ਐਸੈਂਸ਼ੀਅਲੀ ਹਿੰਦੀ ਨਹੀਂ ਪੜ੍ਹੀ ਜਾਏਗੀ, ਫਰਕ ਕਰਤੀ। ਤੇ ਉਹ ਵੀ 21 ਫਰਵਰੀ ਨੂੰ ਹੋਈ, ਜਿਹੜਾ ਆਲਮੀ ਦਿਹਾੜਾ ਹੈ। ਤੇ ਇਹ ਸਾਰਾ ਕੁਝ ਹੋ ਰਿਹਾ ਸਾਡੇ ਇੱਥੇ। ਔਰ ਸੁਭਾਸ਼ ਚੰਦਰ ਬੋਸ ਦੇ ਖਿਲਾਫ ਖਾਸ ਤੌਰ ਤੇ ਜਿਹੜੀ ਕੈਂਪੇਨਸ ਕਾਂਗਰਸ ਦੇ ਅੰਦਰ ਬਣ ਰਹੀਆਂ ਨੇ, ਉਹ ਕਾਂਗਰਸ ਦੇ ਅੰਦਰ ਮੌਜੂਦ ਲਿਬਰਲ ਔਰ ਸੈਕੂਲਰ ਅੰਸਰ ਜਿਹੜਾ ਹੈਗਾ ਉਹਦੇ ਨਾਲ ਉਹ ਬੈਕਫੁੱਟ ਤੇ ਜਾ ਰਿਹਾ, ਸਾਨੂੰ ਨਜ਼ਰ ਆ ਰਿਹਾ। ਜਿਹੜੇ ਹਿੰਦੀ ਲਾ ਰਹੇ ਨੇ ਹਿੰਦੁਸਤਾਨੀ ਦੇ ਜ਼ਰੀਏ, ਉਹ ਇਸ ਗੱਲ ਦਾ ਇਜ਼ਹਾਰ ਹੈਗਾ ਕਿ ਉੱਥੇ ਇੱਕ ਆਰਥੋਡਾਕਸ ਸੈਕਸ਼ਨ ਜਿਹੜਾ ਮਜ਼ਬੂਤ ਹੋ ਉਹਦੇ ਵਿੱਚ ਕਾਂਗਰਸ ਦੇ ਅੰਦਰ। ਤੇ ਜਿਹੜੀ ਵਜ਼ਾਰਤਾਂ ਦਾ ਅਸਤੀਫਾ ਹੈਗਾ ਜਦੋਂ ਉਹਨਾਂ ਨੇ ਦਿੱਤਾ, ਟਾਈਮ ਲੰਘ ਚੁੱਕਾ, ਜੰਗ ਸ਼ੁਰੂ ਹੋ ਗਈ ਸੀ। ਤੁਸੀਂ ਉਸ ਐਕਟ ਵੇਲੇ ਜਿਹੜਾ ਹੈ ਖਾਮੋਸ਼ ਰਹੇ, ਬਲਕਿ ਵਜ਼ਾਰਤਾਂ ਤੋਂ ਅਸਤੀਫੇ ਦੇ ਕੇ ਵੀ ਉਹ ਉਸ ਦੇ ਵਿੱਚ ਸ਼ਾਮਲ ਨਹੀਂ ਹੋਏ, ਉਸ ਤਹਿਰੀਕ ਜਿਹੜੀ ਅਹਿਰਾਰ ਔਰ ਕਮਿਊਨਿਸਟ ਚਲਾ ਰਹੇ ਸੀ। ਕਮਿਊਨਿਸਟ ਇੱਕ ਸਨ ਤੇ ਅਹਿਰਾਰ ਹੈ। ਕਮਿਊਨਿਸਟਾਂ ਨੇ ਬਾਅਦ ਚੋਂ ਮੌਖਰ ਕੀਤੀ PPI ਨੇ, ਜਦੋਂ ਉਹਨਾਂ ਨੇ ਰੂਸ ਦੇ ਹਮਲੇ ਤੋਂ ਬਾਅਦ ਉਹਨਾਂ ਦੀ ਲਾਈਨ ਜਿਹੜੀ ਹੈਗੀ ਹੋਰ ਹੋਈ। ਔਰ ਉਹਦੀ ਵੀ ਬਜ਼ਾਇਰ ਇੱਕ ਹੋਰ ਬੈਕਗਰਾਊਂਡ ਹੈਗੀ, ਉਹ ਤੁਸੀਂ ਕੱਲ ਅਗਲੀ ਲੈਕਚਰ ਗੱਲ ਕਰਾਂਗੇ ਕਿ ਉਹਦੇ ਪਿੱਛੇ ਕਹਾਣੀ ਜਿਹੜੀ ਹੈਗੀ ਦੱਸੀ ਕੁਛ ਜਾਂਦੀ ਹੈ ਕੁਛ। ਤੇ ਇਹ ਜਿਹੜਾ ਕੰਮ ਹੈਗਾ, ਜਦੋਂ ਉਹਨਾਂ ਨੇ ਅਸਤੀਫੇ ਦਿੱਤੇ ਤੇ ਮੁਸਲਿਮ ਲੀਗ ਨੇ ਯੌਮੇ ਨਿਜਾਤ ਮਨਾਇਆ। ਹੁਣ ਉਹ ਸਾਰੇ ਬੰਦੇ ਜਿਹੜੇ 38 ਦੀ ਵਜ਼ਾਰਤਾਂ ਤੋਂ 39 ਦੀ ਵਜ਼ਾਰਤਾਂ ਤੋਂ ਤੰਗ ਸਨ, ਉਸ ਯੌਮੇ ਨਿਜਾਤ ਨੂੰ ਸਹੀ ਸਮਝਦੇ ਨੇ। ਔਰ ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਕਿ ਪਹਿਲੇ ਤੇ ਮੁਸਲਿਮ ਲੀਗ ਔਰ ਮੁਸਲਿਮ ਅਕਲੀਤੀ ਸੂਬੇ ਨੇੜੇ ਆ ਰਹੇ ਨੇ। 39 ਤੋਂ ਬਾਅਦ ਤੁਸੀਂ ਦੇਖਦੇ ਹੋ ਕਿ ਮੁਸਲਿਮ ਅਕਲੀਤੀ ਔਰ ਮੁਸਲਿਮ ਅਕਸਰੀਤੀ ਸੂਬੇ ਵੀ ਇਕੱਠੇ ਆ ਰਹੇ ਜੇ ਮੁਸਲਮਾਨ, ਉਹ ਵੀ ਨੇੜੇ ਆ ਰਹੇ ਨੇ। ਔਰ ਇਹ ਜਿਹੜੀ ਕੁਰਬਤਾਂ ਨੇ, ਇਹ ਇੱਕ ਹੋਰ ਕਿਸਮ ਦਾ ਕੰਮ ਹੈਗਾ। ਔਰ ਇਹਦੇ ਵਿੱਚ ਜਿਹੜੀ ਅਹਿਮ ਤਰੀਨ ਗੱਲ ਹੈਗੀ ਹੈ ਉਹ ਹੈ 1940 ਦੀ ਕਰਾਰਦਾਦ, ਮਾਰਚ 1940 ਦੀ ਕਰਾਰਦਾਦ ਦੇ ਲਾਹੌਰ। ਉਹਦੇ 'ਚ ਕਿਸੇ ਇਸਲਾਮੀ ਰਿਆਸਤ ਦਾ ਜ਼ਿਕਰ ਨਹੀਂ, ਉਹਦੇ 'ਚ ਮੁਸਲਮਾਨਾਂ ਦੇ ਰਾਈਟਸ ਔਰ ਉਹਨਾਂ ਦੇ ਅਕਸਰੀਤੀ ਇਲਾਕਿਆਂ ਦੇ ਅੰਦਰ ਉਹਨਾਂ ਨੂੰ ਰਲ ਮਿਲ ਚੱਲਣ ਦੀ ਗੱਲ, ਔਰ ਨਾਲ ਹੈ ਕਿ ਮਾਈਨੋਰਟੀ ਦੇ ਨਾਲ। ਇੱਕ ਸਾਹਿਬ ਹੈਗੇ ਸਨ ਜਿਹੜੇ ਬਿਹਾਰ ਤੋਂ ਮੁੰਤਖਬ ਹੁੰਦੇ ਸਨ, ਉਹ ਹੁਸੈਨ ਇਮਾਮ ਉਹਨਾਂ ਦਾ ਨਾਮ ਹੈਗਾ, ਔਰ ਪੁਰਾਣੇ ਬੰਦੇ ਸਨ, ਕਾਇਦੇ ਆਜ਼ਮ ਦੇ ਦੋਸਤ ਵੀ ਹੈਗੇ ਸਨ। ਉਹਨਾਂ ਨੇ ਆਪਣੇ ਇੰਟਰਵਿਊ ਦੱਸਿਆ ਕਿ ਸਾਡੇ ਜ਼ਿਹਨ ਦੇ ਵਿੱਚ ਹੈਗੀ, ਕਿਉਂਕਿ 48 ਤੋਂ ਬਾਅਦ ਉਹਨਾਂ ਦਾ ਇੰਟਰਵਿਊ ਹੋਇਆ, ਹਰ 70s 'ਚ ਉਹਨਾਂ ਦਾ ਇੰਟਰਵਿਊ। ਤੇ ਉਹਨਾਂ ਨੇ ਆਪਣੇ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਕਿ ਜਦੋਂ ਅਸੀਂ ਇਹ ਕਰਾਰਦਾਦ ਮਨਜ਼ੂਰ ਕਰ ਰਹੇ ਸਾਂ ਤੇ ਅਸੀਂ 3 ਆਇਨ ਜਿਹੜੇ ਹੈਗੇ ਆਪਣੇ ਸਾਹਮਣੇ, ਬਾਅਦ 'ਚ ਇਹਨਾਂ ਨੇ ਕਹਾਣੀਆਂ ਬਣਾਤੀਆਂ ਨਾ। ਕਿਸੇ ਨੇ ਕਿਹਾ ਕਿ ਸਰਦਰਖੁੱਲਾ ਨੇ ਬਣਾਇਆ ਸੀ, ਸਿਕੰਦਰ ਨੇ ਬਣਾਇਆ ਸੀ, ਕਿਸੇ ਨੇ ਕਿਹਾ ਚਰਚਲ ਨੇ ਭੇਜਿਆ ਸੀ ਰਿਪੋਰਟ। ਉਹ ਚਲਦੀਆਂ ਨੇ ਇੰਦੀਆਂ ਕਹਾਣੀਆਂ, ਪ੍ਰਾਪੇਗੰਡੇ 'ਚ ਠੀਕ ਹੁੰਦੀਆਂ ਨੇ, ਇੱਕ ਦੂਜੇ ਦੇ ਖਿਲਾਫ ਜਿਹੜਾ ਪ੍ਰਾਪੇਗੰਡਾ। ਲੇਕਿਨ ਉਹਨਾਂ ਨੇ ਕਿਹਾ ਜੀ 3 ਆਇਨ ਅਸੀਂ ਰੱਖੇ, ਔਰ 2 ਹਫ਼ਤੇ ਅਸੀਂ ਬਹਿਸ ਕਰਦੇ ਰਹੇ ਇਹਦੇ 'ਤੇ ਪਹਿਲੇ ਵੀ। ਔਰ ਉਹਦੇ ਵਿੱਚ ਅਸੀਂ ਇੱਕ ਆਇਨ, ਅਮਰੀਕੀ ਆਇਨ ਪੜ੍ਹ ਰਹੇ ਸਾਂ, ਇੱਕ ਅਸੀਂ ਬ੍ਰਿਟਿਸ਼ ਆਇਨ ਦੇਖਿਆ, ਇੱਕ ਅਸੀਂ ਰਸ਼ੀਅਨ ਆਇਨ। ਔਰ ਸਾਨੂੰ ਲੱਗਿਆ ਕਿ ਫੈਡਰੇਸ਼ਨ ਦੇ ਸਭ ਤੋਂ ਨਜ਼ਦੀਕ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹ ਫੈਡਰੇਸ਼ਨ ਦੀ ਗੱਲ ਹੈਗੀ ਹੈ। ਫੈਡਰੇਸ਼ਨ ਦੇ ਸਭ ਤੋਂ ਨਜ਼ਦੀਕ ਅਮਰੀਕੀ ਆਇਨ ਹੈ, ਔਰ ਉਹਦੀ ਅਸੀਂ ਉਹਨੂੰ ਸਾਹਮਣੇ ਰੱਖ ਕੇ ਇਹ ਮਾਰਚ 1940 ਦੀ ਗੱਲ ਹੈ। ਹੁਣ ਇਹ ਐਕਚੁਅਲੀ ਜਦੋਂ ਪੋਲੀਟਿਕਸ ਦੇ ਵਿੱਚ ਅਹਿਮ ਗੱਲ ਇਹ ਹੁੰਦੀ ਹੈ ਕਿ ਤੁਹਾਡੀ ਲਾਈਨ ਕਲੀਅਰ ਹੋ ਜਾਏ, ਇੱਕ ਐਸੀ ਲਾਈਨ ਬਣ ਜਾਏ ਤੇ ਸਭ ਦਾ ਇਤਫਾਕ ਹੋ ਜਾਏ। ਹੁਣ ਇਹ 1940 ਦੀ ਜਿਹੜੀ ਕਰਾਰਦਾਦ ਹੈ, ਇਹਦੀ ਇਹ ਅਹਿਮੀਅਤ ਹੈ ਕਿ ਇਹਦੇ 'ਚ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਖਪ ਰਹੀਆਂ ਸੀ। ਦੂਸਰੇ ਪਾਸੇ ਕੀ ਹੋ ਰਿਹਾ ਸੀ? ਦੂਸਰੇ ਪਾਸੇ ਸੁਭਾਸ਼ ਨੂੰ ਇੱਥੋਂ ਛੱਡ ਕੇ ਜਿਹੜਾ ਮੁਲਕ ਜਾਣਾ ਹੈ ਉਸ ਦਾ ਟਾਈਮ ਹੈਗਾ ਹੈ। ਔਰ ਇੱਧਰ ਕੀ ਹੋ ਰਿਹਾ ਹੈ? ਇੱਧਰ ਕਰਾਰਦਾਦ ਜਿਹੜੀ ਹੈਗੀ ਹੈ ਲਾਹੌਰ ਦੀ ਮਨਜ਼ੂਰ ਹੋਈ, ਔਰ ਇਸੇ ਟਾਈਮ ਦੇ ਉੱਤੇ ਜਿਹੜਾ ਹੈਗਾ, ਯਾਨੀ ਦਸੰਬਰ 1940 ਦੇ ਵਿੱਚ ਤੁਸੀਂ ਦੇਖਦੇ ਹੋ ਕਿ ਡਾਕਟਰ ਅੰਬੇਦਕਰ ਦੀ ਕਿਤਾਬ ਆਉਂਦੀ। ਔਰ ਉਹ ਕਿਤਾਬ ਕੀ? ਉਹ ਕਿਤਾਬ ਉਹੀ ਹੈ ਜੋ ਪੰਜਾਬ ਵਿੱਚ ਹੋਇਆ। ਉਹਨਾਂ ਕਿਹਾ ਸਾਰੇ ਹਿੰਦੂ ਸਿੱਖ ਇੱਧਰ ਆ ਜਾਣ ਤੇ ਸਾਰੇ ਮੁਸਲਮਾਨ ਉੱਧਰ ਚਲੇ ਜਾਣ। ਇੱਕ ਐਸੀ ਡਿਵੀਜ਼ਨ ਆਫ ਪੰਜਾਬ ਦੀ ਗੱਲ ਹੈਗੀ ਹੈ। ਤੋ ਇਹ ਜਿਹੜਾ 37 ਔਰ 38 ਔਰ ਫਿਰ ਸੈਕੰਡ ਵਰਲਡ ਵਾਰ ਦਾ ਸ਼ੁਰੂ ਹੋਣਾ, ਔਰ ਉਹਦੇ ਅੰਦਰ ਸਪੀਸੀਜ਼ ਮੁਖਤਲਿਫ ਪੈਦਾ ਹੋਣੀ, ਤੁਸੀਂ ਇਹ ਸਾਰੀ ਪੋਲੀਟਿਕਸ ਨੂੰ ਜ਼ਰਾ ਰਲਾ ਕੇ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹ ਸਾਰਾ ਜਿਹੜਾ ਕੰਮ ਹੈਗਾ ਇਹ ਲੀਡ ਕਿਸ ਪਾਸੇ ਜਾ ਰਹੀ, ਗੱਲ ਬਣ ਕੀ ਰਹੀ ਸੀ। ਇਸ ਨੂੰ ਸਮਝਣਾ ਜਿਹੜਾ ਉਹ ਹੈਗਾ ਸੀ ਆਪਣਾ ਕਰਾਰਦਾਦ ਲਾਹੌਰ, ਉਹਨੂੰ ਕਰਾਰਦਾਦ ਪਾਕਿਸਤਾਨ ਕਹਿ ਕੇ ਉਹਦਾ ਮਜ਼ਾਕ ਉਡਾਉਣਾ, ਔਰ ਬਾਅਦ 'ਚ ਉਹਨਾਂ ਨੇ ਵੀ ਓਨ ਕਰ ਲਿਆ, ਉਹਨਾਂ ਕਿਹਾ ਠੀਕ ਹੈ ਫਿਰ ਕਰਾਰਦਾਦ ਪਾਕਿਸਤਾਨ ਹੀ। ਹਾਲਾਂਕਿ ਉਹ ਕਹੇ ਸੀ ਵਿਦ ਇਨ ਇੰਡੀਆ, ਹਲੇ ਵੀ ਲਿਖਿਆ ਹੈ ਉਹਦਾ ਮੌਜੂਦ ਹੈ ਰਿਕਾਰਡ ਦੇ, ਵਿਦ ਇਨ ਇੰਡੀਆ ਔਰ ਆਊਟਸਾਈਡ ਇੰਡੀਆ। ਉਹ ਖੁਤਬਾ ਇਲਾਹਾਬਾਦ ਵੀ ਇਹੀ ਲਿਖਿਆ ਹੈ। ਲੇਕਿਨ ਹੁਣ ਇਹ ਸਾਰੀ ਗੱਲ ਨੂੰ ਜਿਹੜਾ ਬੰਦਾ ਕਹਿ ਰਿਹਾ ਉਹਨੂੰ ਉਨਾ ਕੀ ਰੱਖੋ ਨਾ ਜਿੰਨਾ ਹੈ, ਤੇ ਫਿਰ ਹੋਰ ਕਿਸਮ ਦੀ ਪੋਲੀਟਿਕਸ। ਲੇਕਿਨ ਤੁਹਾਨੂੰ ਲੱਗਦਾ ਹੈ ਕਿ ਨਹੀਂ, ਹੁਣ ਅਸੀਂ ਅਸਤੀਫੇ ਵੀ ਦੇ ਦਿੱਤੇ ਨੇ ਤੇ ਹੁਣ ਸਾਨੂੰ ਇਹਨੂੰ ਕਿਸੇ ਹੋਰ ਤਰ੍ਹਾਂ ਡੀਲ ਕਰਨਾ। ਤੇ ਇਹ ਅਗਰ ਤੁਸੀਂ 1940 ਤੱਕ ਦੀ ਸਿਆਸਤ ਦਾ ਸਾਰਾ ਵੇਰਵਾ ਅਸੀਂ ਕਰਨੇ ਆ, ਯਾਨੀ 37 ਦੇ ਇਲੈਕਸ਼ਨ ਤੋਂ
ਤੇ ਉਹਦੇ ਵਿੱਚ ਇਹ ਸਾਰੀ ਗੱਲਾਂ ਦੀ ਜਿਹੜੀ ਹੈ ਉਹ ਅਹਿਮੀਅਤ ਹੈਗੀ ਹੈ। ਕੋਈ ਮਤਲਬ ਤੁਸੀਂ ਇਹਦੇ ਚੋਂ ਇਹਨਾਂ ਚੀਜ਼ਾਂ ਨੂੰ ਕੱਢ ਨਹੀਂ ਸਕਦੇ, ਮਾਈਨਸ ਨਹੀਂ ਕਰ ਸਕਦੇ, ਤੁਸੀਂ ਐਡ ਕਰ ਸਕਦੇ ਹੋ। ਮਤਲਬ ਹੋਰ ਵੀ ਬਹੁਤ ਸਾਰੇ ਪਹਿਲੂ ਹੋਣਗੇ, ਮੈਂ ਤੇ ਨਹੀਂ ਕਹਿੰਦਾ ਕਿ ਮੇਰੇ ਕੋਲ ਸਾਰੇ ਪਹਿਲੂ ਆ, ਹੋਰ ਵੀ ਪਹਿਲੂ ਹੋਣਗੇ, ਉਹ ਇਹਨਾਂ ਦੇ ਦੌਰਾਨ ਗੱਲਾਂ ਹੋਈਆਂ ਹੋਣਗੀਆਂ ਔਰ ਉਹਦੇ ਤੇ ਵੀ ਗੱਲ ਹੋਣੀ ਚਾਹੀਦੀ ਹੈ। ਲੇਕਿਨ ਇਹ ਰੀਕਨਸੀਲੀਏਸ਼ਨ ਦੀ ਗੱਲ ਜਿਹੜੀ ਹੈਗੀ ਉਹ ਮੁੱਕ ਰਹੀ ਹੈ ਔਰ ਦੂਜੇ ਪਾਸੇ ਚੀਜ਼ਾਂ ਜਾ ਰਹੀਆਂ। ਜਨਾਬ ਅਲੀ ਹਾਂਜੀ, ਸ਼ੁਕਰੀਆ ਆਮਿਰ ਰਿਆਜ਼ ਜੀ, ਬਹੁਤ ਹੀ ਵਿਸਤਾਰ ਦੇ ਨਾਲ ਤੁਸੀਂ ਦੱਸਿਆ ਆ। ਮੈਂ ਇੱਕ ਛੋਟੀ ਜਿਹੀ ਗੱਲ ਹੈਗੀ ਹੈ, ਉਹ ਮੈਂ ਸਿਰਫ ਐਡ ਕਰਨਾ ਚਾਹੁੰਦਾ ਜੀ। ਉਹ ਹੈਗੀ ਹੈ ਮੌਲਾਨਾ ਅਬੈਦੁੱਲਾ ਸਿੰਧੀ ਦੀ ਵਾਪਸੀ। ਉਹ 1938 ਦੇ ਵਿੱਚ ਉਹਨਾਂ ਦੀ ਜਿਹੜੀ ਵਾਪਸੀ ਹੈ ਔਰ 1940 ਤੱਕ ਤੁਸੀਂ ਉਹਨਾਂ ਦੀ ਚੀਜ਼ਾਂ ਦੇਖ ਲਓ, ਉਹ ਮੁਸਲਸਲ ਇਹ ਗੱਲ ਕਹਿ ਰਹੇ ਸਨ ਕਿ ਇੰਡੀਆ ਨੂੰ ਇੱਕ ਕੌਮ ਨਾ ਕਹੋ। 1900 ਉਹਨਾਂ ਨੇ ਆ ਕੇ ਦੁਬਾਰਾ ਆਪਣਾ ਮਨਸ਼ੂਰ ਰਿਵਾਈਜ਼ ਕੀਤਾ, ਉਹਦੇ ਵਿੱਚ ਵੀ ਇਹ ਗੱਲ ਕੀਤੀ ਕਿ ਇੰਡੀਆ ਨੂੰ ਇੱਕ ਕੌਮ ਨਾ ਕਹੋ। ਔਰ ਮਹਾਤਮਾ ਗਾਂਧੀ ਦੇ ਉੱਤੇ ਵੀ ਉਹਨਾਂ ਨੇ ਕ੍ਰਿਟਿਸਿਜ਼ਮ ਕੀਤਾ, ਉਹਨਾਂ ਦੀ ਪੋਲਿਟਿਕਸ ਦੇ ਉੱਤੇ। ਹੁਣ ਉਹ ਮੌਲਾਨਾ ਸਿੰਧੀ ਦੀ ਜਿਹੜੀ ਪੋਲਿਟਿਕਸ ਹੈ ਉਹ ਉਸ ਵੇਲੇ ਦਾਰੁਲ ਉਲੂਮ ਦੇਓਬੰਦ ਨੂੰ ਵੀ ਵਾਰਾ ਨਹੀਂ ਖਾਂਦੀ। ਹੁਸੈਨ ਅਹਿਮਦ ਮਦਨੀ ਸਾਹਿਬ ਨੇ ਹੁਣ ਤੇ ਉਹ ਓਨ ਕਰ ਦੇਣ ਨਾ ਸਾਰੇ, ਲੇਕਿਨ ਉਸ ਵੇਲੇ ਵਾਰਾ ਨਹੀਂ ਖਾਂਦੀ ਸੀ, क्योंकि उन्होंने यह गल कही कि मैं तारीखी जुमला है उन्होंने कि मैं दहरिया रूस यानी एथियस्ट रशियन से मैं मुकद्दस हजाज तक गया, लेकिन जो भी इंडिया च होना है वो इत्थे दे लोकां नहीं करनी, वो बाहरों जिहड़े लोकां ने साडी मदद करनी है वो एक हद तो ज़्यादा नहीं करनगे मदद साडी। ते यह एक किस्म का उन्हां दा सिंथेसिस हैगा सी उन्हां दी सारी जिंदगी दा। ਤੇ ਇਹ ਮੈਂ ਸਿਰਫ ਐਡ ਕਰਨਾ ਚਾਹੁੰਦਾ ਸੀ। ਜੀ ਜਨਾਬ, ਸ਼ੁਕਰੀਆ ਜੀ। ਬਹੁਤ ਸਾਰੇ ਸਵਾਲ ਜਿਹੜੇ ਕੁਝ ਫੇਸਬੁੱਕ ਤੇ ਵੀ ਆਏ ਨੇ ਤੇ ਮੈਂ ਜਸਟ ਪੜ੍ਹ ਦਿੰਦਾ ਆ, ਤੇ ਜੇ ਅਗਲੇ ਜਿਨ੍ਹਾਂ ਨੇ ਬੋਲਣਾ ਪ੍ਰੋਫੈਸਰ ਸੋਹਲ ਗੰਗਵੀ ਤੇ ਡਾਕਟਰ ਹਰਜਿੰਦਰ ਸਿੰਘ ਜੀ ਉਹ ਲੈਣਾ ਚਾਹਣ ਸਵਾਲਾਂ ਨੂੰ ਲੈ ਸਕਦੇ ਨੇ। ਇੱਕ ਸਵਾਲ ਜਿਹੜਾ ਉਹਦੇ 'ਚ ਸ਼ੁਰੂ ਦੇ ਵਿੱਚ ਹੀ ਆ ਗਿਆ ਸੀ ਕਿ ਜਿਹੜੀ ਪਹਿਲੀ ਵਰਲਡ ਵਾਰ ਹੁੰਦੀ ਹੈ ਉਹਦੇ ਨਾਲ ਪੰਜਾਬ ਦੇ ਵਿੱਚ ਕੀ ਸਿਆਸੀ ਚੇਂਜਸ ਆਏ, ਜੇ ਪੋਲੀਟੀਕਲ ਚੇਂਜਸ ਦੀ ਗੱਲ ਹੋਈ ਹੈ। ਤੇ ਇੱਕ ਸਵਾਲ ਇਹ ਵੀ ਹੈ ਵੀ ਯੂਨੀਅਨਿਸਟ ਪਾਰਟੀ ਜਿਹੜੀ ਬਣਦੀ ਹੈ ਉਹ ਕਿਉਂ ਬਣਦੀ ਹੈ, ਬੜਾ ਇੰਪੋਰਟੈਂਟ ਹੈ ਵੀ ਕਿਹੜੇ ਆਧਾਰ ਤੇ ਬਣਦੀ ਹੈ, ਕੀ ਪਹਿਲੂ ਰਹੇ ਕਿ ਯੂਨੀਅਨਿਸਟ ਪਾਰਟੀ ਬਾਕੀ ਚਾਹੇ ਕਾਂਗਰਸ ਪਾਰਟੀ ਹੈ ਜਾਂ ਮੁਸਲਿਮ ਲੀਗ ਹੈ ਜਾਂ ਉਹਨਾਂ ਨੂੰ ਵੱਖ ਕਿਵੇਂ ਸੀਗੀ, ਉਹਦਾ ਕੀ ਬੇਸਿਸ ਸੀ, ਤੇ ਅੱਗੇ ਜਾ ਕੇ ਫਿਰ ਕੀ ਉਹਦਾ ਹਸ਼ਰ ਹੁੰਦਾ ਉਹ ਹੋ ਸਕਦਾ ਅਸੀਂ ਅਗਲੀਆਂ ਗੱਲਾਂ ਦੇ ਵਿੱਚ ਕਰਾਂਗੇ। ਤੇ ਨੈਂਸੀ ਖੋੜਾ ਦਾ ਇੱਕ ਸਵਾਲ ਜਿਹੜਾ ਕਿ ਫੇਸਬੁੱਕ ਤੋਂ ਉਹਨਾਂ ਨੇ ਲਿਖਿਆ ਹੈ ਵੀ ਟੈਗੋਰ ਔਰ ਇਕਬਾਲ ਹੋਣਾ ਨੂੰ ਅਸੀਂ ਵੱਖ-ਵੱਖ ਰੱਖ ਕੇ ਕਿਵੇਂ ਦੇਖਦੇ ਹਾਂ, ਜਾਂ ਟੈਗੋਰ ਨੂੰ ਜੇ ਅਸੀਂ ਸਮਝਦੇ ਹਾਂ ਕਿ ਬ੍ਰਿਟਿਸ਼ ਵੱਲੋਂ ਮਨਾਇਆ ਗਿਆ ਸੀ ਤੇ ਇਕਬਾਲ ਦਾ ਉਹ ਕੀ ਸੀ, ਇਹਦੇ ਉੱਤੇ ਵੀ ਉਹ ਗੱਲ ਕਰ ਰਹੇ ਨੇ। ਦਲਿਤਾਂ ਦੇ ਸੰਬੰਧ ਵਿੱਚ ਵੀ ਕੁਝ ਸਵਾਲ ਨੇ ਕਿ ਉਹਨਾਂ ਦੇ ਉਹ ਕਿਸ ਪਾਸੇ ਸਨ, ਕਿਸ ਪਾਸੇ ਸਨ। ਸ਼ਾਇਦ ਪ੍ਰੋਫੈਸਰ ਸੋਹਲ ਇਹਦੇ ਬਾਰੇ ਸ਼ਾਇਦ ਕੁਝ ਚਾਨਣ ਪਾਉਣ ਦੀ ਕੋਸ਼ਿਸ਼ ਕਰਨਗੇ ਕਿ ਦਲਿਤਾਂ ਦੇ ਹਾਲਾਤ ਕਿਹੋ ਜਿਹੇ ਸਨ ਉਸ ਵੇਲੇ, ਉਸ ਪੀਰੀਅਡ ਦੇ ਵਿੱਚ, ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਹਨਾਂ ਨਾਲ ਕਿਸ ਤਰ੍ਹਾਂ ਹੁੰਦਾ ਆ। ਸੋ ਨਾਜ਼ਰੀਨ, ਮੇਰੇ ਖਿਆਲ ਨਾਲ ਇਹਨਾਂ ਗੱਲਾਂ ਬਾਤਾਂ ਦੇ ਵਿੱਚ, ਇਹਨਾਂ ਸਵਾਲਾਂ ਦੇ ਵਿੱਚ ਲੈ ਕੇ ਮੈਂ ਹੁਣ ਤੁਹਾਡੇ ਰੂਬਰੂ ਕਰਦਾ ਪ੍ਰੋਫੈਸਰ ਸੁਖਦੇਵ ਸਿੰਘ ਸੋਹਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ। ਤੇ ਉਹ ਇਸ 1935 ਐਕਟ ਜਾਂ 1935-40 ਦੀ ਜੋ ਪੋਲੀਟੀਕਲ ਸਿਚੁਏਸ਼ਨ ਪੰਜਾਬ ਦੇ ਵਿੱਚ ਰਹੀ, ਜਿਹਦੇ ਵਿੱਚ ਕਿ ਸ਼ਾਇਦ 47 ਦੇ ਵਿੱਚ ਤੇ ਹੁਣ ਦੇ ਕੁਝ ਮਸਲੇ ਜਿਹੜੇ ਜਿਨ੍ਹਾਂ ਦੀਆਂ ਜੜ੍ਹਾਂ ਉਹਨਾਂ ਦੇ ਪੋਲੀਟੀਕਲ ਹਾਲਾਤਾਂ ਦੇ ਉੱਤੇ ਸਨ, ਉਹਦੇ ਨਾਲ ਸੰਬੰਧਿਤ ਕੋਈ ਗੱਲ ਕਰਨਗੇ ਪ੍ਰੋਫੈਸਰ ਸੋਹਲ।